ਨਗਾਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਿੰਦ ਕਾਲੋਂ ਤੇ ਅੰਤੋਜਦੀਪ ਸਿੰਘ ਪ੍ਰੋਗਰਾਮ ਕੁਝ ਮਿੱਠੀਆਂ ਕੁਝ ਤਿੱਖੀਆਂ ਦੇ ਵਿੱਚ ਸਵਾਗਤ ਕਰਦੇ ਹਾਂ। ਦੋਸਤੋ, ਉਮੀਦ ਕਰਦੇ ਹਾਂ ਕਿ ਦੁਨੀਆ ਦੇ ਜਿਸ ਵੀ ਕੋਨੇ ਦੇ ਵਿੱਚ ਤੁਸੀਂ ਬੈਠੇ ਹੋਏ ਹੋ ਤੰਦਰੁਸਤ ਹੋਵੋਗੇ, ਸਿਹਤਮੰਦ ਹੋਵੋਗੇ ਤੇ ਜੋ ਵੀ ਅਸੀਂ ਰੋਜ਼ ਜਿਸ ਬਾਰੇ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਕਰੋਨਾ ਦਾ ਕਹਿਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਪੂਰੇ ਜ਼ੋਰਾਂ ਦੇ ਉੱਪਰ ਆ, ਇਸ ਤੋਂ ਬਚਣ ਵਾਸਤੇ ਜੋ ਵੀ ਸਰਕਾਰਾਂ ਨੇ ਜਾਂ ਮੈਡੀਕਲ ਅਥਾਰਟੀਜ਼ ਵੱਲੋਂ ਜੋ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ ਨੇ, ਉਹਨਾਂ ਦੀ ਪਾਲਣਾ ਕਰਦੇ ਹੋਏ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਹੋਵੋਗੇ। ਦੋਸਤੋ, ਰੋਜ਼ ਦੇ ਰੋਜ਼ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਕਰੋਨਾ ਹੈ ਇਸ ਨੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਪੂਰੀ ਦੁਨੀਆ ਦੇ ਵਿੱਚ ਜਿਹੜੀ ਉਹ ਤਬਾਹੀ ਜਿਹੜੀ ਉਹ ਮਚਾਈ ਹੋਈ ਆ। ਮੇਰੇ ਨਾਲ ਅੰਤੋਜਦੀਪ ਸਿੰਘ ਨੇ। ਮੈਂ ਰਿਕੁਐਸਟ ਕਰਾਂਗਾ ਉਹਨਾਂ ਦੇ ਅੱਗੇ ਕਿ ਜੇ ਉਹਨਾਂ ਕੋਲ ਕੁਝ ਰੀਸੈਂਟ ਡਾਟਾ ਨੇ ਜਿਹੜੇ ਇਸ ਵੇਲੇ ਕਰੋਨਾ ਦੇ ਹਾਲਾਤ ਨੇ ਪੂਰੀ ਦੁਨੀਆ ਦੇ ਵਿੱਚ, ਚਾਹੇ ਉਹ ਇੰਡੀਆ ਹੋਵੇ, ਚਾਹੇ ਉਹ ਅਮਰੀਕਾ ਹੋਵੇ ਜਾਂ ਕੈਨੇਡਾ ਹੋਵੇ, ਉਸ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ। ਅੰਤੋਜਦੀਪ ਜੀ। ਨਗਾਰਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਾਂ ਮੂਵ ਕਰਦੇ ਹਾਂ ਜਿਹੜੇ ਕਿ ਕਰੋਨਾ ਦੇ ਸਟੈਟਸ ਜਿੱਦਾਂ ਕਿ ਜਿੰਦਕਾਲੋ ਜੀ ਨੇ ਗੱਲ ਕੀਤੀ ਹੈ। ਓਵਰਆਲ ਜੇ ਆਪਾਂ ਕੇਸਿਸ ਦੇਖੀਏ ਤੇ ਅਬਾਊਟ 2 ਮਿਲੀਅਨ ਹੋ ਗਏ ਨੇ, ਜਿਹਦਾ ਮਤਲਬ ਕਿ 20 ਲੱਖ ਕੇਸ ਗਲੋਬਲੀ ਹੋ ਚੁੱਕੇ ਨੇ ਕਰੋਨਾ ਵਾਇਰਸ ਦੇ, ਜਿਹਦੇ ਵਿੱਚ ਕੋਈ ਜਿਹੜੇ ਐਕਟਿਵ ਕੇਸਿਸ ਨੇ ਤਕਰੀਬਨ 14 ਲੱਖ ਦੇ ਨੇੜੇ ਨੇ ਤੇ ਜਿਹੜੇ ਕਲੋਜ਼ ਕੇਸਿਸ ਨੇ ਉਹਨਾਂ ਦੀ ਗਿਣਤੀ ਤਕਰੀਬਨ 6 ਲੱਖ ਹੈਗੀ ਹੈ ਜੀ। ਜਿਹੜੀ ਹੈ ਜੇ ਆਪਾਂ ਮੌਤਾਂ ਦੀ ਗਿਣਤੀ ਦੇਖੀਏ ਤੇ 1,26,600 ਟੱਪ ਚੁੱਕੀ ਹੈ ਫਿਲਹਾਲ ਇਸ ਵੇਲੇ ਦੀ ਘੜੀ ਤੱਕ। ਤੇ ਜਿਹੜੀ ਸਭ ਤੋਂ ਜ਼ਿਆਦਾ ਕੇਸਿਸ ਨੇ ਜੀ ਉਹ ਹੈਗੇ ਨੇ ਯੂਐਸ ਦੇ ਵਿੱਚ 6,13,000 ਕੇਸਿਸ ਜਿਹੜੇ ਇਸ ਵੇਲੇ ਯੂਐਸ ਦੇ ਵਿੱਚ ਹੈਗੇ ਨੇ ਜੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹੈਗੇ ਆ ਇਟਲੀ ਸਪੇਨ ਪਹਿਲੇ ਚੱਲ ਰਿਹਾ ਸੀ, ਕੈਨੇਡਾ ਵਿੱਚ ਜਿਹੜੇ ਕਿ ਕੇਸ ਉਹ ਵੀ ਤੇਜ਼ੀ ਨਾਲ ਵਧਦੇ ਜਾ ਰਹੇ ਨੇ। 903 ਮੌਤਾਂ ਹੋ ਗਈਆਂ ਨੇ। 27,000 ਕੇਸ ਜਿਹੜੇ ਨੇ ਉਹ ਆ ਗਏ ਨੇ, ਜਿਹਦੇ ਚ ਜਿਹੜੇ ਮੇਜਰ ਜਿਹੜਾ ਚੰਕ ਹੈਗਾ ਉਹ ਹੈਗਾ ਓਨਟਾਰੀਓ ਤੇ ਕਿਊਬੈਕ ਦੇ ਵਿੱਚ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਹੱਲੇ ਵੀ ਠੱਲ ਪਈ ਹੋਈ ਹੈ ਕੇਸਿਸ ਵਿੱਚ, ਪਰ ਪਿਛਲੇ 48 ਘੰਟੇ ਦੇ ਵਿੱਚ ਕਾਫੀ ਕੇਸ ਅੱਗੇ ਆਏ ਨੇ, ਜਿਹਦੇ ਨਾਲ ਕਿ ਟੋਟਲ ਗਿਣਤੀ 11,500 ਦੇ ਨੇੜੇ ਤੇੜੇ ਪਹੁੰਚ ਚੁੱਕੀ ਹੈ ਤੇ 393 ਮੌਤਾਂ ਇੰਡੀਆ 'ਚ ਜਿਹੜੀਆਂ ਹਾਲੇ ਤੱਕ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਨੇ। ਕਾਲੂ ਸਾਹਿਬ ਜੀ, ਇਹ ਨੇ ਮੋٹے ਸਟੈਟਸ ਅੱਜ ਦੇ ਦਿਨ ਦੇ ਜੀ। ਮਤਲਬ ਸਾਡਾ ਮਕਸਦ ਅੰਤੋਜ ਜੀ ਇਹ ਨਹੀਂ ਹੁੰਦਾ ਕਿ ਲੋਕਾਂ ਦੇ ਵਿੱਚ ਕੋਈ ਪੈਨਿਕ ਜਿਹੜਾ ਵਾ ਉਹ ਫੈਲਾਈਏ, ਪਰੰਤੂ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿਉਂਕਿ ਅੱਜ ਸਾਰਾ ਦਿਨ ਸਾਨੂੰ ਸਾਡਾ ਲਾਈਵ ਪ੍ਰੋਗਰਾਮ ਜਿਹੜਾ ਦੁਬਾਰਾ ਰਿਪੀਟ ਦੇ ਉੱਪਰ ਜਦੋਂ ਟੀਵੀ ਤੇ ਜਾਂ ਫੇਸਬੁੱਕ ਦੇ ਉੱਪਰ ਚੱਲਦਾ, ਦਰਸ਼ਕਾਂ ਦੇ ਸਾਨੂੰ ਬਹੁਤ ਸਾਰੇ ਫੋਨ ਆਉਂਦੇ ਆ। ਜਿਸ ਤਰ੍ਹਾਂ ਸਾਨੂੰ ਇੱਕ ਬਹੁਤ ਵਧੀਆ ਫੀਡਬੈਕ ਵੀ ਮਿਲਦੀ ਹੈ, ਉਹਦੇ ਨਾਲ ਨਾਲ ਜਿਹੜੇ ਦਰਸ਼ਕਾਂ ਦੇ ਸੁਝਾਅ ਸਾਡੇ ਤੱਕ ਪਹੁੰਚਦੇ ਨੇ, ਉਹਨਾਂ ਨੂੰ ਦੇਖ ਕੇ ਲੱਗਦਾ ਕਿ ਬਹੁਤ ਸਾਰੇ ਲੋਕ ਅਜੇ ਵੀ ਜਿਹੜਾ ਇਸ ਮਹਾਮਾਰੀ ਨੂੰ ਬਹੁਤ ਲਾਈਟਲੀ ਲੈ ਰਹੇ ਨੇ। ਕੀ ਖਿਆਲ ਹੈ ਤੁਹਾਡਾ ਅੰਤੋਜ ਜੀ ਦੇ ਬਾਰੇ? ਬਿਲਕੁਲ ਜੀ ਜਿੰਦਕਾਲ ਸਾਹਿਬ, ਬਹੁਤ ਸਾਰੀ ਵੀਡੀਓਜ਼ ਸਾਹਮਣੇ ਆ ਰਹੀਆਂ ਨੇ। ਕਈ ਵੀਡੀਓਜ਼ ਜਿਹੜੇ ਸਾਡੇ ਦਰਸ਼ਕਾਂ ਨੇ ਜਿਹੜੀ ਵੀਡੀਓਜ਼ ਬਣਾ ਕੇ ਸਾਨੂੰ ਟੀਵੀ ਦੇ ਇੱਥੇ ਭੇਜੇ ਹੈਗੇ, ਚਲੋ ਅਸੀਂ ਉਹਨੂੰ ਸ਼ੋਅ ਨਹੀਂ ਕਰ ਰਹੇ ਹਾਲੇ ਫਿਲਹਾਲ ਜੀ, ਕਿਉਂਕਿ ਪੈਨਿਕ ਕ੍ਰੀਏਟ ਹੁੰਦਾ ਹੈ। ਲੋਕ ਕਹਿੰਦੇ ਵੀ ਕਿਉਂ ਇਹ ਮਸਖਰੀਆਂ ਕਿਉਂ ਕਰ ਰਹੇ ਨੇ, ਇਹ ਗਲਤੀਆਂ ਕਿਉਂ ਕਰ ਰਹੇ ਨੇ, ਚੰਗਾ ਨਹੀਂ ਲੱਗਦਾ, ਸੋ ਇਸ ਕਰਕੇ ਅਸੀਂ ਉਹਦੇ ਪੇਸ਼ ਨਹੀਂ ਕਰ ਰਹੇ। ਪਰ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਜਿਹਦੇ 'ਚ ਕਿ ਲੋਕ ਹਾਲੇ ਵੀ ਬਾਹਰ ਉਸੇ ਤਰ੍ਹਾਂ ਮਿਲ ਗਿਲ ਰਹੇ ਨੇ, ਘੁੰਮ ਰਹੇ ਨੇ, ਹਾਲੇ ਵੀ ਪਾਰਟੀਆਂ ਕਰ ਰਹੇ ਨੇ। ਜਿਹੜੀ ਕੁਝ ਇੰਡੀਆ ਤੋਂ ਵੀਡੀਓਜ਼ ਆਈਆਂ ਜਿਹਦੇ 'ਚ ਮੁੰਡੇ ਇਕੱਠੇ ਹੋ ਕੇ ਵਾਲੀਬਾਲ ਖੇਡ ਰਹੇ ਨੇ ਜੀ। ਠੀਕ ਹੈ ਜੀ। ਕ੍ਰਿਕਟ ਖੇਡ ਰਹੇ ਨੇ ਕਈ ਜਗ੍ਹਾ ਤੇ ਬਰੈਂਪਟਨ ਵਿੱਚ ਜਿੱਦਾਂ ਕੱਲ ਇੱਕ ਕ੍ਰਿਕਟ, ਕੱਲ ਕੇ ਪਰਸੋਂ ਦੀ ਗੱਲ ਹੈ, ਜਿਹੜਾ ਕ੍ਰਿਕਟ ਮੈਚ ਖੇਡਦੇ ਪਏ ਸੀ ਮੁੰਡੇ ਇਕੱਠੇ ਹੋ ਕੇ, ਉਹਨਾਂ ਨੂੰ ਤਕਰੀਬਨ $880 ਦਾ ਫਾਈਨ ਪਰ ਬੰਦੇ ਨੂੰ ਹੋਇਆ। ਮੈਂ ਆਪਣੇ ਦੋਸਤਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਵੇਲੇ ਸਾਡਾ ਨੰਬਰ ਜਿਹੜਾ ਵਾ ਉਹ ਫਲੈਸ਼ ਕਰ ਰਿਹਾ WhatsApp ਦਾ। ਜਿਹੜੇ ਦਿਨੇ ਵੀ ਸਾਡੇ ਨਾਲ ਬਹੁਤ ਸਾਰੇ ਦਰਸ਼ਕ ਜਿਹੜੇ ਸੀ ਜਿਨ੍ਹਾਂ ਦੀ ਸਾਨੂੰ ਕਾਫੀ ਕਾਲਾਂ ਆਈਆਂ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜੇ ਹੁਣ ਤੁਸੀਂ ਆਪਣੇ ਸੁਝਾਅ ਜਿਹੜੇ ਲੋਕਾਂ ਤੱਕ ਪਹੁੰਚਾਉਣੇ ਚਾਹੁੰਦੇ ਹੋ ਤੇ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਇਸ ਦੇ ਨਾਲ ਨਾਲ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿ ਸਾਡੇ ਪ੍ਰੋਗਰਾਮ ਤੋਂ 2 ਤੋਂ 5 ਮਿੰਟ ਦੇ ਵਕਫੇ ਦੇ ਵਿੱਚ ਜਿਹੜਾ ਨਵਾਂ ਪ੍ਰੋਗਰਾਮ ਸਾਡਾ ਸ਼ੁਰੂ ਹੋਇਆ ਜ਼ਰਾ ਹਟ ਕੇ, ਉਸ ਦੇ ਵਿੱਚ ਅਮਰਜੀਤ ਚੀਮਾ ਜੀ ਜਿਹੜੇ ਆ ਉਹ ਅੱਜ ਫੋਨ ਦੇ ਉੱਤੇ ਥੋੜੇ ਜਿਹੇ ਗੱਲ ਕਰਨਗੇ MP ਸੁਖ ਧਾਰੀਵਾਲ ਹੋਣਾ ਦੇ ਨਾਲ। ਉਹਨਾਂ ਦੇ ਵਿਊ, ਉਹਨਾਂ ਕੋਲ ਕੁਝ ਜਾਣਕਾਰੀਆਂ ਲੈਣਗੇ, ਉਹ ਦੱਸਣਗੇ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਉਹ ਲੋਕਾਂ ਦੇ ਵਾਸਤੇ ਕੀ ਨਵੇਂ ਫੈਸਲੇ ਜਿਹੜੇ ਉਹ ਕਰਨ ਜਾ ਰਹੀ ਆ, ਜਾਂ ਜਿਹੜੇ ਫੈਸਲੇ ਕੀਤੇ ਨੇ ਉਹਨਾਂ ਨੂੰ ਕਿੱਦਾਂ ਉਹ ਇੰਪਲੀਮੈਂਟ ਕਰ ਰਹੇ ਨੇ ਜੀ। ਠੀਕ ਹੈ ਜੀ। ਤੇ ਮੈਂ ਦੱਸਣਾ ਚਾਹੁੰਦਾ ਕਿ
ਭਾਰਤ ਦੇ ਵਿੱਚ ਅਮਤੋਜ ਜੀ 2.0 ਲਾਕਡਾਊਨ ਜਿਹੜਾ ਉਹ ਅੱਜ ਤੋਂ ਸ਼ੁਰੂ ਹੋ ਗਿਆ। ਬਿਲਕੁਲ। ਕੀ ਕਹੋਗੇ ਇਹਦੇ ਬਾਰੇ ਜੀ? ਭਾਜੀ ਇੱਕ ਬਹੁਤ ਵਧੀਆ ਗੱਲ ਹੈਗੀ ਕਿ ਜਦੋਂ ਆਪਾਂ ਪਹਿਲੇ ਲੋਕਡਾਊਨ ਦੇ ਕਰਕੇ ਜਿੱਦਾਂ ਕਿ ਆਪਾਂ ਦੇਖਦੇ ਕਿ ਭਾਰਤ ਦੀ ਪੋਪੂਲੇਸ਼ਨ ਜਿਹੜੀ ਹੈਗੀ ਹੈ ਜੀ ਉਹ ਬਹੁਤ ਜ਼ਿਆਦਾ ਹੈ, ਜੀ। ਜਦਕਿ ਫਿਰ ਵੀ ਜੇ ਉੱਥੇ ਨੰਬਰ ਆਫ ਕੇਸਿਸ ਇੰਨੇ ਘੱਟ ਹੈ ਤਾਂ ਰੀਜ਼ਨ ਆਹੀ ਹੈ ਕਿ ਲੋਕਡਾਊਨ ਦਾ। ਜੇ ਤੁਸੀਂ ਲੋਕਡਾਊਨ ਹੱਲੇ ਵੀ ਚੱਕਦੇ ਪਏ ਹੋ ਤੇ ਜਿਹੜੇ ਆਪਾਂ ਨੰਬਰ ਦੇਖ ਰਹੇ ਸੀਗੇ ਸ਼ਾਇਦ 11,000 ਦੇ ਨੇੜੇ ਹੈ, ਜੀ ਉਹ 11,000 ਦੀ ਬਜਾਏ 1 ਲੱਖ ਉੱਪਰ ਟੱਪ ਜਾਂਦੇ। ਮੈਂ ਤੁਹਾਡੀ ਜਾਣਕਾਰੀ 'ਚ ਇਜ਼ਾਫਾ ਕਰਦਾ ਹਾਂ ਅਮਤੋਜ ਜੀ ਕਿ ਜਿਹੜੇ ਮੇਰੇ ਕੋਲ ਇਸ ਵੇਲੇ ਅੰਕੜੇ ਆਏ ਨੇ ਜੀ ਉਹਨਾਂ ਦੇ ਮੁਤਾਬਕ ਜੇ ਕਿ ਭਾਰਤ ਨੇ ਇਸ ਮਹਾਮਾਰੀ ਦੇ ਖਿਲਾਫ ਜੇ ਕਦਮ ਨਾ ਉਠਾਏ ਹੁੰਦੇ ਤਾਂ ਹੁਣ ਤੱਕ ਭਾਰਤ ਦੇ ਵਿੱਚ ਤਕਰੀਬਨ 10 ਤੋਂ 11 ਲੱਖ ਇਨਫੈਕਟਡ ਜੀ। ਲੋਕਾਂ ਦੇ ਕੇਸ ਜਿਹੜੇ ਉਹ ਸਾਹਮਣੇ ਆ ਚੁੱਕੇ ਹੁੰਦੇ ਹਨ। ਬਿਲਕੁਲ ਜੀ, 1 ਲੱਖ ਤੇ ਸ਼ੋਰਟ ਹੈ ਹੀ ਹੈ, ਜਿਹੜੇ ਹੋ ਹੀ ਜਾਣੇ ਸੀ, ਕਿਉਂਕਿ ਮੈਂ ਗੱਲ ਕਰ ਰਿਹਾ ਦਿੱਲੀ ਦੀ, ਜੀ ਮਹਾਰਾਸ਼ਟਰ ਦੀ। ਜੀ ਜੀ ਠੀਕ ਹੈ ਜੀ, ਹਲੇ ਇਹ ਏਰੀਆਜ਼ ਨੇ ਜਿੱਥੇ ਕਿ ਪੋਪੂਲੇਸ਼ਨ ਬਹੁਤ ਜ਼ਿਆਦਾ ਡੈਂਸ ਹੈਗੀ ਹੈ, ਜੀ, ਜਾਂ ਜੀ। ਪੁਣੇ ਕਹਿ ਲਓ ਵੀ ਸਾਊਥ ਵਾਲੇ ਪਾਸੇ ਕਈ ਜਗ੍ਹਾਵਾਂ ਨੇ, ਕੈਲਕਟਾ, ਬੈਂਗਲੌਰ, ਜਿੱਥੇ ਬਹੁਤ ਪੋਪੂਲੇਸ਼ਨ ਡੈਂਸ ਹੈ। ਪਰ ਇੱਕ ਹੋਰ ਫੈਕਟਰ ਜੇ ਆਪਾਂ ਇਹਦੇ 'ਚ ਦੇਖੀਏ ਕਿ ਕਿੱਥੋਂ ਇਹ ਬਿਮਾਰੀ ਜਿਹੜੀ ਹੈਗੀ ਹੈ ਜਾਂ ਵਾਇਰਸ ਹੈ ਕਿੱਥੋਂ ਜਾ ਰਿਹਾ ਉਹਨਾਂ ਜਗ੍ਹਾਵਾਂ ਤੇ। ਜੀ ਤੇ ਜਿਹੜੀ ਆਪਾਂ ਇਹ ਬੰਬੇ, ਕੈਲਕਟਾ ਵਗੈਰਾ ਕਹਿੰਦੇ ਉੱਥੇ ਟ੍ਰੇਡਿੰਗ ਜ਼ਰੂਰ ਚੱਲਦੀ ਹੈ, ਪਰ ਚਾਈਨੀਜ਼ ਪੋਪੂਲੇਸ਼ਨ ਦਾ ਆਣਾ ਜਾਣਾ ਜਾਂ ਫੋਰਨਰਸ ਦਾ ਆਣਾ ਜਾਣਾ ਬੰਬੇ ਤੱਕ ਸੀਮਿਤ ਹੈਗਾ, ਜਾਂ ਥੋੜਾ ਜੀ। ਜਿਹਾ ਦਿੱਲੀ ਤੱਕ ਹੈ, ਬਾਕੀ ਨਹੀਂ ਹੈਗਾ। ਜੀ ਸੋ ਮੈਨੂੰ ਲੱਗਦਾ 10 ਤੋਂ 12 ਲੱਖ ਸ਼ਾਇਦ ਇੱਕ ਬਹੁਤ ਵੱਡਾ ਨੰਬਰ ਹੋ ਜਾਂਦਾ ਕਹਿਣ ਨੂੰ, ਪਰ 1 ਲੱਖ ਤੇ ਫੋਰ ਸ਼ੋਰ ਹੈਗਾ ਇੰਨੇ ਕੁ ਬੰਦੇ ਤੇ ਇਨਫੈਕਟ ਹੋ ਹੀ ਜਾਣੇ ਸੀ। ਅਮਤੋਜ ਜੀ ਅੱਜ ਇੱਕ ਬੜੀ ਮੈਂ ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਗੱਲ ਵਾ ਉਹ ਬੜੀ ਖੌਫਨਾਕ ਵੀ ਕਹਿ ਸਕਦੇ ਹਾਂ ਸਾਂਝੀ ਕਰਨਾ ਚਾਹੁੰਦਾ ਕਿ ਮੁੰਬਈ ਦੇ ਵਿੱਚ ਤਕਰੀਬਨ ਕਹਿ ਸਕਦੇ ਹਾਂ ਕਿ 2 ਤੋਂ 2.5 ਹਜ਼ਾਰ ਮਜ਼ਦੂਰ ਜਿਹੜੇ ਨੇ ਉਹ ਇੱਕ ਰੇਲਵੇ ਸਟੇਸ਼ਨ ਦੇ ਉੱਪਰ ਆ ਕੇ ਖੜ ਗਏ। ਤੁਸੀਂ ਸੋਚ ਕੇ ਦੇਖੋ ਕਿ ਜਿੱਥੇ 2 ਬੰਦਿਆਂ ਦੇ ਇਕੱਠੇ ਹੋਣ ਦੇ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ, ਉਸ ਮਾਹੌਲ ਦੇ ਵਿੱਚ 2-2.5 ਹਜ਼ਾਰ ਬੰਦਾ ਰੇਲਵੇ ਸਟੇਸ਼ਨ ਦੇ ਉੱਪਰ ਆ ਕੇ ਇਕੱਠਾ ਹੋ ਗਿਆ ਕਿ ਉਹ ਜਿਹੜੇ ਵੀ ਸਟੇਟ ਨੂੰ ਬਿਲੋਂਗ ਕਰਦੇ ਨੇ ਜੀ ਉਹ ਕਹਿੰਦੇ ਸੀ ਕਿ ਅਸੀਂ ਆਪਣੇ ਘਰ ਜਾਣਾ ਚਾਹੁੰਦੇ ਹੁੰਦੇ ਹਾਂ। ਜੀ ਲੋਕਾਂ ਦੇ ਵਿੱਚ ਇੱਕ ਐਸੀ ਅਫਵਾਹ ਨੂੰ ਫੈਲਾਇਆ ਗਿਆ ਜਿਸ ਦੇ ਨਾਲ ਲੋਕ ਇਕੱਠੇ ਹੋਏ ਤੇ ਇੰਡੀਅਨ ਗਵਰਨਮੈਂਟ ਨੇ ਮੇਰਾ ਖਿਆਲ ਬੜਾ ਵਧੀਆ ਜਿਹੜਾ ਉਹ ਕੰਮ ਕੀਤਾ ਕਿ ਉਹ ਅਫਵਾਹ ਫੈਲਾਉਣ ਵਾਲਾ ਕੋਈ ਦੂਬੇ ਨਾਂ ਦਾ ਵਿਅਕਤੀ ਸੀ, ਉਸ ਨੂੰ ਵੀ ਮਿਡਨਾਈਟ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਹੁਣ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਜੀ? ਭਾਜੀ ਦੇਖੋ, ਇਹ ਬੇਸਿਕਲੀ ਕਿ ਇਹ ਡਿਮਾਂਡ ਇਹ ਅੱਜ ਦੀ ਨਹੀਂ ਕਿ ਨਿਊਜ਼ ਅੱਜ ਦਾ ਫਲੈਸ਼ ਹੋਈ ਹੈ ਕਿ 2000 ਬੰਦੇ ਉੱਥੇ 2.5 ਇਕੱਠੇ ਹੋ ਗਏ ਜੀ ਤੇ ਉਹਨਾਂ ਨੇ ਰੇਲਵੇ ਟਰੈਕਸ ਦੇ ਉੱਤੇ ਬਹਿ ਕੇ ਧਰਨਾ ਲਾਇਆ, ਜੋ ਵੀ ਕੀਤਾ। ਜੀ। ਇਹ ਨਿਊਜ਼ ਅੱਜ ਦੀ ਨਹੀਂ ਹੈ, ਬੜੀ ਪੁਰਾਣੀ ਨਿਊਜ਼ ਹੈ ਜਿਹੜੀ ਚੱਲਦੀ ਆ ਰਹੀ ਹੈ। ਇਹਨਾਂ ਨੇ ਗਵਰਨਮੈਂਟ ਨੂੰ ਬੜੀ ਵਾਰੀ ਰਿਕੁਐਸਟ ਕੀਤੀ ਹੈ ਜੀ ਕਿਉਂਕਿ ਹਰ ਬੰਦਾ ਜਿਹੜਾ ਉੱਥੇ ਫਸਿਆ ਹੋਇਆ ਆਪਣੇ ਘਰੇ ਜਾਣਾ ਚਾਹੁੰਦਾ, ਉਹ ਸੇਫ ਰਹਿਣਾ ਚਾਹੁੰਦਾ। ਜੀ। ਜੇ ਆਪਾਂ ਉਹਨਾਂ ਦੇ ਨਜ਼ਰੀਏ ਨਾਲ ਦੇਖੀਏ ਤੇ ਉਹ ਵੀ ਆਹੀ ਚਾਹੁੰਦੇ ਨੇ ਕਿ ਅਸੀਂ ਕਿਸੇ ਨੂੰ ਆ ਬਿਮਾਰੀ ਨਾ ਦਈਏ, ਜੀ ਅਸੀਂ ਵੀ ਆਪਦੇ ਘਰੇ ਜਾਈਏ ਤਾਂ ਆਈਸੋਲੇਸ਼ਨ ਚ ਰਹੀਏ। ਪਰ ਹੱਲੇ ਤੱਕ ਗਵਰਨਮੈਂਟ ਉਸ ਚੀਜ਼ ਨੂੰ ਇਗਨੋਰ ਕਰਦੀ ਰਹੀ ਹੈ। ਤੁਸੀਂ ਲੋਕਡਾਊਨ ਕੀਤਾ ਹੈ, ਬਿਲਕੁਲ ਠੀਕ ਹੈ, ਜੀ ਪਰ ਜਿਹੜਾ 2-2.5 ਹਜ਼ਾਰ ਬੰਦਾ ਉੱਥੇ ਇਸ ਵੇਲੇ ਫਸਿਆ ਉਹਦੇ ਚੋਂ ਇੱਕ ਵੀ ਕਰੋਨਾ ਪੋਜ਼ਿਟਿਵ ਨਿਕਲ ਆਇਆ ਤੇ ਉਹਨੇ ਸਾਰਿਆਂ ਨੂੰ ਇਨਫੈਕਟ ਕਰ ਦੇਣਾ ਹੈ। ਜੀ ਇਹ ਸੋਚ ਕੇ ਦੇਖਣਾ ਪਏਗਾ ਕਿ ਜੇ ਉਹ ਨਹੀਂ ਰਿਮੂਵ ਕਰਦੇ 2.5 ਹਜ਼ਾਰ ਬੰਦਿਆਂ ਨੂੰ, ਜੀ ਔਰ ਉਹ 2.5 ਹਜ਼ਾਰ ਨਹੀਂ, ਉਹਦੀ ਆਬਾਦੀ ਇਸ ਤੋਂ ਜ਼ਿਆਦਾ ਹੈਗੀ ਹੈ ਜੀ ਜਿਹੜੀ ਕਾਫੀ ਚਿਰਾਂ ਤੋਂ ਨਿਊਜ਼ ਆ ਰਹੀ ਹੈ। ਜੇ ਤੁਸੀਂ ਉਹਨਾਂ ਨੂੰ ਨਹੀਂ ਰਿਮੂਵ ਕਰਦੇ, ਇੱਕ ਵੀ ਪੋਜ਼ਿਟਿਵ ਕੇਸ ਆ ਗਿਆ ਤੇ ਉਹਦੇ ਇੱਕ ਤੇ 200 ਬਣਦੇ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ। ਜੀ ਮਤਲਬ ਦੇਖੋ, ਤੁਸੀਂ ਸੋਚਣ ਵਾਲੀ ਗੱਲ ਆ। ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਏਡੀ ਵੱਡੀ ਮਹਾਮਾਰੀ ਦੇ ਵਿੱਚ ਜਦੋਂ ਬਹੁਤ ਸਾਰੇ ਸਖਤ ਨਿਰਦੇਸ਼ ਨੇ ਸਰਕਾਰਾਂ ਵੱਲੋਂ, WHO ਵੱਲੋਂ ਜਾਂ ਜਿੰਨੇ ਵੀ ਦੇਸ਼ ਨੇ ਉਹਨਾਂ ਦਾ ਜਿਹੜਾ ਮੈਡੀਕਲ ਸਿਸਟਮ ਆ ਉਹਨਾਂ ਵੱਲੋਂ ਇੱਕ ਹਦਾਇਤ ਜਾਰੀ ਕੀਤੀ ਜਾ ਰਹੀ ਹੈ ਕਿ ਤੁਸੀਂ ਜਿੰਨਾ ਭੀੜ ਵਾਲੀਆਂ ਥਾਵਾਂ ਤੋਂ ਬਚ ਸਕਦੇ ਹੋ ਬਚੋ। ਦੋਸਤੋ, ਕਿਉਂ ਲਾਈਟ ਲੈ ਰਹੇ ਹੋ ਇਸ ਗੱਲ ਨੂੰ ਤੁਸੀਂ? ਬਹੁਤ ਸਾਰੇ ਲੋਕ, ਅਸੀਂ ਰੋਜ਼ ਗੱਲ ਕਰਦੇ ਹਾਂ, ਚੰਗੀ ਨਹੀਂ ਲੱਗਦੀ, ਸਾਨੂੰ ਵੀ ਚੰਗੀ ਨਹੀਂ ਲੱਗਦੀ ਵੀ ਇਹ ਗੱਲ ਅਸੀਂ ਰੋਜ਼ ਦੁਹਰਾਈਏ, ਕਿਉਂਕਿ ਇਹ ਸੁਣਨ ਵਾਲਿਆਂ ਨੂੰ ਵੀ ਸ਼ਾਇਦ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਇਹ ਚੰਗੀ ਗੱਲ ਨਾ ਲੱਗੇ, ਪਰੰਤੂ ਸਾਡਾ ਫਰਜ਼ ਹੈ। ਕਿਉਂ ਤੋਂ ਜੀ? ਸਾਡਾ ਫਰਜ਼ ਹੈ ਇਸ ਗੱਲ ਕਰਨਾ। ਕਿਉਂ ਜੀ? ਜੀ ਬਿਲਕੁਲ ਸਾਡਾ ਫਰਜ਼ ਹੈ, ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ, ਪਰ ਆਪਾਂ ਨੂੰ ਲੋਕਾਂ ਦੇ ਜਿਹੜੀ ਮੈਂਟੈਲਿਟੀ ਨੂੰ ਇਸ ਵੇਲੇ ਸਮਝਣਾ ਵੀ ਪਏਗਾ। ਜੋ ਭਾਰਤ 'ਚ ਹਾਲਾਤ ਹੋ ਰਹੇ ਨੇ, ਬੰਬੇ 'ਚ ਹਾਲਾਤ ਹੋ ਰਹੇ ਨੇ, ਕਿਤੇ ਨਾ ਕਿਤੇ ਸਰਕਾਰ ਉਹਦੇ ਲਈ ਜ਼ਿੰਮੇਵਾਰ ਹੈਗੀ ਹੈ। ਜੀ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਸੀਗੀ ਕਿ ਲੋਕਡਾਊਨ ਤੁਸੀਂ ਕੀਤਾ ਪਰ ਕੋਈ ਸਪੈਸ਼ਲ ਪ੍ਰੋਵੀਜ਼ਨ ਬਣਾਓ ਜੀ ਜਿਹਦੇ ਨਾਲ ਕਿ ਜਿੰਨੇ ਯਾਤਰੀ ਨੇ ਘੱਟੋ ਘੱਟ ਆਪਣੇ ਘਰ ਪਹੁੰਚ ਸਕਣ, ਸੇਫ ਹੋ ਸਕਣ, ਕਿਉਂਕਿ ਜੇ ਇੱਥੇ ਕੁਝ ਫੈਲ ਜਾਂਦਾ ਤੇ ਉਹਨੂੰ ਰੋਕਣਾ ਫਿਰ ਔਖਾ ਹੋ ਜਾਏਗਾ, ਕਿਉਂਕਿ ਅਲਟੀਮੇਟਲੀ ਇਹ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਵਾਪਸ ਜਾਣਾ ਹੈ। ਜੀ ਜੇ ਬਿਮਾਰੀ ਲੈ ਕੇ ਜਾਂਦੇ ਆ ਤੇ ਹੋ ਸਕਦਾ ਹੋਰ ਬਹੁਤ ਸਾਰੇ ਲੋਕਾਂ ਨੂੰ ਇਹ ਬਿਮਾਰੀ ਦੇ ਦੇਣ। ਪਰ ਅਸੀਂ ਦੂਜੇ ਪੱਖ ਨਾਲ ਤੋਂ ਜੀ ਇਸ ਗੱਲ ਨੂੰ ਸੋਚੀਏ ਕਿ ਜੇ ਸਰਕਾਰ ਨੇ ਫੈਸਲਾ ਲਿਆ ਵਾ ਉਹਨਾਂ ਲੋਕਾਂ ਨੂੰ ਉੱਥੇ ਰੱਖਣ ਦਾ, ਜੀ ਉਹਨਾਂ ਵਿੱਚ ਬਹੁਤ ਸਾਰੇ, ਮੈਂ ਨਹੀਂ ਕਹਿੰਦਾ ਕਿ ਜਿਹੜੇ ਲੋਕ ਨੇ ਤੰਦਰੁਸਤ ਨੇ,
ਜੇ ਕਿਤੇ ਕੋਈ 2-4 ਪੋਜ਼ਿਟਿਵ ਕੇਸ ਜਿਹੜੇ ਉਹ ਪਿੰਡਾਂ ਦੇ ਵਿੱਚ ਪਹੁੰਚ ਗਏ, ਜੀ ਉਹ ਪਿੰਡਾਂ ਦੇ ਪਿੰਡ ਤੁਹਾਨੂੰ ਪਤਾ ਹੈ ਕਿ ਜੇ ਇੱਕ ਪਿੰਡ ਦੇ ਵਿੱਚ ਪਹੁੰਚ ਗਈ, ਜੋ ਸਾਡੇ ਪਿੰਡਾਂ ਦਾ ਆਮ ਚਲਨ ਹੈ ਪੂਰੇ ਜੀ। ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਹੀ ਹੈ ਜੀ। ਤੇ ਜੇ ਸਰਕਾਰ ਦੇ ਉਸ ਪੱਖ ਨੂੰ ਵੀ ਦੇਖਿਆ ਜਾਏ, ਜੇ ਉਹਨਾਂ ਲੋਕਾਂ ਨੂੰ ਉੱਥੇ ਰੱਖਿਆ ਗਿਆ, ਠੀਕ ਹੈ, ਉਹਨਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਨਾ ਸਰਕਾਰ ਦਾ ਫਰਜ਼ ਹੈ। ਉਹਨਾਂ ਦਾ ਖਾਣਾ ਪੀਣਾ, ਉਹਨਾਂ ਦੀਆਂ ਜਿਹੜੀਆਂ ਸਿਹਤ ਸੁਵਿਧਾਵਾਂ ਨੇ ਜਾਂ ਬੇਸਿਕ ਨੀਡਸ ਨੇ ਜਿਹੜੀਆਂ, ਉਹ ਪੂਰਾ ਕਰਨਾ ਸਰਕਾਰ ਦਾ ਫਰਜ਼ ਬਣਦਾ। ਲੇਕਿਨ ਜੇ ਦੂਜੇ ਪੱਖ ਤੋਂ, ਕਿਉਂਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਜੇ ਆਪਾਂ ਦੂਜੇ ਪੱਖ ਨੂੰ ਵੀ ਦੇਖੀਏ, ਜੇ ਸਰਕਾਰਾਂ ਨੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਉੱਥੇ ਲੋਕਡਾਊਨ ਕੀਤਾ ਹੋਇਆ, ਜੇ ਉਹਨਾਂ ਦੇ ਵਿੱਚੋਂ ਕੁਝ ਮਰੀਜ਼ ਵੀ ਕਰੋਨਾ ਪੋਜ਼ਿਟਿਵ ਹੋਏ, ਤੇ ਮੇਰਾ ਖਿਆਲ ਜੇ ਉਹ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਗਏ ਤੇ ਨਫਰੀ ਜਿਹੜੀ ਹੈ ਬਹੁਤ ਵੱਡੀ ਹੋ ਸਕਦੀ ਹੈ। ਕਾਲੂ ਸਾਹਿਬ, ਇਹ ਤਾਂ ਦੂਜਾ ਪਾਸਾ ਦੇਖੋ, ਜੇ ਤੁਸੀਂ ਕਹਿੰਦੇ ਹੋ ਆਪਾਂ 2500 ਦੇ ਵਿੱਚੋਂ 10 ਕੇਸ ਪੋਜ਼ਿਟਿਵ ਨੇ ਜੀ, ਜੇ ਤੁਸੀਂ ਉਹਨਾਂ ਨੂੰ ਨਹੀਂ ਜਾਣ ਦਿੰਦੇ ਤੇ ਉਹ 10000 ਘੱਟੋ ਘੱਟ 2500 ਨੂੰ ਤੇ ਇਨਫੈਕਟ ਕਰਨਗੇ ਹੀ ਕਰਨਗੇ। ਜੀ ਜੀ, ਠੀਕ ਹੈ ਜੀ। ਜੇ ਤੁਸੀਂ ਉਹਨਾਂ ਨੂੰ ਘਰ ਭੇਜ ਦਿੰਦੇ ਤੇ ਆਰਡਰ ਦੇ ਦਿੰਦੇ ਤੁਹਾਨੂੰ 14 ਦਿਨ ਸੈਲਫ ਆਈਸੋਲੇਸ਼ਨ ਵਿੱਚ ਰਹਿਣਾ ਪਏਗਾ। ਜੇ ਤੁਸੀਂ ਉਹਨੂੰ ਤੋੜਦੇ ਤਾਂ ਤੁਹਾਨੂੰ ਬਹੁਤ ਮੋਟਾ ਫਾਈਨ ਕੀਤਾ ਜਾਊਗਾ। ਜੀ, ਫਿਰ ਵੀ ਸ਼ਾਇਦ ਪੋਪੂਲੇਸ਼ਨ ਘੱਟ ਇਨਫੈਕਟ ਹੋਵੇ। ਮਤਲਬ ਇਹ ਦੋ ਤਰ੍ਹਾਂ ਦੇ ਪਹਿਲੂ ਨੇ ਵੇਖੋ, ਜਿਨ੍ਹਾਂ ਦੇ ਉੱਪਰ ਸ਼ਾਇਦ ਜੇ ਅਸੀਂ ਬਹਿਸ ਕਰਨ ਲੱਗੀਏ ਤਾਂ ਮੇਰਾ ਖਿਆਲ ਕਿ ਸਾਰਾ ਦਿਨ ਹੀ ਇਸ ਗੱਲ ਦੇ ਉੱਪਰ ਨਿਕਲ ਜਾਵੇ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ WhatsApp ਨੰਬਰ ਹੈ, ਉਹ ਅਸੀਂ ਬਾਰ-ਬਾਰ ਤੁਹਾਡੇ ਸਾਹਮਣੇ ਫਲੈਸ਼ ਕਰ ਰਹੇ ਹਾਂ ਜੀ ਆਪਣਾ ਨੰਬਰ, ਕਿਉਂਕਿ ਅੱਜ ਸਾਰਾ ਦਿਨ ਸਾਡੇ ਨਾਲ ਬਹੁਤ ਸਾਰੇ ਦਰਸ਼ਕ ਜਿਹੜੇ ਸੀ, ਜਦੋਂ ਪ੍ਰੋਗਰਾਮ ਦਾ ਰਿਪੀਟ ਟੈਲੀਕਾਸਟ ਹੋ ਰਿਹਾ ਸੀ, ਉਹਨਾਂ ਨੇ ਸਾਨੂੰ ਬਹੁਤ ਸਾਰੇ ਮੁਲਕਾਂ ਤੋਂ, ਕੈਨੇਡਾ ਤੋਂ, ਬਹੁਤ ਸਾਰੀਆਂ ਸਟੇਟਸ ਤੋਂ ਉਹਨਾਂ ਨੇ ਸਾਨੂੰ ਕਾਲ ਕੀਤੀ, ਆਪਣੇ ਵਿਊਜ਼ ਦੱਸੇ। ਤੇ ਮੈਂ ਬੇਨਤੀ ਕੀਤੀ ਸੀ ਕਿ ਜਦੋਂ ਵੀ ਅਸੀਂ ਲਾਈਵ ਹੁੰਨੇ ਆ, ਪਲੀਜ਼ ਤੁਸੀਂ ਉਦੋਂ ਸਾਡੇ ਨਾਲ ਵਿਚਾਰ ਦੀ ਸਾਂਝ ਪਾਇਓ। ਤੇ ਅਜੇ ਅਸੀਂ ਲਾਈਵ ਹੋਇਆ ਨੂੰ ਥੋੜਾ ਟਾਈਮ ਹੋਇਆ, ਮੇਰਾ ਖਿਆਲ ਬਹੁਤ ਸਾਰੇ ਦਰਸ਼ਕ ਜਿਹੜੇ ਆ ਉਹ ਅਜੇ ਸਾਡੇ ਨਾਲ ਜੁੜਨਗੇ ਥੋੜੇ ਟਾਈਮ ਤੱਕ। ਅਮਤੋਜ ਜੀ, ਦੂਜੀ ਗੱਲ ਇਹ ਆ, 3 ਮਈ ਤੱਕ ਜਿਹੜੀਆਂ ਟ੍ਰੇਨਾਂ, ਮੈਟਰੋ ਜੀ, ਹਵਾਈ ਜਹਾਜ਼, ਸਾਰਾ ਕੁਝ ਬੰਦ ਕਰ ਦਿੱਤਾ ਗਿਆ। ਸਰਕਾਰ ਦਾ ਇਹ ਫੈਸਲਾ ਜਿਹੜਾ ਉਹ ਕਿਤੇ ਨਾ ਕਿਤੇ ਤੁਹਾਨੂੰ ਠੀਕ ਲੱਗਦਾ? ਭਾਜੀ ਕਿਸੇ ਹੱਦ ਤੱਕ ਠੀਕ ਵੀ ਹੈ, ਪਰ ਆਪਾਂ ਜਿਹੜੀ ਕੱਲ ਇੱਕ ਮੁੱਦਾ ਚੱਕਿਆ ਸੀ ਕਿ ਇਕਨੋਮੀ ਜਿਹੜੀ ਹੈਗੀ ਹੈ ਜੀ, ਉਹਦੇ ਨੂੰ ਬਹੁਤ ਜ਼ਿਆਦਾ ਫਰਕ ਪਏਗਾ ਇਸ ਚੀਜ਼ ਦੇ ਨਾਲ ਕਿ ਜਿਹੜਾ ਰੈਵਨਿਊ ਹੈ, ਜਿਹੜਾ ਕਿ ਰੇਲਵੇ ਸਟੇਸ਼ਨ ਤੋਂ, ਰੇਲਵੇ ਤੋਂ ਜਿਹੜਾ ਰੈਵਨਿਊ ਆਉਂਦਾ ਹੈ ਜਾਂ ਫਲਾਈਟਸ ਤੋਂ ਰੈਵਨਿਊ ਆਉਂਦਾ, ਫਲਾਈਟਸ ਵਾਲਾ ਰੈਵਨਿਊ ਚਲੋ ਪਹਿਲਾਂ ਹੀ ਘਟਿਆ ਹੋਇਆ ਜੀ ਜੀ ਜੀ, ਪਰ ਜਿਹੜਾ ਰੇਲਵੇ ਤੋਂ ਜਿਹੜਾ ਰੈਵਨਿਊ ਆ ਰਿਹਾ ਹੈ, ਵੈਸੇ ਰੈਵਨਿਊ ਆ ਰਿਹਾ ਹੈ ਬਾਕੀ ਚੀਜ਼ਾਂ ਤੋਂ ਜੀ, ਉਹ ਘਟ ਜਾਏਗਾ, ਜਿਹਦੇ ਨਾਲ ਕਿ ਅਲਟੀਮੇਟਲੀ ਕੀ ਹੋਏਗਾ, ਤੁਸੀਂ ਕਰੋਨਾ ਨੂੰ ਤੇ ਪਾਰ ਕਰ ਲਓਗੇ ਜੀ, ਪਰ ਆਪਾਂ ਨੂੰ ਪਤਾ ਹੈ ਕਿ ਦੇਸ਼ ਵਿੱਚ ਗਰੀਬ ਲੋਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਜੇ ਉਹਨਾਂ ਨੂੰ ਕੱਲ ਨੂੰ ਇਕਨੋਮੀ ਥੱਲੇ ਜਾਂਦੀ ਹੈ ਤਾਂ ਉਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਮਿਲੇਗੀ, ਬਿਜ਼ਨਸ ਥੱਲੇ ਜਾਣ ਕੇ, ਤੇ ਕਿਤੇ ਨਾ ਕਿਤੇ ਜਿਹੜੀ ਸੁਸਾਈਡਲ ਰੇਟ ਹੈਗੀ ਹੈ ਜੀ, ਉਹ ਬਹੁਤ ਉੱਪਰ ਚਲੀ ਜਾਏਗੀ। ਇਹ ਵੀ ਇੱਕ ਪੱਖ ਕਿਤੇ ਨਾ ਕਿਤੇ ਸਰਕਾਰ ਨੂੰ ਦੇਖਣਾ ਪਏਗਾ। ਮੈਨੂੰ ਇੰਨਾ ਕੁ, ਮੈਂ ਜਿੰਨੀ ਕੁ ਮੇਰੀ ਨੌਲੇਜ ਹੈਗੀ ਉਸ ਹਿਸਾਬ ਨਾਲ ਮੈਂ ਇੰਨਾ ਕੁ ਜਾਣਦਾ ਕਿ ਸਰਕਾਰ ਕੋਲੇ ਹਮੇਸ਼ਾ ਰਿਜ਼ਰਵ ਪੈਸਾ ਪਿਆ ਹੁੰਦਾ ਜੀ, ਬਿਲਕੁਲ। ਇਸ ਵੇਲੇ ਸਿਆਣਾ ਪਾ ਹੋਊਗੀ ਕਿ ਉਹ ਜਿਹੜਾ ਰਿਜ਼ਰਵ ਪੈਸਾ ਹੈ ਉਹ ਤੁਸੀਂ ਕਿਸ ਹਿਸਾਬ ਨਾਲ ਯੂਜ਼ ਕਰਦੇ, ਜਾਂ ਤੇ ਤੁਸੀਂ ਉਹਨਾਂ ਨੂੰ, ਜਿਹੜੇ ਇੰਡਸਟਰੀਅਲਿਸਟ ਨੇ ਜਿਨ੍ਹਾਂ ਨੂੰ ਅੱਗੇ ਪੈਸੇ ਦੇ ਕੇ ਜਿਹੜਾ ਦੇਸ਼ਾਂ ਚੋਂ ਬਾਹਰ ਕੱਢਦੇ ਰਹਿੰਦੇ ਨੇ ਜੀ, ਜੇ ਤੇ ਉਹੀ ਕੰਮ ਫੇਰ ਕਰ ਦੇਣਾ ਵਾ, ਫਿਰ ਤੇ ਕੋਈ ਫਾਇਦਾ ਹੀ ਨਹੀਂਗਾ। ਫਿਰ ਤੇ ਜਿੰਨੇ ਮਰਜ਼ੀ ਲਾਕਡਾਊਨ ਕਰੀ ਜਾਓ, ਅਲਟੀਮੇਟਲੀ ਜਿਹੜਾ ਡੈਥ ਰੇਟ ਹੀ ਇੰਨਾ ਵੱਧ ਜਾਏਗਾ ਜਾਂ ਸੁਸਾਈਡਲ ਰੇਟ ਇੰਨਾ ਵੱਧ ਜਾਏਗਾ ਕਿ ਕਰੋਨਾ ਦੀ ਜਿਹੜੀਆਂ ਮੌਤਾਂ ਉਹਨੂੰ ਪਿੱਛੇ ਛੱਡ ਜਾਏਗਾ। ਅਮਤੋਜ ਜੀ, ਅਰਬਾਂ ਰੁਪਈਆ ਜਿਹੜਾ ਉਹ ਜਿਹੜੇ ਉਦਯੋਗਿਕ ਘਰਾਣਿਆਂ ਦੇ ਨਾਲ ਜਾਂ ਫਿਲਮੀ ਸਿਤਾਰਿਆਂ ਨੇ ਜੀ ਭਾਰਤ ਗਵਰਨਮੈਂਟ ਨੂੰ ਜਿਹੜਾ ਵਾ ਉਹ ਡੋਨੇਸ਼ਨ ਦਿੱਤਾ ਜਾਂ ਦਾਨ ਕੀਤਾ ਲੋਕਾਂ ਦੇ ਵਾਸਤੇ, ਜਿਸ ਤਰ੍ਹਾਂ ਇਹ 2500 ਮਜ਼ਦੂਰ ਜਿਹੜਾ ਇਕੱਠਾ ਹੋ ਕੇ ਬਾਹਰ ਆ ਗਿਆ, ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੀ ਇਹ ਸ਼ਿਕਾਇਤ ਸੀ ਕਿ ਸਾਨੂੰ ਖਾਣਾ ਵੀ ਪ੍ਰੋਵਾਈਡ ਜਿਹੜਾ ਉਹ ਨਹੀਂ ਹੋ ਰਿਹਾ। ਫਿਰ ਉਹ ਆਖਰ ਉਹ ਪੈਸਾ ਜਾ ਕਿੱਥੇ ਰਿਹਾ? ਕਾਲੂ ਸਾਹਿਬ, ਇਹ ਦੇਖੋ, ਇਹ ਪੁੱਛਣਾ ਹੀ ਮੈਨੂੰ ਲੱਗਦਾ ਸਵਾਲ ਹੀ ਸ਼ਾਇਦ ਗਲਤ ਹੋਏਗਾ ਜਿਹੜਾ ਆਪਾਂ ਤੁਸੀਂ ਮੈਨੂੰ ਸਵਾਲ ਪੁੱਛਿਆ। ਇਹ ਤੁਹਾਨੂੰ ਵੀ ਪਤਾ ਕਿੱਥੇ ਜਾਂਦਾ ਤੇ ਸਾਨੂੰ ਵੀ ਪਤਾ ਕਿੱਥੇ ਜਾਂਦਾ, ਤੇ ਸਾਰੀ ਮੈਨੂੰ ਲੱਗਦਾ ਇੰਡੀਆ 'ਚ ਸ਼ਾਇਦ ਬੱਚਾ ਕੋਈ 5-7-10 ਸਾਲ ਦਾ ਵੀ ਬੱਚਾ ਹੋਊਗਾ, ਉਹਨੂੰ ਵੀ ਪਤਾ ਕਿ ਪੈਸੇ ਕਿੱਥੇ ਜਾਂਦੇ ਨੇ। ਠੀਕ ਹੈ ਜੀ। ਜਿਹੜੇ ਡੋਨੇਸ਼ਨ ਦੇਣ ਵਾਲੇ ਨੇ ਉਹਨਾਂ ਨੇ ਤੇ ਡੋਨੇਟ ਕਰਤਾ, ਪਰ ਅੱਗੇ ਸਰਕਾਰ ਤੇ ਹੁਣ ਜਿਹੜੀ ਇੰਡੀਆ ਦੀ ਪੋਪੂਲੇਸ਼ਨ ਹੈਗੀ ਆ, ਹੁਣ ਚਲੋ ਮੈਂ ਥੋੜਾ ਜਿਹਾ ਇੱਥੇ ਤਿੱਖੇ ਵਰਡ ਵੀ ਯੂਜ਼ ਕਰ ਲੈਣਾ, ਕਦੀ ਕਿਸੇ ਨੇ RTI ਪਾ ਕੇ ਕਦੀ ਕੁਝ ਪੁੱਛਿਆ ਨਹੀਂ ਜੀ, ਜਦ ਕਿ ਜੇ ਇੰਡੀਆ ਦੀ ਪੋਪੂਲੇਸ਼ਨ ਵਿੱਚ ਹਰੇਕ ਬੰਦਾ ਇੱਕ ਛੋਟੀ ਜਿਹੀ RTI ਪਾਵੇ ਤਾਂ ਸਰਕਾਰ ਨੂੰ ਹਰੇਕ RTI ਦਾ ਜਵਾਬ ਦੇਣਾ ਹੀ ਪਏਗਾ ਜੀ। ਠੀਕ ਹੈ ਜੀ। ਕੋਈ ਨਾ ਕੋਈ ਪੇਪਰ ਤੇ ਆਉਣਗੇ ਮੂਰੇ, ਕੁਝ ਨਾ ਕੁਝ ਤੇ ਆਏਗਾ, ਪਰ ਆਪਾਂ ਕੁਝ ਨਹੀਂ ਕਰਨਾ। ਆਪਾਂ ਚਲੋ ਭਾਣਾ ਮੰਨ ਲੈਣਾ ਵੀ ਚਲੋ ਠੀਕ ਹੈ ਤੇ ਇਦਾਂ ਹੀ ਕਰਦੇ ਨੇ, ਇਦਾਂ ਹੀ ਹੋਏਗਾ, ਇਦਾਂ ਹੀ ਹੋਣਾ, ਪਰ ਆਪਾਂ ਨੂੰ ਵੀ ਪਤਾ, ਮੈਨੂੰ ਪਤਾ, ਤੁਹਾਨੂੰ ਵੀ ਪਤਾ, ਸਾਰੀ ਇੰਡੀਆ ਨੂੰ ਪਤਾ ਕਿ ਪੈਸਾ ਕਿੱਥੇ ਜਾਂਦਾ ਜੀ। ਮਤਲਬ ਇਹਦਾ ਮਤਲਬ ਸਾਡੀ ਸੋਚ ਸਿਰਫ ਇੰਨੀ ਕੁ ਸੀਮਤ ਰਹਿ ਗਈ ਆ ਕਿ ਜੇ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਮਿਲਦੀ ਹੈ ਤੇ ਸਰਕਾਰ ਚੰਗੀ, ਤੇ ਜੇ ਸਰਕਾਰ ਪੈਸੇ ਖਾ ਗਈ ਫਿਰ ਸਰਕਾਰ ਮੰਦੀ। ਅਸੀਂ ਖੁਦ ਕੋਈ ਐਕਟ ਜਾਂ ਖੁਦ ਕੋਈ ਜਿਹੜਾ ਕਹਿ ਸਕਦੇ ਹਾਂ ਕਿ ਉਪਰਾਲਾ
ਉਹ ਨਹੀਂ ਕਰਦੇ। ਨਹੀਂ ਬਿਲਕੁਲ ਨਹੀਂ, ਕਿਉਂਕਿ ਆਪਣੀ ਆਦਤ ਬਣ ਗਈ ਹੈ ਜੀ ਸਰਕਾਰ ਨੂੰ ਬਲੇਮ ਕਰੀ ਜਾਣਾ ਆਪਾਂ ਜੀ ਆਪਾਂ ਉਹਦੇ ਤੇ ਐਕਟ ਨਹੀਂ ਕਰਨਾ। ਜਦ ਆਰਟੀਆਈ ਆਪਣਾ ਹੱਕ ਹੈਗਾ, ਹੋਰ ਵੀ ਬਹੁਤ ਸਾਰੇ ਹੱਕ ਹੈਗੇ ਨੇ ਜਿਹੜੇ ਆਪਾਂ ਇਗਨੋਰ ਕਰ ਦਿੰਨੇ ਆ। ਜੀ ਜਿਹੜੇ ਆਪਣੇ ਜਿਹੜੇ ਕਬੀਲੇ ਵਾਲੀ ਜਿਹੜੀ ਸੋਚ ਹੈ ਕਿ ਵੀ ਕਬੀਲੇ ਦਾ ਇੱਕ ਸਰਦਾਰ ਹੈ ਉਹ ਸਾਰਾ ਕੁਝ ਕਰੇਗਾ, ਜੀ ਜਦੋਂ ਆਪਾਂ ਉਹਨਾਂ ਤੇ ਡਿਪੈਂਡੈਂਟ ਹੋ ਜਾਾਂਗੇ, ਆਪਣੀ ਸੋਚ ਨੂੰ ਆਪਾਂ ਬਲੌਕ ਕਰ ਲਾਂਗੇ ਤੇ ਉਦੋਂ ਕੁਝ ਨਹੀਂ ਹੋ ਸਕਦਾ। ਤੇ ਖਾਸ ਕਰ ਜਿਹੜਾ ਇੰਡੀਆ ਦਾ ਯੂਥ ਹੈ, ਇੰਡੀਆ ਦੇ ਵਿੱਚ ਯੂਥ ਸਭ ਤੋਂ ਜ਼ਿਆਦਾ ਹੈ ਦੁਨੀਆ ਦੇ ਵਿੱਚ। ਜੇ ਯੂਥ ਅੱਗੇ ਆ ਕੇ ਕੁਝ ਇਨੀਸ਼ੀਏਟਿਵ ਲਵੇ, ਸਰਕਾਰ ਤੋਂ ਸਵਾਲ ਪੁੱਛਣਾ ਸ਼ੁਰੂ ਕਰੇ, ਜੀ ਤੇ ਮੈਨੂੰ ਨਹੀਂ ਲੱਗਦਾ ਸਰਕਾਰ ਨੂੰ ਭੱਜਣ ਨੂੰ ਕੋਈ ਰਾਹ ਹੁੰਦਾ। ਜੀ ਬਿਲਕੁਲ। ਠੀਕ ਹੈ ਜੀ। ਸਾਡੇ ਨਾਲ ਇਸ ਵੇਲੇ ਬਹੁਤ ਸਾਰੇ ਦਰਸ਼ਕ ਜਿਹੜੇ ਉਹ ਜੁੜ ਚੁੱਕੇ ਨੇ। ਮੈਂ ਪ੍ਰਭਜੋਤ ਸਿੰਘ, ਅਸ਼ੀਸ਼ ਢੰਡ, ਪਰਮਿੰਦਰ ਧਾਰੀਵਾਲ, ਕਰਮਵੀਰ ਸੰਧੂ ਜੀ, ਇਹਨਾਂ ਦਾ ਸਵਾਗਤ ਕਰਦਾ ਜੀ। ਇਹ ਸਾਰੇ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਤੇ ਕੋਸ਼ਿਸ਼ ਕਰਾਂਗੇ ਜਿਵੇਂ ਜਿਵੇਂ ਦਰਸ਼ਕਾਂ ਦੀਆਂ ਕਾਲਾਂ ਆਉਣਗੀਆਂ ਤੁਹਾਡੇ ਰੂਬਰੂ ਉਹ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਮਤੋਜ ਜੀ। ਜੀ ਮੇਰੇ ਕੋਲ ਇੱਕ ਕਮੈਂਟ ਵੀ ਆਇਆ ਜੀ, ਅਸ਼ੀਸ਼ ਢੰਡ ਜੀ ਕਹਿ ਰਹੇ ਨੇ ਵੀ ਮਸਟ ਐਪਰੀਸ਼ੀਏਟ ਦੀ ਲੋਕਡਾਊਨ as economy can be managed if humanity survives। ਕਹਿ ਰਹੇ ਨੇ ਜੇ ਤੇ ਲੋਕਡਾਊਨ ਦਾ ਬਹੁਤ ਐਪਰੀਸ਼ੀਏਟ ਕਰਨਾ ਚਾਹੀਦਾ। ਜੇ ਲੋਕ ਰਹਿਣਗੇ ਤਾਂ ਇਕਨੋਮੀ ਠੀਕ ਹੋ ਹੀ ਜਾਏਗੀ। ਢੰਡ ਸਾਹਿਬ, ਇੰਡੀਆ ਦੀ ਇਕਨੋਮੀ ਬਹੁਤ ਜ਼ਿਆਦਾ ਵੱਡੀ ਇਕਨੋਮੀ ਹੈ। ਜੇ ਕਿਤੇ ਇਕਨੋਮੀ ਇਸ ਵੇਲੇ ਜੇ ਤੁਸੀਂ ਕਹਿੰਦੇ ਹੋ 6 ਮਹੀਨੇ ਜੇ ਇਕਨੋਮੀ ਥੱਲੇ ਚੱਲ ਗਈ, ਤੇ ਮੈਂ ਤੁਹਾਨੂੰ ਗਾਰੰਟੀ ਦੇ ਸਕਦਾ ਜਿਹੜੀਆਂ ਮੌਤਾਂ ਕਰੋਨਾ ਵਾਇਰਸ ਨਾਲ ਹੋ ਰਹੀਆਂ ਨੇ ਉਹਨਾਂ ਦਾ ਨੰਬਰ ਬਹੁਤ ਥੱਲੇ ਰਹਿ ਜਾਏਗਾ। ਤਾਂ ਸੁਸਾਈਡਲ ਮੌਤਾਂ ਦਾ ਜਿਹੜੀ ਨੰਬਰ ਹੈਗੇ ਨੇ ਉਹ ਇਹ ਤੋਂ 10 ਗੁਣਾ ਹੋ ਜਾਣਗੇ। ਤੁਸੀਂ ਇਹ ਦੇਖ ਸਕਦੇ ਆਉਣ ਵਾਲੇ ਟਾਈਮ ਜੀ ਅਮਤੋਜ ਜੀ, ਇੱਕ ਗੱਲ ਬੜੀ ਹੈਰਾਨੀਜਨਕ ਦੇਖਣ ਵਾਲੀ ਆਈ ਹੈ ਕਿ ਪੂਰੇ ਇੰਡੀਆ ਨਹੀਂ ਪੂਰੇ ਵਰਲਡ ਦੇ ਵਿੱਚ ਇਹ ਗੱਲ ਮਤਲਬ ਇਹ ਜ਼ਿਕਰਯੋਗ ਹੈ। ਮੈਂ ਅੱਜ ਬਹੁਤ ਸੋਸ਼ਲ ਮੀਡੀਆ ਦੇ ਉੱਪਰ ਇਸ ਗੱਲ ਦਾ ਜ਼ਿਕਰ ਬਾਰ-ਬਾਰ ਸੁਣਿਆ, ਜਿਹੜੀਆਂ ਨੈਚੁਰਲ ਮੌਤਾਂ ਹੋ ਰਹੀਆਂ ਨੇ ਜੀ, ਉਹਨਾਂ ਦੀ ਨਫਰੀ, ਉਹਨਾਂ ਦੇ ਕਾਰਨ ਜਾਂ ਉਹਨਾਂ ਦੇ ਰੇਟ ਦੇ ਵਿੱਚ ਬਹੁਤ ਫਰਕ ਆਇਆ ਜੀ। ਕਿਉਂ ਫਰਕ ਆਇਆ, ਇਸ ਗੱਲ ਦੀ ਸਮਝ ਅਜੇ ਤੱਕ ਨਾ ਸਰਕਾਰਾਂ ਨੂੰ ਲੱਗੀ ਹੈ ਤੇ ਨਾ ਲੋਕਾਂ ਨੂੰ ਖੁਦ ਹੀ ਲੱਗੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ ਬਾਰੇ? ਭਾਜੀ, ਜਿਹੜੀ ਨੈਚੁਰਲ ਮੌਤਾਂ ਨੇ, ਦੇਖੋ ਕੋਈ ਵੀ ਰੀਜ਼ਨ ਹੋ ਸਕਦਾ, ਕੋਈ ਬਿਮਾਰ ਨੇ, ਕਿਉਂਕਿ ਇੰਡੀਆ ਵਿੱਚ ਜੇ ਆਪਾਂ ਕਹਿੰਦੇ ਯੂਥ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਤੇ ਬਜ਼ੁਰਗਾਂ ਦੀ ਪੋਪੂਲੇਸ਼ਨ ਵੀ ਕਾਫੀ ਜ਼ਿਆਦਾ ਹੈ, ਅਬਾਊਟ 30% ਹੈਗੀ ਹੈ। ਤੇ ਇੰਡੀਆ ਵਿੱਚ ਜਿਹੜੀ ਬਰਥ ਐਂਡ ਡੈਥ ਰੇਟ ਹੈਗਾ ਉਹ ਹਮੇਸ਼ਾ ਹੀ ਸ਼ੁਰੂ ਤੋਂ ਹੀ ਬਹੁਤ ਹਾਈ ਰਹੇ ਨੇ, ਕੋਈ ਨਵਾਂ ਨੰਬਰ ਨਹੀਂ ਹੈਗਾ ਜੀ। ਮੇਬੀ ਹੁਣ ਇਸ ਵੇਲੇ ਕੀ ਹੋ ਗਿਆ, ਐਕਸੀਡੈਂਟ ਬਹੁਤ ਜ਼ਿਆਦਾ ਘਟ ਗਏ ਨੇ ਜੀ। ਠੀਕ ਹੈ ਜੀ, ਲੋਕ ਸਫਰ ਘੱਟ ਕਰ ਰਹੇ ਨੇ, ਲੋਕ ਦਵਾਈਆਂ ਘੱਟ ਖਾ ਰਹੇ ਨੇ ਕਿਉਂਕਿ ਕੈਮਿਸਟ ਕੋ ਜਾ ਨਹੀਂ ਪਾ ਰਹੇ ਜੀ। ਤੇ ਇਸ ਕਰਕੇ ਹੋ ਸਕਦਾ ਡੈਥ ਰੇਟ ਕਿਤੇ ਘਟ ਗਿਆ। ਨਹੀਂ ਮਤਲਬ ਕੁਝ ਮੌਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ ਜਿਹੜੀਆਂ ਬਿਮਾਰੀਆਂ ਦੇ ਨਾਲ ਹੁੰਦੀਆਂ ਸੀ, ਕੋਈ ਕਿਸੇ ਨੂੰ ਹਾਰਟ ਅਟੈਕ ਆ ਗਿਆ, ਕਿਸੇ ਦਾ ਬੀਪੀ ਵੱਧ ਹੋ ਗਿਆ, ਉਹਨੂੰ ਕੋਈ ਪ੍ਰੋਬਲਮ ਆ ਗਈ ਇਦਾਂ ਦੀ, ਮਤਲਬ ਇਦਾਂ ਦੀਆਂ ਮੌਤਾਂ ਦੀ ਗਿਣਤੀ ਜਿਹੜੀ ਉਹਦੇ ਵਿੱਚ ਲਗਾਤਾਰ ਕਮੀ ਆਈ ਹੈ। ਕਿਉਂਕਿ ਜਿਹੜੇ ਡੈਥ ਤੁਹਾਡੀ ਐਕਸੀਡੈਂਟਸ ਨਾਲ ਹੁੰਦੀ ਸੀ ਇੰਡੀਆ 'ਚ ਹਜ਼ਾਰਾਂ ਐਕਸੀਡੈਂਟ ਉਹ ਵੱਖਰੇ ਹੋ ਗਏ। ਆਪਾਂ ਐਕਸੀਡੈਂਟ ਵਾਲੀਆਂ ਡੈਥ ਜਿਹੜੀਆਂ ਉਹਨਾਂ ਨੂੰ ਬਿਲਕੁਲ ਇੱਕ ਉਹਨਾਂ ਦਾ ਚਲੋ ਉਹਨਾਂ ਨੂੰ ਵੱਖਰਾ ਕਰ ਲੈਂਦੇ ਨੇ, ਸੈਕੰਡ ਕੈਟਾਗਰੀ ਆ ਜਾਂਦੀ ਹੈ ਜਿਹੜੀ ਬਿਮਾਰੀ ਨਾਲ। ਮੇਰਾ ਕਹਿਣ ਦਾ ਭਾਵ ਜੇ ਤੁਸੀਂ ਸਮਝੋ ਤੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਲੋਕ ਲਗਾਤਾਰ ਦਵਾਈਆਂ ਦਾ ਸੇਵਨ ਕਰ ਰਹੇ ਸੀ, ਚਾਹੇ ਉਹਨਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਸੀ ਜਾਂ ਕੋਈ ਸਮਥਿੰਗ ਕਿਸੇ ਨੂੰ ਲਿਵਰ ਦੀ ਸੀ, ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਸੀ, ਉਹਨਾਂ ਦੀ ਡੈਥ ਰੇਟ ਜਿਹੜਾ ਉਹਦੇ ਵਿੱਚ ਬੜਾ ਫਰਕ ਆਇਆ। ਕਿ ਉਹਨਾਂ ਦੀ ਮੌਤ ਦਾ ਕਾਰਨ ਦਵਾਈਆਂ ਸੀ? ਨਹੀਂ ਕਾਲੂ ਸਾਹਿਬ, ਇੱਥੇ ਦੋ ਫੈਕਟਰ ਆਣਗੇ ਕਿ ਕਿੱਥੇ ਡੈਥ ਹੁੰਦੀ ਸੀਗੀ। ਪਹਿਲੇ ਡੈਥ ਹੁੰਦੀ ਸੀ ਜਿਹੜੀ ਕਿ ਤੁਹਾਡੀ ਹਸਪੀਟਲ 'ਚ ਹੁੰਦੀ ਸੀ, ਜਿਹੜੀ ਰਿਪੋਰਟ ਹੁੰਦੀ ਸੀਗੀ ਜੀ। ਤੇ ਜਿੱਦਾਂ ਆਪਾਂ ਰੂਰਲ ਪੋਪੂਲੇਸ਼ਨ, ਆਪਣੀ 70% ਪੋਪੂਲੇਸ਼ਨ ਰੂਰਲ ਹੈਗੀ ਹੈ ਜੀ, ਇਸ ਵੇਲੇ ਕੀ ਹੈ ਜਿਹੜੀ ਘਰਾਂ ਵਿੱਚ ਮੌਤਾਂ ਹੋ ਰਹੀਆਂ, ਰਿਪੋਰਟ ਨਹੀਂ ਹੋ ਰਹੀਆਂ। ਇਹ ਉਦੋਂ ਪਤਾ ਲੱਗੇਗਾ ਲੋਕਡਾਊਨ ਖਤਮ ਹੋਣ ਤੋਂ ਬਾਅਦ, ਜਦੋਂ ਡੈਥ ਸਰਟੀਫਿਕੇਟ ਇਸ਼ੂ ਕਰਵਾਏ ਜਾਣਗੇ। ਅਮਤੋਜ ਜੀ, ਸਾਡੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਸਾਡੇ ਪੱਤਰ ਪ੍ਰੇਰਕ ਜਿਹੜੇ ਨੇ ਤਕਰੀਬਨ ਪੰਜਾਬ ਭਰ ਦੇ ਵਿੱਚ ਨੇ ਜੀ, ਉਹ ਅਕਸਰ ਉਹਨਾਂ ਨੂੰ ਚਲੋ ਪਰਮਿਸ਼ਨ ਸਰਕਾਰ ਕੋਲੋਂ ਮਿਲੀ ਹੈ ਕਿ ਉਹ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਹਾਲਾਤ ਨੇ ਉਹਨਾਂ ਦੇ ਉੱਤੇ ਨਜ਼ਰ ਰੱਖਦੇ ਨੇ, ਸਾਨੂੰ ਵੀ ਜਾਣੂ ਕਰਵਾਉਂਦੇ ਨੇ ਉਹਨਾਂ ਦੇ ਨਾਲ। ਇਹ ਇੱਕ ਬਹੁਤ ਵੱਡਾ ਫੈਕਟ ਹੈ ਕਿ ਵਾਕਿਆ ਹੀ ਇਸ ਤਰ੍ਹਾਂ ਦੀਆਂ ਮੌਤਾਂ ਦੇ ਵਿੱਚ ਰਿਐਲਿਟੀ ਦੇ ਵਿੱਚ ਫਰਕ ਆ ਰਿਹਾ। ਫਰਕ ਪਏਗਾ ਆਬਵੀਅਸਲੀ। ਤੁਸੀਂ ਬਾਹਰੋਂ ਬਾਹਰ ਨਹੀਂ ਨਿਕਲਣਾ, ਤੁਹਾਨੂੰ ਕੋਈ ਸਟ੍ਰੈਸ ਨਹੀਂ ਹੈਗਾ ਜੀ, ਹਰ ਵੇਲੇ ਤੁਸੀਂ ਘਰੇ ਰਹਿ ਰਹੇ ਹੋ, ਤੁਸੀਂ ਵਧੀਆ ਖਾ ਰਹੇ ਹੋ, ਤੁਸੀਂ ਬਾਹਰਲਾ ਕੁਝ ਖਾ ਨਹੀਂ ਰਹੇ, ਤੁਹਾਨੂੰ ਹਾਰਟ ਅਟੈਕ ਦੇ ਚਾਂਸਸ ਤੁਹਾਡੇ ਵੈਸੇ ਹੀ ਘਟ ਗਏ, ਤੁਹਾਨੂੰ ਕੋਈ ਬਿਮਾਰੀ ਫੜਨ ਦੇ ਚਾਂਸਸ ਘਟ ਗਏ ਕਿ ਤੁਸੀਂ ਬਾਹਰ ਨਹੀਂ ਜਾ ਰਹੇ, ਕੋਈ ਮੱਛਰ ਮੱਖੀ ਦੇ ਵਿੱਚ ਨਹੀਂ ਤੁਸੀਂ ਜਾ ਰਹੇ, ਕੋਈ ਕੰਮ ਤੇ ਨਹੀਂ ਜਾ ਰਹੇ, ਉੱਥੇ ਸੱਟ ਪੇਟ ਦਾ ਡਰ ਨਹੀਂ ਹੈ। ਪਰ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਕਿ ਜਿਹੜੇ ਹਸਪਤਾਲਾਂ ਦੇ ਵਿੱਚ ਜ਼ਿਆਦਾ ਟ੍ਰੀਟਮੈਂਟ ਵਾਲੇ ਜਿਹੜੇ ਮਰੀਜ਼ ਸਨ, ਉਹਨਾਂ ਦੀ ਮੌਤ ਦੇ ਵਿੱਚ ਕੁਝ ਕਮੀ ਆਈ ਹੈ। ਜਿਹੜੇ ਮੈਂ ਕਰੋਨਾ ਵਾਇਰਸ ਦੀ ਗੱਲ ਨਹੀਂ ਕਰ ਰਿਹਾ ਦਰਸ਼ਕੋ, ਇਹ ਗੱਲ ਕਰ ਰਿਹਾ ਮੈਂ ਜਿਹੜੇ ਆਮ ਮਰੀਜ਼ ਆਮ ਬਿਮਾਰੀਆਂ ਨਾਲ ਜੂਝਦੇ ਹੋਏ ਹਸਪਤਾਲਾਂ ਦੇ ਵਿੱਚ ਜਾਂਦੇ ਸੀ, ਬਹੁਤ ਵੱਡੇ ਹਸਪਤਾਲਾਂ ਦੇ ਵਿੱਚ ਜਾਂਦੇ ਸੀ, ਉਹਨਾਂ ਦੇ ਡੈਥ ਰੇਟ ਦੇ ਵਿੱਚ ਫਰਕ ਆਉਣ ਦਾ ਕਾਰਨ ਵੀ ਸਰਕਾਰਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਹ ਕੁਐਸਚਨ ਜ਼ਰੂਰ ਕਰਨਗੇ ਕਿ ਇਹ ਹਸਪਤਾਲਾਂ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਨਾਲ, ਜਿਗਰ ਦੀਆਂ ਬਿਮਾਰੀਆਂ ਦੇ ਨਾਲ, ਕੋਈ ਵੀ ਦੂਜੀਆਂ ਤੀਜੀਆਂ ਬਿਮਾਰੀਆਂ ਦੇ ਨਾਲ ਜਿਹੜਾ ਡੈਥ ਰੇਟ ਸੀ ਉਹ ਆਫਟਰ ਆਲ, ਕਿਉਂਕਿ ਕਰੋਨਾ ਨੇ ਤਾਂ ਸਿਰਫ ਬਾਹਰ ਹੀ ਆਤੰਕ ਮਚਾਇਆ ਹੋਇਆ। ਜੇ ਕਿਸੇ ਮਰੀਜ਼ ਨੂੰ ਕੋਈ ਪ੍ਰੋਬਲਮ ਆ
ਉਹ ਘਰ 'ਚ ਵੀ ਉਹਨੂੰ ਪ੍ਰੋਬਲਮ ਕੰਟੀਨਿਊ ਰਹਿੰਦੀ ਆ। ਜੀ ਇਟ ਮੀਨ ਕਿ ਜਿਹੜੀਆਂ ਲਾਈਫ ਗਾਰਡ ਦਵਾਈਆਂ ਸੀ ਉਹ ਬਜਾਏ ਇਹਦੇ ਕਿ ਉਹਨਾਂ ਨੂੰ ਜ਼ਿਆਦਾ ਮਜ਼ਬੂਤ ਬਣਾਉਣ, ਉਹਨਾਂ ਨੂੰ ਕਹਿ ਸਕਦੇ ਅਸੀਂ ਕਿ ਮੌਤ ਵਾਲੇ ਬੰਨੇ ਜ਼ਿਆਦਾ ਲੈ ਕੇ ਜਾ ਰਹੀਆਂ ਸਨ। ਕਾਲਾ ਸਾਹਿਬ ਇਹ ਤੇ ਸ਼ੁਰੂ ਤੋਂ ਹੀ ਰਿਹਾ ਕਿ ਐਲੋਪੈਥਿਕ ਤੁਸੀਂ ਕਿਸੇ ਵੀ ਡਾਕਟਰ ਕੋਲ ਚਲ ਜਾਓ ਜੀ ਤਾਂ ਹਮੇਸ਼ਾ ਕਹੇਗਾ ਜਦੋਂ ਵੀ ਤੁਸੀਂ ਐਲੋਪੈਥਿਕ ਦਵਾਈ ਖਾਓਗੇ ਉਹਦਾ ਸਾਈਡ ਇਫੈਕਟ ਹੋਏਗਾ ਹੀ ਹੋਏਗਾ। ਜੀ ਇਸ ਵੇਲੇ ਐਸਥਮੈਟਿਕ ਪ੍ਰੋਬਲਮ ਜਿੰਨੇ ਲੋਕਾਂ ਨੂੰ ਸੀਗੀ ਇਸ ਵੇਲੇ, ਕਿਉਂਕਿ ਪੋਲਿਊਸ਼ਨ ਖਤਮ ਹੋ ਗਿਆ ਹੈ ਆਲਮੋਸਟ ਜੀ 20-25% ਤੇ ਰਹਿ ਗਿਆ ਹੈ, ਜੀ ਇਸ ਕਰਕੇ ਉਹਨੂੰ ਐਸਥਮੈਟਿਕ ਜਿਹੜੇ ਸੀਗੇ ਲੋਕ ਉਹ ਥੋੜੀ ਜਿਹੇ ਠੀਕ ਹੁੰਦੇ ਜਾ ਰਿਕਵਰ ਹੋ ਰਹੇ ਨੇ। ਰਿਕਵਰ ਹੋ ਰਹੇ ਨੇ। ਠੀਕ ਹੈ ਜੀ। ਹਾਰਟ ਪ੍ਰੋਬਲਮ ਵਾਲੇ ਨੇ ਜਿਹੜੇ ਅੱਗੇ ਕੇ ਬਾਹਰ ਤੁਰੇ ਫਿਰਦੇ ਸੀ, ਸਟ੍ਰੈਸ ਹੁੰਦਾ ਸੀ, ਕੋਈ ਬਿਜ਼ਨਸ ਤੇ ਜਾ ਰਿਹਾ, ਕੋਈ ਕੁਝ ਕਰ ਰਿਹਾ ਸੀਗਾ, ਇਸ ਵੇਲੇ ਉਹਦੇ ਜਿਹੜੇ ਚਾਂਸਸ ਨੇ ਘੱਟ ਹੋ ਰਹੇ ਨੇ। ਪਹਿਲੇ ਆਪਾਂ ਦੇਖਦੇ ਸੀ ਕਿੰਨਾ ਕਾਮਨ ਸੀਗਾ, ਇੱਕ ਦੋ ਪਿੱਛੇ ਨਿਊਜ਼ ਵੀ ਆਈਆਂ ਕਿ ਯੰਗ ਬੰਦੇ 24-25 ਸਾਲ ਦੇ ਬਾਹਰ ਨੇ, ਖੇਡਦੇ ਪਏ ਨੇ ਤੇ ਉਹਨਾਂ ਨੂੰ ਇੱਕਦਮ ਹਾਰਟ ਅਟੈਕ ਆ ਗਿਆ ਜੀ। ਨਹੀਂ ਇੱਕ ਵਾਰ ਬਾਹਰ ਨਿਕਲ ਰਹੇ, ਵਧੀਆ ਘਰ ਦੀ ਰੋਟੀ ਖਾ ਰਹੇ ਨੇ, ਇਸ ਕਰਕੇ ਉਹਨਾਂ ਦੇ ਵੀ ਬਹੁਤ ਹਾਰਟ ਅਟੈਕ ਦੇ ਚਾਂਸਸ ਬਹੁਤ ਘਟ ਗਏ ਨੇ। ਜੀ ਸੋ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਫਰਕ ਪੈਂਦਾ ਹੈ। ਸ੍ਰਿਸ਼ਟੀ ਆਪਸ ਆਪਣੇ ਆਪ ਨੂੰ ਕਹਿ ਰਹੇ ਰੀਸਟੋਰ, ਜਿਹੜਾ ਆਪਾਂ ਕਹਿ ਰਹੇ ਹਾਂ ਰੀਸਟੋਰ ਕਰ ਰਹੀ ਹੈ ਜੀ। ਉਹਦੇ ਵਿੱਚ ਜਿਹੜੇ ਪੰਛੀ ਨੇ, ਜਾਨਵਰ ਨੇ, ਇਨਸਾਨ ਨੇ, ਸਾਰਿਆਂ ਨੂੰ ਫਾਇਦਾ ਹੋ ਰਿਹਾ, ਪਰ ਆਪਾਂ ਨੂੰ ਇਹਦਾ ਦੂਜਾ ਪਾਸਾ ਵੀ ਦੇਖਣਾ ਪਏਗਾ ਕਿ ਕਰੋਨਾ ਨੁਕਸਾਨ ਵੀ ਕਰ ਰਿਹਾ। ਇਕਨੋਮੀ ਜਿਹੜੀ ਹੁੰਦੀ ਹੈ ਭਾਜੀ, ਇਕਨੋਮੀ ਜਿਹੜਾ ਲੰਬੇ ਸਮੇਂ ਤੱਕ ਚੱਲਣਾ, ਇੱਕ ਦੇਸ਼ ਨੂੰ ਕਿੱਥੇ ਪਿੱਛੇ ਖਿੱਚ ਕੇ ਲੈ ਜਾਏਗਾ, ਇਹ ਬੜਾ ਵੱਡਾ ਫੈਕਟਰ ਹੈ। ਇੱਕ ਸਵਾਲ ਚਿੰਨ੍ਹ ਹੈ ਜਿਹੜਾ ਸਰਕਾਰ ਨੂੰ ਦੇਖਣਾ ਪਏਗਾ ਕਿ ਤੁਸੀਂ ਕਿੱਦਾਂ ਡੀਲ ਕਰੋਗੇ ਇਕਨੋਮੀ ਦੇ ਨਾਲ। ਹੋ ਸਕਦਾ ਹੈ ਅੱਜ ਤੁਸੀਂ ਕਰੋਨਾ ਵਾਇਰਸ ਨੂੰ ਹਰਾ ਲਓ, ਪਰ ਜੇ ਇਕਨੋਮੀ ਤੁਹਾਡੀ 10 ਸਾਲ ਤੱਕ ਉੱਪਰ ਵਾਪਸ ਨਾ ਆ ਪਾਈ, ਉਹਦੇ ਨਾਲ ਮੌਤਾਂ ਹੋਰ ਵੀ ਹੋ ਸਕਦੀਆਂ, ਉਹਦੇ ਨਾਲ ਹੋਰ ਵੀ ਬਹੁਤ ਸਾਰੀ ਪ੍ਰੋਬਲਮਸ ਹੋ ਸਕਦੀਆਂ। ਦੂਜੀ ਗੱਲ ਇਹ ਅਮਤੋਜ ਜੀ, ਜਿਹੜੇ NRI ਇਸ ਵੇਲੇ ਇੰਡੀਆ ਦੇ ਵਿੱਚ ਫਸੇ ਹੋਏ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ, ਉਹਨਾਂ ਨੂੰ ਕੱਲ ਵੀ ਅਸੀਂ ਆਪਣੇ ਸ਼ੋਅ ਦੇ ਵਿੱਚ ਅਮਰਜੀਤ ਸਿੰਘ ਚੀਮਾ ਸਾਹਿਬ ਨੇ ਤੇ ਬਰਾੜ ਸਾਹਿਬ ਨੇ ਗੱਲ ਕੀਤੀ ਸੀ ਕਿ ਉਹਨਾਂ ਨੂੰ ਇਸ ਵੇਲੇ ਮੈਡੀਕਲ ਫੈਸਿਲਿਟੀ ਜਿਹੜੀ ਆ, ਜਿਹੜੇ ਲੋਕ ਜ਼ਿਆਦਾ ਕਹਿ ਸਕਦੇ ਸੀ ਕਿ ਦਵਾਈਆਂ ਦੇ ਉੱਤੇ ਨਿਰਭਰ ਸੀ, ਉਹਨਾਂ ਨੂੰ ਬੜੀਆਂ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦਵਾਈਆਂ ਉਪਲਬਧ ਨਹੀਂ ਹੋ ਰਹੀਆਂ, ਜਦ ਕਿ ਸਰਕਾਰਾਂ ਇਹ ਦਾਅਵੇ ਕਰ ਰਹੀਆਂ ਨੇ ਕਿ ਇੰਡੀਆ ਦੇ ਵਿੱਚ ਦਵਾਈਆਂ ਦੀ ਕੋਈ ਕਮੀ ਨਹੀਂ ਗੀ। ਕੋਈ ਅਪਡੇਟ ਦੇ ਸਕਦੇ ਹੋ ਇਸ ਦੇ ਬਾਰੇ ਤੁਸੀਂ? ਭਾਜੀ ਦਵਾਈਆਂ ਦੀ ਤੇ ਕੋਈ ਕਮੀ ਨਹੀਂ, ਪਰ ਸਰਕਾਰ ਦੀ ਐਕਸ਼ਨਾਂ ਦੀ ਕਮੀ ਹੈ ਜੀ। ਜੇ ਆਪਾਂ ਪਰਸੋਂ ਦੀ ਕਾਲਸ ਦੀ ਗੱਲ ਕਰੀਏ, ਜਦੋਂ ਆਪਾਂ ਕਿ ਆਮ ਬੰਦਿਆਂ ਨਾਲ ਗੱਲਾਂ ਕੀਤੀਆਂ ਪੰਜਾਬ ਦੇ ਕੁਝ ਏਰੀਆ 'ਚ, ਹਾਲੇ ਕਿ ਉਹ ਪੰਜਾਬ ਦੇ ਏਰੀਆ ਨੇ, ਪੰਜਾਬ ਵਿੱਚ ਕੋਈ ਵੀ ਏਰੀਆ ਬਹੁਤਾ ਰਿਮੋਟ ਨਹੀਂ ਹੈਗਾ ਜੀ। ਜੇ ਆਪਾਂ ਉੱਥੇ ਕਹਿ ਰਹੇ ਆ ਕਿ ਰੋਟੀ ਨਹੀਂ ਪਹੁੰਚ ਰਹੀ, ਸਬਜ਼ੀ ਨਹੀਂ ਪਹੁੰਚ ਰਹੀ, ਰਾਸ਼ਨ ਬੇਸਿਕ ਜਿਹੜਾ ਸਰਕਾਰ ਦੇ ਰਹੀ ਹੈ ਉਹ ਨਹੀਂ ਪਹੁੰਚ ਰਿਹਾ, ਤੇ ਕਿੱਦਾਂ ਆਪਾਂ ਐਕਸਪੈਕਟ ਕਰਦੇ ਕਿ ਇੱਕ ਦਿਲ ਦਾ ਮਰੀਜ਼ ਹੈ ਜੀ, ਕੋਈ ਦਮੇ ਦਾ ਮਰੀਜ਼ ਹੈ, ਕੋਈ ਜਿਹਨੂੰ ਕੋਈ ਖਾਸ ਤਰ੍ਹਾਂ ਦੀ ਬਿਮਾਰੀ, ਉਹਦੇ ਕੋਲ ਦਵਾਈ ਕਿੱਦਾਂ ਪਹੁੰਚ ਜਾਂਦੀ ਹੋਏਗੀ? ਸੋਚਣ ਵਾਲੀ ਗੱਲ ਹੈ ਜੀ ਇਹ ਵੀ। ਤੇ ਜਿਹੜੇ ਬੇਸਿਕ ਚੀਜ਼ ਹੈ, ਜਿਹੜਾ ਰਾਸ਼ਨ ਹੈ, ਜਿਹੜਾ ਤੇ ਸਰਕਾਰ ਦੇ ਰਹੀ ਹੈ ਉਹ ਵੀ ਨਹੀਂ ਪਹੁੰਚ ਰਿਹਾ, ਬਾਕੀ ਚੀਜ਼ਾਂ ਕਦੋਂ ਪਹੁੰਚਣਗੀਆਂ, ਕਿੱਦਾਂ ਪਹੁੰਚਣਗੀਆਂ, ਸ਼ਾਇਦ ਮੇਰੀ ਸਮਝ ਤੋਂ ਬਾਹਰ ਨਹੀਂ ਜੀ। ਕਿਉਂਕਿ ਸਾਡੇ ਤੋਂ ਕੱਲ ਸਾਡੇ ਨਾਲ ਮੇਰੇ ਖਿਆਲ ਜਗਰਾਓਂ ਤੋਂ ਇੱਕ ਕਾਲਰ ਜੁੜੇ ਸਨ, ਜਿਨ੍ਹਾਂ ਨੇ ਦੱਸਿਆ ਸੀ ਕਿ ਜਿਹੜੀਆਂ ਮੈਡੀਕਲ ਦੀਆਂ ਦੁਕਾਨਾਂ ਨੇ, ਉਹਨਾਂ ਨੂੰ 6 ਤੋਂ 8 ਵਜੇ ਤੱਕ ਮੇਰੇ ਖਿਆਲ ਉਹਨਾਂ ਕੋਲ ਟਾਈਮ ਦੱਸਿਆ ਸੀ ਕਿ 2 ਘੰਟੇ ਸਿਰਫ ਜਿਹੜਾ ਵਾ ਉਹ ਖੁੱਲਣ ਦੀ ਇਜਾਜ਼ਤ ਆ। ਮੇਰੇ ਖਿਆਲ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਜਿੱਡੇ ਵੱਡੇ ਪੱਧਰ ਦੀ ਆਬਾਦੀ ਜਿਹੜੀ ਆ ਇੰਡੀਆ ਦੀ ਆ, ਉਹ ਜਾਂ ਸਾਡੇ ਪੰਜਾਬ ਦੇ ਵਿੱਚ ਆ ਰਹਿ ਰਹੇ ਲੋਕ ਨੇ, ਮੇਰਾ ਖਿਆਲ 2 ਘੰਟੇ ਦੇ ਵਿੱਚ ਜੇ ਕਿਸੇ ਨੂੰ ਦਵਾਈ ਦੀ ਜ਼ਰੂਰਤ ਆ, ਤੇ ਜਿੰਨੇ ਲੋਕ ਦਵਾਈ ਲੈਣ ਗਏ ਹੁੰਦੇ, ਮੇਰੇ ਖਿਆਲ 2 ਘੰਟਿਆਂ ਦੇ ਵਿੱਚ ਉਹ ਦਵਾਈ ਜਿਹੜੀ ਉਹ ਨਹੀਂ ਲੈ ਸਕਦੀ। ਬਿਲਕੁਲ। ਅਮਤੋਜ ਜੀ, ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਜਿਹੜੀ ਉਹ ਆਪਣੇ ਦਰਸ਼ਕਾਂ ਨਾਲ ਵੀ ਸਾਂਝੀ ਕਰਨਾ ਚਾਹੁੰਦਾ ਕਿ ਆਪਣੇ ਰਿਸਕ ਦੇ ਉੱਪਰ ਕੰਮ ਕਰ ਰਹੇ ਨੇ ਜਿੰਨੇ ਮੈਡੀਕਲ ਸਫਾਈ ਵਾਲੇ ਜੀ ਤੇ ਪੁਲਿਸ ਕਰਮੀ ਜੀ। ਇੱਥੇ ਜਿਹੜੀ ਸਰਕਾਰਾਂ ਨੇ, ਇਹਨਾਂ ਦੀ ਨਲਾਇਕੀ ਜਿਹੜੀ ਆ ਉਹ ਵੇਖਣ ਦੇ ਵਿੱਚ ਸਾਹਮਣੇ ਆਈ ਹੈ ਕਿ PPE ਕਿੱਟਾਂ ਵੀ ਜਿਹੜੀਆਂ ਨੇ ਉਹਨਾਂ ਨੂੰ ਅਵੇਲ ਨਹੀਂ ਕਰਾ ਸਕਦੀ। ਨਹੀਂ ਹੈਗੀ ਜੀ। ਤੇ ਜਿਹੜੇ ਇਹ ਲੋਕ ਨੇ, ਇਹ ਸੱਚਮੁੱਚ ਜੇ ਅਸੀਂ ਕਹੀਏ ਇਹ ਸਲੂਟ ਦੇ ਹੱਕਦਾਰ ਨੇ ਜੀ। ਜਿਹੜੇ ਲੋਕ ਆਪਣੀਆਂ ਜਾਨਾਂ ਨਾਲ ਖੇਡ ਕੇ ਮੈਡੀਕਲ ਸਟਾਫ ਵਾਲੇ ਜਿਹੜੇ ਆ ਉਹ ਕਰੋਨਾ ਵਾਇਰਸ ਪੀੜਤ ਲੋਕਾਂ ਦੇ ਨਾਲ ਜਿਹੜਾ ਉਹ ਏਡਾ ਵਧੀਆ ਟਰੀਟ ਕਰ ਰਹੇ, ਉਹਨਾਂ ਦਾ ਇਲਾਜ ਕਰ ਰਹੇ ਨੇ, ਆਪਣੀ ਜਾਨ ਨੂੰ ਦਾਅ ਦੇ ਉੱਤੇ ਲਾ ਕੇ। ਅੱਜ ਫੇਸਬੁੱਕ ਦੇ ਉੱਪਰ ਮੈਂ ਇੱਕ ਤਸਵੀਰ ਦੇਖੀ ਜਿਸ ਨੂੰ ਦੇਖ ਕੇ ਮੇਰੇ ਮਨ ਨੂੰ ਬਹੁਤ ਦੁੱਖ ਹੋਇਆ ਕਿ ਜਿਹੜਾ ਉਹਨਾਂ ਦਾ ਮਾਸਕ ਹੈ ਉਹ ਇੰਨਾ ਟਾਈਟ ਹੈ ਕਿ ਉਹ ਉਹਨਾਂ ਦੇ ਮੱਥੇ ਦੇ ਉੱਪਰ ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀ ਉਹਨਾਂ ਦੇ ਉੱਪਰ ਜ਼ਖਮ ਕਰ ਦਿੱਤੇ ਨੇ ਜਿਹੜੇ ਮੈਡੀਕਲ ਸਟਾਫ ਵਾਲੇ ਲੋਕ ਨੇ। ਤੇ ਮੇਰਾ ਖਿਆਲ ਉਹਨਾਂ ਨੂੰ, ਸਾਰੇ ਹੀ ਲੋਕਾਂ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ, ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਕੀ ਖਿਆਲ ਜੀ? ਬਿਲਕੁਲ, ਕਾਲੂ ਸਾਹਿਬ ਬਹੁਤ ਜਿਹੜਾ ਕਿ ਵਧੀਆ ਕੰਮ ਕਰ ਰਹੇ ਨੇ ਜਿਹੜੇ ਮੈਡੀਕਲ ਸਟਾਫ ਵੇਲੇ। ਤੇ ਕੁਝ ਦੇਖੋ ਮਜਬੂਰੀ ਵਿੱਚ ਵੀ ਕਈਆਂ ਦੇ ਛੋਟੇ ਬੱਚੇ ਨੇ, ਆਪਦੇ ਬੱਚਿਆਂ ਨੂੰ ਛੱਡ ਕੇ ਵੀ ਕੰਮ ਤੇ ਜਾ ਰਹੇ ਨੇ, ਲੋਕਾਂ ਦਾ ਖਿਆਲ ਰੱਖ ਰਹੇ ਨੇ। ਮੈਨੂੰ ਲੱਗਦਾ ਹੈ ਕਿ
ਇਸ ਤੋਂ ਉੱਪਰ ਜਿਵੇਂ ਕਹਿੰਦੇ ਡਾਕਟਰ ਰੱਬ ਦਾ ਰੂਪ ਹੁੰਦਾ ਜੀ ਇਸ ਵੇਲੇ ਵਾਕਈ ਉਹ ਰੱਬ ਦੇ ਰੂਪ ਬਣੇ ਨੇ ਜੇ ਤੁਹਾਨੂੰ ਨਾਮੁਰਾਦ ਬਿਮਾਰੀ ਨਾਲ ਤੁਸੀਂ ਜੂਝ ਰਹੇ ਹੋ ਤੇ ਫਿਰ ਵੀ ਤੁਹਾਡਾ ਟ੍ਰੀਟਮੈਂਟ ਕਰ ਰਹੇ ਨੇ ਜੀ ਇਸ ਦੇ ਬਾਵਜੂਦ ਵੀ ਕਿ ਉਹਨਾਂ ਕੋਲ ਪ੍ਰੋਪਰ ਇਕਵਿਪਮੈਂਟ ਹੈ ਨਹੀਂ ਜਦ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਹਰੇਕ ਥਾਂ ਤੇ ਇਕਵਿਪਮੈਂਟ ਪਹੁੰਚਾਤੇ ਨੇ ਹਰੇਕ ਥਾਂ ਤੇ ਪੀਪੀ ਕਿੱਟਾਂ ਪਹੁੰਚਾਤੀਆਂ ਨੇ ਸਾਰਾ ਕੁਝ ਪਹੁੰਚਾ ਦਿੱਤਾ ਗਿਆ ਸਾਡੇ ਨਾਲ ਕਾਲਰ ਜੁੜੇ ਨੇ ਜੀ, ਗੱਲ ਕਰਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਨਗਾਰਾ ਟੀਵੀ ਦੇ ਉੱਤੇ ਸਵਾਗਤ ਹੈ ਤੁਹਾਡਾ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਮੈਂ ਅਮਰਦੀਪ ਪਾਠ ਬੋਲ ਰਿਹਾ ਜੀ, ਕੈਨੇਡਾ ontario ਤੋਂ। ਆਪਣੀ ਕੱਲ ਵੀ ਗੱਲ ਹੋਈ ਸੀਗੀ ਜੀ। ਹਾਂਜੀ ਅਮਰਜੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ ਅਮਿਤੋਜ ਜੀ। ਤੇ ਮੈਂ ਤੁਹਾਡਾ ਲਾਈਵ ਟੈਲੀਕਾਸਟ ਦੇਖ ਰਿਹਾ ਸੀਗਾ ਤੇ ਕਾਫੀ ਸਾਰੇ ਪੁਆਇੰਟ ਤੁਸੀਂ ਸ਼ੇਅਰ ਕੀਤੇ ਨੇ ਜੀ ਤੇ ਆਈ ਫੁਲੀ ਐਗਰੀ ਕਿ ਜੋ ਆਪਾਂ ਇੰਡੀਆ 'ਚ ਦੇਖ ਰਹੇ ਹਾਂ ਰੀਸੈਂਟਲੀ, ਪਹਿਲੇ ਦਿੱਲੀ 'ਚ ਹੋਇਆ ਸੀਗਾ ਤੇ ਹੁਣ ਰੀਸੈਂਟਲੀ ਜਿਹੜਾ ਮਹਾਰਾਸ਼ਟਰ ਦੀ ਜਿਹੜੀ ਗੱਲ ਹੋਈ ਹੈ, ਜਿਹੜਾ ਰੇਲਵੇ ਸਟੇਸ਼ਨ ਦੇ ਸਾਰੇ ਜਿਹੜੇ ਆਪਣੇ ਵਰਕਰਸ ਨੇ ਇਕੱਠੇ ਹੋ ਕੇ ਕੰਮ ਖਰਾਬ ਕੀਤਾ ਹੈ ਜੀ ਉਹ ਆਈ ਥਿੰਕ ਇਹ ਸਾਰੀਆਂ ਜਿਹੜੀਆਂ ਵਿੱਚ ਐਕਟੀਵਿਟੀਜ਼ ਹੋ ਰਹੀਆਂ ਨੇ ਆਈ ਥਿੰਕ ਉਹ ਵਾਧਾ ਹੈਗੀਆਂ ਨੇ ਜੀ ਕਰੋਨਾ ਵਾਇਰਸ ਨੂੰ ਰੋਕਣ ਲਈ। ਤੇ ਸਾਡੇ ਮੈਂ ਇੱਕ ਸਟੇਟਮੈਂਟ ਹੋਰ ਸੁਣ ਰਿਹਾ ਸੀ ਆਪਣੇ ਜਿਹੜੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਹੈਗੇ ਨੇ ਕਿ ਅਸੀਂ ਕੋਵਿਡ ਨੂੰ ਤੁਸੀਂ ਪੂਰੇ ਸਟਰੋਂਗਲੀ ਲੜਨ ਦੀ ਕੈਪੈਸਿਟੀ ਰੱਖਦੇ ਹਾਂ ਤੇ ਅਸੀਂ ਉਹਨੂੰ 100% ਫੋਲੋ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਪਰ ਇਹੋ ਜਿਹੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹ ਉਹਨੂੰ ਪਿੱਛੇ ਪਾ ਰਹੀਆਂ ਨੇ। ਤੇ ਜਿਵੇਂ ਤੁਸੀਂ ਵੀ ਡਿਸਕਸ ਕਰ ਰਹੇ ਸੀ, ਜਿੰਦ ਭਾਜੀ ਵੀ ਡਿਸਕਸ ਕਰ ਰਹੇ ਸੀਗੇ ਕਿ ਜਦੋਂ ਇਹ ਚੀਜ਼ ਪੂਰੇ ਮਾਸਿਸ ਨੂੰ ਦੱਸੀ ਜਾਂਦੀ ਹੈ ਕਿ ਇਹਦਾ ਆਪਾਂ ਚੀਜ਼ ਦਾ ਸੋਸ਼ਲ ਡਿਸਟੈਂਸਿੰਗ ਨੂੰ ਰਿਸਪੈਕਟ ਦੇਣੀ ਹੈਗੀ ਹੈ, ਜੀ ਆਈ ਜੀ ਥਿੰਕ ਕਿਤੇ ਨਾ ਕਿਤੇ ਪਰਪਸ ਜਿਹੜਾ ਹੈ ਆਪਣਾ ਡਿਫੀਟ ਹੋ ਜਾਂਦਾ ਹੈ। ਤੇ ਉਹਦੇ ਕਰਕੇ ਫਿਰ ਉਹੀ ਜਿਹਨੂੰ ਕਹਿੰਦੇ ਨੇ ਇਹ ਫਿਊਜ਼ਨ ਰਿਐਕਸ਼ਨ ਹੈਗਾ ਜੀ। ਦਿਸ ਵਾਇਰਸ ਇਜ਼ ਬੇਸਿਕਲੀ ਅ ਫਿਊਜ਼ਨ ਰਿਐਕਸ਼ਨ ਕਿ ਹਾਂ ਵੀ ਇਹਨੇ ਇੱਕ ਨੂੰ ਫੜਨਾ ਹੈ ਤੇ ਉਸ ਤੋਂ ਬਾਅਦ ਇਹਨੇ ਮਲਟੀਪਲਾਈ ਹੋਈ ਜਾਣਾ ਜੀ। ਫਿਊਜ਼ਨ ਰਿਐਕਸ਼ਨ ਦੀ ਅਮਰਦੀਪ ਬਾਠ ਜੀ, ਸਾਡੇ ਕੋਲ ਅੱਜ ਮੈਂ ਤੁਹਾਡੀ ਗੱਲ ਕੱਟਣ ਲੱਗਾ। ਅਮਰਦੀਪ ਬਾਠ ਜੀ, ਸਾਡੇ ਕੋਲ ਅੱਜ ontario ਤੋਂ ਫੋਨ ਆਇਆ ਸੀ ਕਿ ਸਾਡੇ ਇੱਕ ਦਰਸ਼ਕ ਦਾ, ਚਲੋ ਉਹਨਾਂ ਨੂੰ ਟਾਈਮਿੰਗ ਦਾ ਨਹੀਂ ਸੀ ਪਤਾ, ਪਰ ਉਹਨਾਂ ਨੇ ਸਾਡੇ ਨਾਲ WhatsApp ਦੇ ਨੰਬਰ ਦੇ ਉੱਪਰ ਸੰਪਰਕ ਕੀਤਾ, ਜਿਨ੍ਹਾਂ ਨੇ ਦੱਸਿਆ ਕਿ ਅਜੇ ਵੀ ਇੱਥੇ ਜਿਹੜਾ ਵਾ ਉਹ ਲਾਕਡਾਊਨ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਪਾਲਣਾ ਵਾ ਉਹ ਨਹੀਂ ਕੀਤੀ ਜਾ ਰਹੀ। ਈਵਨ ਜਿਹੜੇ ਯੰਗਸਟਰ ਨੇ ਉਹ ਅਜੇ ਵੀ ਕ੍ਰਿਕਟ ਦੇ ਜਿਹੜੀ ਕਹਿ ਸਕਦੇ ਆ ਬਾਸਕਟਬਾਲ ਵਰਗੀਆਂ ਗੇਮਾਂ ਜਿਹੜੀਆਂ ਉਹ ਸ਼ਰੇਆਮ ਜਿਹੜੀਆਂ ਉਹ ਖੇਡ ਰਹੇ ਨੇ ਜੀ। ਉਹ ਬਿਲਕੁਲ ਠੀਕ ਹੈ ਜੀ। ਕੱਲ ਮੈਂ ਤੁਹਾਨੂੰ ਮੈਂਸ਼ਨ ਕੀਤਾ ਸੀਗਾ ਕਿ ਇੱਥੇ ਕੁਝ ਬੰਦਿਆਂ ਨੂੰ ਕੱਲ ਟਿਕਟ ਦਿੱਤੀ ਹੈ ਲੋਕਲ ਸਿਟੀ ਨੇ ਜਸਟ ਬਿਕਾਜ਼ ਆਫ ਦੇਵਰ ਪਲੇਇੰਗ ਕ੍ਰਿਕਟ। ਤੇ ਆਈ ਥਿੰਕ ਅਮਿਤੋਜ ਜੀ ਨੇ ਵੀ ਮੈਂਸ਼ਨ ਕੀਤਾ ਹੈ ਕਿ ਉਹਨਾਂ ਨੂੰ ਸਾਰਿਆਂ ਨੂੰ ਫਾਈਨ ਲੱਗਿਆ ਹੈਗਾ। ਬਟ ਡੈਫੀਨਿਟਲੀ ਉਹ ਗੱਲ ਤੁਹਾਡੀ ਠੀਕ ਹੈਗੀ ਹੈ ਬਿਕਾਜ਼ people are still not taking this a bit seriously। but ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਜਿਹੜੇ ਯੰਗਸਟਰਸ ਨੇ ਯੂ ਸੀ ਦੇ ਆਰ ਵੈਲ ਕੁਆਲੀਫਾਈਡ। ਇਹ ਤਾਂ ਹੈ ਨਹੀਂ ਕਿ ਦੇ ਆਰ ਨਾਟ ਕੁਆਲੀਫਾਈਡ ਤੇ ਉਹਨਾਂ ਨੂੰ ਸਾਰੀ ਚੀਜ਼ ਦਾ ਪਤਾ ਨਹੀਂ ਹੈ ਕਿ ਹਾਂ ਵੀ ਇਹ ਪੈਂਡੇਮਿਕ ਕਿੰਨਾ ਸੀਰੀਅਸ ਹੈਗਾ ਤੇ ਸਾਰੀ ਦੁਨੀਆ ਨੂੰ ਕਿਵੇਂ ਇਹਨੇ ਸਟੈਂਡ ਤੇ ਇਸ ਵੇਲੇ ਕੀਤਾ ਹੋਇਆ ਜੀ। ਸੋ ਆਈ ਡੋਂਟ ਨੋ ਲਾਈਕ ਵਾਈ ਪੀਪਲ ਆਰ ਥਿੰਕਿੰਗ ਲਾਈਕ ਦਿਸ। ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ, ਸਪੈਸ਼ਲੀ ਜਿਹੜਾ ਸਾਡਾ ਯੂਥ ਹੈ ਬਿਕਾਜ਼ ਕੋਈ ਆਉਣ ਵਾਲੇ ਟਾਈਮ ਦਾ ਜਿਹਨੂੰ ਕਹਿੰਦੇ ਨੇ ਫਿਊਚਰ ਹੈਗਾ ਜੀ। ਤੇ ਜੇ ਯੂਥ ਹੀ ਇਹਨੂੰ ਇਸੀ ਸਾਥ ਪ੍ਰੋਪਰਲੀ ਇਹਨੂੰ ਨਹੀਂ ਉਹਨੂੰ ਸੀਰੀਅਸਲੀ ਲੈ ਕੇ ਚੱਲੇਗਾ ਤੇ ਫਿਰ ਤਾਂ ਅਸੀਂ ਇਸੀ ਵਿਲ ਬੀ ਏਬਲ ਟੂ not control it by letting other people know ਕਿ ਹਾਂਜੀ ਇਹਦੀ ਕਿੰਨੀ ਕ੍ਰਿਟੀਕੈਲਿਟੀ ਹੈਗੀ ਤੇ ਕਿੰਨਾ ਸੀਰੀਅਸ ਵਾਇਰਸ ਹੈ। ਬਾਠ ਸਾਹਿਬ, ਕਿੱਥੇ ਕਮੀਆਂ ਰਹਿ ਗਈਆਂ ਨੇ ਸਰਕਾਰਾਂ ਕੋਲ ਕਿ ਜਿਹੜੇ ਲੋਕਾਂ ਨੂੰ ਅਜੇ ਤੱਕ ਇੰਨਾ ਜਾਗਰੂਕ ਨਹੀਂ ਕਰ ਸਕੇ, ਅਵੇਅਰ ਨਹੀਂ ਕਰ ਸਕੇ, ਜਾਂ ਲੋਕਾਂ ਦੇ ਵਿੱਚ ਉਹ ਕੀ ਇਸ ਤਰ੍ਹਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਕਰੋਨਾ ਵਾਇਰਸ ਦੀ ਏਡੀ ਵੱਡੀ ਜਿਹੜੀ ਖਤਰਨਾਕ ਬਿਮਾਰੀ ਆ ਇਹਦੀ ਗੰਭੀਰਤਾ ਦੇ ਬਾਰੇ ਜਿਹੜਾ ਉਹ ਅਜੇ ਤੱਕ ਸਮਝਣ ਦੇ ਵਿੱਚ ਕਹਿ ਸਕਦੇ ਹਾਂ ਕਿ ਪੂਰੀ ਸਫਲਤਾ ਨਹੀਂ ਮਿਲੀ? ਸਰ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਕਿ ਸਰਕਾਰਾਂ ਵੱਲੋਂ ਕੋਈ ਕਮੀ ਨਹੀਂ ਹੈਗੀ ਜੀ, ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਕਮੀ ਨਹੀਂ ਹੈਗੀ। ਦੇ ਆਰ ਡੂਇੰਗ ਦ ਲੈਵਲ ਬੈਸਟ ਟੂ ਡਿਸੈਮੀਨੇਟ ਦ ਇਨਫੋਰਮੇਸ਼ਨ ਟੂ एवरीवन ਕਿ ਇਹ ਕਿੰਨਾ ਇਸੀ ਭਿਆਨਕ ਵਾਇਰਸ ਹੈਗਾ ਜਿਹੜਾ ਹੈ ਕਿ ਪੂਰੀ ਦੁਨੀਆ ਨੂੰ ਇਸ ਵੇਲੇ ਟੌਲ ਤੇ ਲੈ ਕੇ ਬੈਠਾ ਹੈ। ਜੀ ਅਸੀਂ ਸਾਰੇ ਅੰਕੜੇ ਦੇਖ ਰਹੇ ਹਾਂ ਰੋਜ਼ ਕਿੰਨੇ ਬੰਦੇ ਇਨਫੈਕਟ ਹੋ ਰਹੇ ਨੇ। ਇਨਫੈਕਟ ਲੇਟੈਸਟ ਟੋਰਾਂਟੋ ਦਾ ਆਲਮੋਸਟ ਟੋਰਾਂਟੋ ਦੇ ਕੇਸ ਜਿਹੜੇ ਹੈਗੇ ਨੇ ਉਹ 2500 ਤੱਕ ਪਹੁੰਚ ਚੁੱਕੇ ਨੇ ਤੇ ਆਲਮੋਸਟ 115 ਡੈਥਸ ਹੋ ਚੁੱਕੀਆਂ ਨੇ ਹੁਣ ਤੱਕ ਜੀ ਬਿਲਕੁਲ। ਤੇ ਜਿਵੇਂ ਕੱਲ ਵੀ ਮੈਂ ਮੈਂਸ਼ਨ ਕੀਤਾ ਸੀਗਾ ਕਿ ਜਿਹੜਾ ਵਨਰੇਬਲ ਸੈਕਟਰ ਹੈਗਾ ਜਿਹੜੇ ਸਾਡੇ ਇੱਥੇ ਟੋਰਾਂਟੋ ਦੇ ontario ਦੇ ਪ੍ਰੀਮੀਅਰ ਹੈਗੇ ਨੇ ਡਾਕਫੋਰਡ, ਉਹ ਇੱਕ ਕੱਲ ਇਨਹੈਂਸਡ ਪਲਾਨ ਲੈ ਕੇ ਆ ਰਹੇ ਨੇ ਸਪੈਸ਼ਲੀ ਆ ਵਨਰੇਬਲ ਸੈਕਟਰ ਤੇ ਜਿਹੜੇ ਕਿ ਲੌਂਗ ਟਰਮ ਕੇਅਰ ਤੇ ਆਪਣੇ ਰਿਟਾਇਰਮੈਂਟ ਹੋਮ ਹੈਗੇ ਨੇ ਕਿਉਂਕਿ ਇਹ ਸੈਕਟਰ ਜਿਹੜਾ ਹੈਗਾ ਬਹੁਤ ਜ਼ਿਆਦਾ ਇੰਪੈਕਟ ਹੋ ਰਿਹਾ ਜੀ। ਉਹਦੇ ਕਰਕੇ ਮੈਂ ਇਹ ਵੀ ਦੇਖ ਰਿਹਾ ਸੀ ਨਿਊਜ਼ 'ਚ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਦੇ ਆਰ ਪਲੈਨਿੰਗ ਟੂ ਇਨਕਲਕੇਟ ਫਿਊ ਮੈਜਰਸ ਜਿਹੜੇ ਕਿ ਸਾਡੀ ਸੀਨੀਅਰ ਜਿਹੜੀ ਸਿਟੀਜ਼ਨਸ਼ਿਪ ਹੈਗੀ ਹੈ ਉਹਨੂੰ ਕਿਵੇਂ ਬਚਾਇਆ ਜਾਏ। ਕੱਲ ਮੈਨੂੰ ਫਸਟ ਟਾਈਮ ਮੈਨੂੰ ਇਹ ਵੀ ਪਤਾ ਲੱਗਿਆ ਕਿ ਸੀਨੀਅਰ ਸਪੈਸ਼ਲ ਇੱਕ ਸੀਨੀਅਰ ਜਿਹੜੇ ਸਿਟੀਜ਼ਨ ਹੈਗੇ ਨੇ ਉਹਨਾਂ ਸੀਨੀਅਰ ਦਾ ਇੱਕ ਸਪੈਸ਼ਲ ਇੱਕ ਮਿਨਿਸਟਰ ਵੀ ਹੈ। ਠੀਕ ਹੈ ਜੀ। ਸੋ ਉਹਨਾਂ ਦੀ ਵੀ ਕੱਲ ਇੰਟਰਵਿਊ ਆ ਰਹੀ ਸੀਗੀ ਕਿ ਹਾਊ ਦੇ ਆਰ ਗੋਇੰਗ ਟੂ ਪ੍ਰੋਟੈਕਟ ਦ ਸੀਨੀਅਰ ਸਿਟੀਜ਼ਨਸ਼ਿਪ ਕਮਿਊਨਿਟੀ
ਬਿਕੋਜ਼ ਉਹ ਓਵਰਆਲ ਮੈਨਕਾਈਂਡ ਲਈ ਬਹੁਤ ਇੰਪੋਰਟੈਂਟ ਹੈ। ਜੀ, ਤੇ ਇੱਕ ਹੋਰ ਸਵਾਲ ਅਮਰਦੀਪ ਜੀ, ਤੁਹਾਨੂੰ ਕੀ ਲੱਗਦਾ ਜੇ ਉਹ ਤੇ ਚਲੋ ਆਪਾਂ ਕਹਿ ਰਹੇ ਸੀਨੀਅਰਸ ਨੂੰ ਤੇ ਚਲੋ ਮੈਨੇਜ ਕਰ ਲੈਣਗੇ ਕਿਸੇ ਨਾ ਕਿਸੇ ਤਰ੍ਹਾਂ ਵੀ, ਉਹਨਾਂ ਤੇ ਰਿਸਟ੍ਰਿਕਸ਼ਨਸ ਲਾ ਲੈਣਗੇ, ਜਿਹੜੇ ਏਜ ਕੇਅਰ ਸੈਂਟਰਸ ਨੇ ਉਹਨਾਂ ਤੋਂ ਬਾਹਰ ਨਿਕਲਣ ਤੇ ਅੰਦਰ ਜਾਣ ਦੀ ਜਿਹੜੀ ਮਨਾਹੀ ਹੋ ਜਾਏਗੀ, ਜਿਹੜੀ ਕਿ ਆਲਮੋਸਟ ਆਲਰੇਡੀ ਚੱਲ ਰਹੀ ਹੈਗੀ ਹੈ। ਜੀ ਹਾਂ ਪਰ ਬਿਲਕੁਲ ਚੱਲ ਰਹੀ ਹੈ ਤੇ ਜੀ, ਯੂਥ ਨੂੰ ਰੋਕਣ ਲਈ, ਜਿਹੜਾ ਯੂਥ ਨੂੰ ਰੋਕਣ ਲਈ, ਜਿੱਦਾਂ ਕਿ ਕ੍ਰਿਕਟ ਖੇਲ ਰਹੇ ਨੇ, ਬਾਸਕਟਬਾਲ ਖੇਲ ਰਹੇ ਨੇ, ਸੜਕਾਂ ਤੇ ਘੁੰਮ ਰਹੇ ਨੇ, ਇਹਨਾਂ ਨੂੰ ਰੋਕਣ ਲਈ ਤੁਹਾਡੇ ਹਿਸਾਬ ਨਾਲ ਕੀ ਇਹੋ ਜਿਹਾ ਕਰ ਸਕਦੀ ਹੈ ਸਰਕਾਰ, ਜਿਹਦੇ ਨਾਲ ਕਿ ਇਹਨਾਂ 'ਚ ਵੀ ਥੋੜਾ ਖੌਫ ਹੋਵੇ ਇਸ ਚੀਜ਼ ਦਾ, ਜਿਹਦੇ ਨਾਲ ਕਿ ਕਿਸੇ ਤਰ੍ਹਾਂ ਵੀ ਇਹ ਘਰੋਂ ਬਾਹਰ ਨਾ ਨਿਕਲਣ? ਦੇਖੋ ਸਰ, ਇਸ ਤਰ੍ਹਾਂ ਹੈਗਾ ਕਿ ਬੇਸਿਕਲੀ ਹੁਣ ਕੈਨੇਡਾ 'ਚ ਆਲਮੋਸਟ ਦੇਖੋ ਇਟ ਇਜ਼ ਅ ਮਲਟੀ ਕਲਚਰਲ ਕੰਟਰੀ, ਹਰੇਕ ਪਾਸੋਂ ਦੁਨੀਆ ਦੇ ਕੋਨੇ ਤੋਂ ਇੱਥੇ ਬੱਚੇ ਆਏ ਹੋਏ ਨੇ, ਫੈਮਿਲੀਜ਼ ਆਈਆਂ ਹੋਈਆਂ ਨੇ। ਮੈਂ ਤਾਂ ਇਹ ਸੁਜੈਸਟ ਕਰਾਂਗਾ ਕਿ ਜਿਹੜੇ ਬੱਚੇ ਫੈਮਿਲੀਜ਼ ਨਾਲ ਰਹਿੰਦੇ ਨੇ ਤੇ ਉਹ ਪੇਰੈਂਟਸ ਯੂ ਸੀ ਦਾ ਰੋਲ ਬਣ ਜਾਂਦਾ, ਇਟ ਬਿਕਮਸ ਵੈਰੀ ਇੰਪੈਰੇਟਿਵ ਫॉर द पेरेंट्स to educate their children ki this is really very serious and they should at least be a little strict in letting them, you see, giving a loose hand ki chalo theek hai wo bahar ja sakte ne, khelen ja rahe ne ya kisi aur kam karan ja rahe ne, ठीक है। especially ਜਿਹੜੇ ਆਪਣੇ ਸਟੂਡੈਂਟਸ ਨੇ ਜਿਹੜੀਆਂ ਫੈਮਿਲੀਜ਼ ਨਾਲ ਨਹੀਂ ਰਹਿ ਰਹੇ, ਇੰਡਸਟਰੀ ਰਹਿ ਰਹੇ ਨੇ, ਜੀ ਆਈ ਥਿੰਕ ਉਹ ਇੰਨੇ ਸਟਰੋਂਗਲੀ ਆਪਸ ਚ ਸੋਸ਼ਲ ਮੀਡੀਆ ਦੇ ਥਰੂ ਕਨੈਕਟਡ ਹੈਗੇ ਨੇ, ਚਾਹੇ ਉਹ WhatsApp ਗਰੁੱਪ ਹੋਣ, ਚਾਹੇ ਉਹ Facebook ਹੋਏ, ਚਾਹੇ ਉਹ Instagram ਹੋਏ, ਤੇ ਜਾਂ ਹੋਰ ਜਿਹੜੇ ਵੀ ਮੀਨਸ ਹੈਗੇ ਨੇ ਜਿਨ੍ਹਾਂ ਨਾਲ ਉਹ ਆਪਸ ਇੰਟਰ ਰਿਲੇਟਡ ਕਨੈਕਟਡ ਰਹਿੰਦੇ ਨੇ। ਹੁਣ ਜੇ ਮੈਂ ਆਪਣਾ ਹਿਸਾਬ ਲਾਵਾਂ, ਜੀ ਮੇਰੇ ਕਈ ਇੰਡੀਆ ਦੇ ਜੇ WhatsApp ਗਰੁੱਪ ਹੈਗੇ ਨੇ ਜਿਹੜੇ ਕਿ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਵੀਡੀਓਜ਼ ਮੈਸੇजेस ਸ਼ੇਅਰ ਹੁੰਦੇ ਨੇ, ਤੇ ਉੱਥੋਂ ਨੋ ਡਾਊਟ ਵਿੱਚ ਥੋੜੇ ਜਿਹੇ ਹਿਊਮਰਸ ਵੀ ਨੇ ਜੀ, ਲੋਕੀ ਇਹ ਚੀਜ਼ ਨੂੰ ਮਜ਼ਾਕ ਬਣਾ ਕੇ ਕਾਫੀ ਵੀਡੀਓ ਪਾ ਰਹੇ ਨੇ, ਕੋਈ ਸੀਰੀਅਸ ਵੀ ਜੀ। ਤੇ ਮੈਨੂੰ ਲੱਗਦਾ ਕਿ ਜਿਹੜੇ ਇੰਡੀਵਿਜੂਅਲ ਯੂਥ ਹੈਗਾ ਉਹਨਾਂ ਨੂੰ ਉਹ ਵੀਡੀਓਜ਼ ਉਹ ਜਿਹੇ ਸ਼ੇਅਰ ਕਰਨੇ ਚਾਹੀਦੇ ਨੇ ਕਿ ਦੇ ਸ਼ੁੱਡ ਮੇਕ ਈਚ ਅਦਰ ਰਿਅਲਾਈਜ਼ ਦੈਟ ਇਹ ਜੇ ਕਲੈਕਟਿਵ ਮੈਜਰ ਹੈਗਾ, ਇਟ ਇਜ਼ ਨਾਟ ਦੈਟ ਕਿ ਸਰਕਾਰ ਨੇ ਕਹਿਤਾ ਤੇ ਅਸੀਂ ਦੂਜਿਆਂ ਨੇ ਮੰਨਿਆ ਨਹੀਂ ਮੰਨਿਆ, ਇਟ ਇਜ਼ ਅ ਕਲੈਕਟਿਵ ਮੈਜਰ। being a responsible resident and citizen of any country, it becomes, you see, it becomes very very important for each citizen, chahe wo youth hai, chahe wo you see senior hai, chahe wo mediocre jehड़ा banda hai, ki they should take the message seriously te apni maturity de naal ji, you see, they should consider ki haan ji ਇਹ ਸਾਰਿਆਂ ਦੀ equal right ਬਣਦੀ ਹੈ ਤੇ ਇਹਨੂੰ ਅਸੀਂ follow ਕਰੀਏ, because at a time ਹੁਣ ਹਰ ਕੋਈ ਬੰਦਾ fed up ਹੋ ਚੁੱਕਾ ਹੈ। it is almost, I think, ਦੂਜਾ ਮਹੀਨਾ ਜਿਹੜਾ ਹੈਗਾ ਆਲਮੋਸਟ ਨੇੜੇ ਲੱਗਣ ਲੱਗਾ ਹੈ ਜੀ, एवरीवन इज फीलिंग द इफेक्ट ऑफ कोविड ਤੇ ਆਈ ਥਿੰਕ ਹੁਣ ਇਹ ਵੀ ਗੱਲਾਂ ਉੱਠ ਕੇ ਆ ਰਹੀਆਂ ਨੇ, ਜਦੋਂ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਚੀਜ਼ ਹੁੰਦੀ ਹੈ ਸਾਇੰਟੀਫਿਕਲੀ ਅਪਰੂਵਡ, ਇੱਕ ਹੁੰਦੀ ਹੈ ਜੀ ਐਸਟ੍ਰੋਲੋਜੀਕਲੀ ਅਪਰੂਵਡ ਜੀ। ਹੁਣ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਜਾਂ ਕੋਈ ਵਰਲਡ ਕੱਪ ਹੁੰਦੇ ਨੇ, ਲੋਕੀ ਐਸਟ੍ਰੋਲੋਜਰਸ ਜਾਂ ਜੋਤਸ਼ੀਆਂ ਕੋਲ ਵੀ ਜਾਂਦੇ ਨੇ ਤੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਜੀ। ਤੇ ਮੈਂ ਕਿਸੇ ਨਾਲ ਇੰਡੀਆ 'ਚ ਗੱਲ ਕਰ ਰਿਹਾ ਸੀ, ਉਹ ਕਹਿੰਦੇ ਕਿ ਹਾਂਜੀ ਜਿਹੜੇ ਜੋਤਸ਼ੀ ਨੇ, I don't know like how authentic information ਹੁੰਦੀ ਹੈ, ਉਹ ਕਹਿੰਦੇ ਨੇ ਕਿ ਹਾਂਜੀ ਇਹਦਾ ਇਫੈਕਟ ਜਿਹੜਾ ਹੈਗਾ ਉਹ ਆਪਣਾ ਅਪ੍ਰੈਲ ਐਂਡ 'ਚ ਘਟੇਗਾ ਤੇ ਆਫਟਰ 15th ਮਈ ਇਹ ਵਾਪਸੀ ਪਾਏਗਾ। ਚਲੋ ਜੇ ਅਸੀਂ ਵੀ ਹੋਪ ਕਰਦੇ ਆ ਅਮਰਦੀਪ ਜੀ, ਜੇ ਇਹ ਗੱਲ ਸੱਚੀ ਹੋ ਜਾਏ, ਚਲੋ ਮੈਂ ਤਾਂ ਬਿਲਕੁਲ ਨਹੀਂ ਮੰਨਦਾ ਐਸਟ੍ਰੋਲੋਜੀ ਵਿੱਚ, ਪਰ ਜੇ ਇਹ ਗੱਲ ਸੱਚੀ ਹੋ ਜਾਂਦੀ ਹੈ ਚਲੋ ਬਹੁਤ ਵਧੀਆ ਗੱਲ ਹੈ ਸਾਰੀ ਹਿਊਮੈਨਿਟੀ ਲਈ। ਤੇ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਅਮਰਦੀਪ ਜੀ, ਸਾਡੇ ਨਾਲ ਰੋਜ਼ ਜੁੜੇ ਰਹੋ, ਆਪਣੇ ਵਿਊ ਸਾਡੇ ਨਾਲ ਸ਼ੇਅਰ ਕਰਦੇ ਰਹੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ ਅਮਤੋਜ ਜੀ, ਥੈਂਕ ਯੂ ਕਿਜਨ ਜੀ, ਤੇ ਟੇਕ ਕੇਅਰ ਜੀ, ਸਟੇ ਸੇਫ ਜੀ। ਬਿਲਕੁਲ, ਥੈਂਕ ਯੂ ਜੀ। ਤੇ ਕਾਲੋ ਸਾਹਿਬ, ਮੇਰੇ ਦਿਮਾਗ 'ਚ ਇੱਕ ਹੌਲੀ ਜਿਹੜੀ ਹੁਣ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਹਰੇਕ ਨੂੰ ਰਿਸਪੌਂਸਿਬਿਲਿਟੀ ਲੈਣੀ ਪਏਗੀ, ਤੇ ਇੱਕਦਮ ਜਿੱਦਾਂ ਸੋਸ਼ਲ ਮੀਡੀਆ ਚੱਲਦਾ ਹੈਗਾ, ਤੇ ਮੈਂ ਚਾਹਾਂਗਾ ਕਿ ਆਪਾਂ ਇੱਕ ਆਨਲਾਈਨ ਕੈਂਪੇਨ ਸ਼ੁਰੂ ਕਰੀਏ ਜੀ, ਤੇ ਜਿਹਦੇ 'ਚ ਆਪਾਂ ਹਰੇਕ ਬੰਦੇ ਨੂੰ ਨੋਮੀਨੇਟ ਕਰੀਏ ਜਿਹੜਾ ਆਪਾਂ ਨੂੰ ਲੱਗਦਾ ਹੈ ਕਿ ਘਰੇ ਰਹਿ ਰਿਹਾ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਜੀ। ਡੈਫੀਨਿਟਲੀ ਇਹਨਾਂ ਦੇ ਆਪਾਂ ਪ੍ਰੋਗਰਾਮ ਤੋਂ ਬਾਅਦ ਇੱਕ ਸ਼ੁਰੂ ਕਰਦੇ ਹਾਂ, ਇੱਕ ਹੈਸ਼ਟੈਗ ਸ਼ੁਰੂ ਕਰਾਂਗੇ ਕਿ ਕੌਣ ਘਰੇ ਰਹਿ ਕੇ ਆਪਣੀ ਰਿਸਪੌਂਸਿਬਿਲਿਟੀਜ਼ ਨੂੰ ਸ਼ੇਅਰ ਕਰ ਰਿਹਾ ਤੇ ਕੌਣ ਸਹੀ ਸਿਟੀਜ਼ਨ ਹੈਗਾ ਕੈਨੇਡੀਅਨ ਦਾ, ਤੇ ਕੌਣ ਹੱਕਦਾਰ ਹੈ ਵਾਕਈ ਇਹ ਸੋਹਣੀ ਤੇ ਵਧੀਆ ਕੰਟਰੀ 'ਚ ਰਹਿਣ ਦਾ ਤੇ ਕਿਸੇ ਹੋਰ ਦੀ ਲਾਈਫ ਨੂੰ ਰਿਸਕ ਤੇ ਨਹੀਂ ਪਾ ਰਿਹਾ। ਜਦੋਂ ਕਰੋਨਾ ਵਾਇਰਸ ਦਾ ਕਹਿਰ ਘੱਟ ਹੋਵੇਗਾ, ਅਸੀਂ ਰੋਜ਼ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਸੱਜਣ ਸਾਨੂੰ ਜਾਂ ਸਾਡੇ ਦਰਸ਼ਕ ਜਿਹੜੇ ਨੇ ਉਹ ਆਪਣੀਆਂ ਤਸਵੀਰਾਂ ਭੇਜਣਗੇ ਕਿ ਹਾਂ ਉਹ ਵਧੀਆ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਜਿਹੜੀਆਂ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰ ਰਹੇ ਨੇ, ਉਹਨਾਂ ਦੀ ਅਸੀਂ ਤਸਵੀਰ ਆਪਣੇ ਨਗਾਰਾ ਟੀਵੀ ਤੇ, ਫੇਸਬੁੱਕ ਤੇ, ਟਵਿੱਟਰ ਤੇ, YouTube ਦੇ ਉੱਤੇ ਸਾਰੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਜਿਹੜੀ ਆ ਉਹ ਚਾਹਾਂਗੇ। ਸਾਡੇ ਨਾਲ ਇਸ ਵੇਲੇ ਬਾਵਾ ਸਰਪਾਲ ਜੀ ਟੋਰਾਂਟੋ ਤੋਂ ਜੁੜੇ ਹੋਏ ਨੇ, ਰੀਤ ਕਾਲੋਂ ਜੀ ਇੰਡੀਆ ਤੋਂ ਜੁੜੇ ਹੋਏ ਨੇ, ਹਰਕਵਲ ਰੰਧਾਵਾ ਆਸਟ੍ਰੇਲੀਆ ਤੋਂ ਜੁੜੇ ਹੋਏ ਨੇ, ਢੰਡ ਸਾਹਿਬ ਨੇ ਜਿਹੜਾ ਅਮਰਦੀਪ ਬਾਠ ਜੀ ਉਹਨਾਂ ਦੀ ਗੱਲਬਾਤ ਨੂੰ ਜਿਹੜਾ ਵਾ ਉਹ ਬਹੁਤ ਐਪਰੀਸ਼ੀਏਟ ਕੀਤਾ। ਸਾਡੇ ਨਾਲ ਕੋਈ ਹੋਰ ਦਰਸ਼ਕ ਜੁੜ ਰਹੇ ਨੇ ਜੀ, ਗੱਲਬਾਤ ਕਰਦੇ ਹਾਂ। ਵੈਲਕਮ ਜੀ ਨਗਾਰਾ ਟੀਵੀ ਦੇ ਉੱਤੇ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਨਮਸਕਾਰ ਜੀ, ਮੈਂ ਆਪੇ ਬੋਲ ਰਿਹਾ ਸ਼ਿਕਾਗੋ ਤੋਂ ਜੀ। ਜੀ ਵੈਲਕਮ ਹੈ ਜੀ ਤੁਹਾਡਾ ਨਗਾਰਾ ਟੀਵੀ ਤੇ। ਹਾਂਜੀ ਆਪਣੀ ਗੱਲ ਰੱਖੋ ਜੀ। ਹਾਂਜੀ
ਕਾਰੋ ਸਾਹਿਬ ਤੇ ਅਮਿਤੋਲ ਜੀ ਸਤਿ ਸ਼੍ਰੀ ਅਕਾਲ, ਨਮਸਕਾਰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਔਰ ਪੂਰੀ ਨਗਾਰਾ ਟੀਮ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਇਹ ਜਿਹੜਾ ਆਪਾਂ ਸੋਚ ਰਹੇ ਆ ਕਿ ਇੰਡੀਆ ਦੇ ਵਿੱਚ ਕਿਉਂ ਨਹੀਂ ਕੰਟਰੋਲ ਹੋ ਰਿਹਾ, ਮੇਰੇ ਵੀਰ ਕੋਲ ਵੀ ਪਹਿਲਾਂ ਕਾਲਰ ਸੀਗੇ ਉਹਨਾਂ ਨੇ ਵੀ ਗੱਲ ਕੀਤੀ ਆ ਜੀ। ਇਹ ਕੰਟਰੋਲ ਇਸ ਕਰਕੇ ਨਹੀਂ ਹੋ ਰਿਹਾ ਕਿ ਆਬਾਦੀ 3 ਕਰੋੜ ਜਾਂ 4 ਕਰੋੜ ਨਹੀਂ ਹੈ, 140 ਕਰੋੜ ਆਬਾਦੀ ਹੈ ਇੰਡੀਆ ਦੀ ਜੀ। ਉਹ ਪਹਿਲਾਂ ਤੇ ਆਪਣੇ ਆਪ ਨੂੰ ਯੂਰੋਪੀਅਨ ਕੰਟਰੀਆਂ ਦੇ ਨਾਲ ਕੰਪੇਅਰ ਨਾ ਕਰਨ ਜੀ, ਕਿਉਂਕਿ ਲੋਕਡਾਊਨ ਕਰਨਾ ਤੇ ਪੂਰੀ ਤਰ੍ਹਾਂ ਕੀਤਾ ਜਾਵੇ ਜੀ। ਹੈ ਜੀ। ਜੋਸ਼ੀ ਸਾਹਿਬ ਨੰਬਰ ਦੋ, ਹਾਂਜੀ ਇਹ ਆਉਣ ਵਾਲੇ ਟਾਈਮ ਤੇ ਪੁਲਿਸ ਦੇ ਹੱਥ ਖੜੇ ਹੋ ਜਾਣੇ ਆ, ਜਿਸ ਜੀ। ਤਰ੍ਹਾਂ ਹੋ ਰਿਹਾ ਹਿੰਦੁਸਤਾਨ ਤੇ ਇੰਡੀਆ ਦੇ ਵਿੱਚ ਸਾਡੇ ਆਉਣ ਵਾਲੇ ਟਾਈਮ ਤੇ ਪੁਲਿਸ ਦੇ ਹੱਥ ਖੜੇ ਹੋ ਜਾਣੇ ਆ। ਮਤਲਬ ਕਿਸ ਮੁੱਦੇ ਨੂੰ ਤੁਸੀਂ ਬੇਸ ਰੱਖ ਕੇ ਗੱਲ ਜਿਹੜੀ ਆ ਉਹ ਜੋਸ਼ੀ ਸਾਹਿਬ ਦਾਅਵੇ ਨਾਲ ਕਹਿ ਰਹੇ ਹੋ ਕਿ ਜਿਹੜੀ ਸਾਡੀ ਪੁਲਿਸ ਵਾ ਉਹਦੇ ਹੱਥ ਜਿਹੜੇ ਆ ਉਹ ਖੜੇ ਹੋਣ ਵਾਲੇ ਨੇ? ਜੇ ਚਾਨਣਾ ਪਾਓ ਤੇ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਨੇ। ਹਾਂਜੀ, ਮੈਂ ਵੇਖਦਾ ਪਿਆ ਵਾਂ, ਆਪਾਂ ਰੋਜ਼ ਖਬਰਾਂ ਸੁਣਦੇ ਆ, ਅੱਜ ਪੁਲਿਸ ਦੇ ਹੱਥ ਖੜੇ ਹੀ ਆ ਨਾ। ਜਿਹੜਾ ਬਾਂਦਰਾ ਦੇ ਵਿੱਚ ਬੰਬੇ 'ਚ ਇਕੱਠੀ ਹੋ ਗਈ ਭੀੜ, ਜੀ। ਕਦੀ ਦਿੱਲੀ 'ਚ ਇਕੱਠੀ ਹੋ ਜਾਂਦੀ ਭੀੜ, ਜੀ। ਤੇ ਜਿਹੜੀ ਇਹ 50,000 20,000 ਲੱਖ ਬੰਦਾ ਇਕੱਠਾ ਹੋ ਜਾਂਦਾ ਤੇ ਪੁਲਿਸ ਦੇ ਵੱਸ ਦਾ ਨਹੀਂ ਹੈਗਾ। ਮੈਂ ਤਾਂ ਛੋਟੀ ਜਿਹੀ ਗੱਲ ਦੱਸਣਾ ਚਾਹੁੰਦਾ ਵਾਂ, ਜਦੋਂ ਪੰਜਾਬ 'ਚ ਮਾਹੌਲ ਵੀ ਖਰਾਬ ਸੀ ਉਦੋਂ ਸ਼ਹਿਰਾਂ ਦੇ ਸ਼ਹਿਰਾਂ 'ਚ ਤਲਾਸ਼ੀ ਹੁੰਦੀ ਸੀ ਤੇ ਆਰਮੀ ਨੂੰ ਪੂਰਾ ਸਿਸਟਮ ਪਤਾ ਹੁੰਦਾ ਵਾ ਕਿ ਸ਼ਹਿਰ ਨੂੰ ਤਲਾਸ਼ੀ ਕਿਵੇਂ ਕਰਨੀ, ਹਰ ਬੰਦੇ ਨੂੰ ਪਹਿਚਾਣ ਕਿਵੇਂ ਕਰਨੀ ਹੈ। ਜੀ। ਆਰਮੀ ਸਿਸਟਮ ਜਿਹੜਾ ਪੁਲਿਸ ਤੋਂ ਬਹੁਤ ਉੱਪਰ ਹੁੰਦਾ ਵਾ। ਜੀ। ਆਉਣ ਵਾਲੇ ਟਾਈਮ ਆਰਮੀ ਦੇ ਹੀ ਕਰਨਾ ਪੈਣਾ ਵਾ ਇਹ ਕੰਮ, ਵਰਨਾ ਪੁਲਿਸ ਕੋ ਨਹੀਂ ਸੰਭਾਲ ਜਾਣਾ। ਇਹ 150 ਕਰੋੜ ਦੀ ਆਬਾਦੀ ਵਾਲਾ ਮੁਲਕ ਹੈ ਇੰਡੀਆ, ਇਹ ਕੋਈ 3-4 ਕਰੋੜ ਨਹੀਂ ਹੈ। ਇੰਗਲੈਂਡ ਜਾਂ ਯੂਰਪ ਕੰਟਰੀ ਨਹੀਂ ਕੋਈ, ਜਾਂ ਕੈਨੇਡਾ 3.5 ਕਰੋੜ ਆ, ਉਹ ਕੰਟਰੀ ਨਹੀਂ ਆਏ। ਮਤਲਬ ਤੁਹਾਡੇ ਕਹਿਣ ਦੇ ਮੁਤਾਬਕ ਹੈ ਕਿ ਇੰਡੀਆ ਦੇ ਵਿੱਚ ਨਾ ਸਮਝਾਂ ਦੀ ਤੇ ਮੂਰਖਾਂ ਦੀ ਗਿਣਤੀ ਜਿਹੜੀ ਉਹ ਜ਼ਿਆਦਾ ਵਾ, ਜਿਹੜੇ ਇਸ ਗੱਲ ਨੂੰ ਸਮਝ ਨਹੀਂ ਰਹੇ। 100% ਗੱਲ ਸਹੀ ਹੈ। ਤੁਸੀਂ ਦੇਖੋ, ਮੈਂ ਹੈਰਾਨ ਹੁੰਦਾ ਵਾਂ ਲੋਕਾਂ ਨੂੰ ਵੇਖ ਕੇ ਕਿ ਲੋਕੀ ਕਰਦੇ ਕੀ ਆ। ਇਹਨਾਂ ਨੂੰ ਅਮਰੀਕਾ ਦਾ ਹਾਲ ਨਹੀਂ ਦਿਖਦਾ ਪਿਆ। ਸੁਪਰ ਪਾਵਰ ਅਮਰੀਕਾ ਦਾ ਕੀ ਹਾਲ ਹੋ ਗਿਆ ਵਾ ਜੀ। ਮੈਂ ਜੋਸ਼ੀ ਦੇ ਭਾਰ ਲੈ ਉਹਨੇ 1 ਲੱਖ ਤਬੂਤ ਦਾ ਆਰਡਰ ਦਿੱਤਾ ਵਾ। ਮੈਂ ਜੋਸ਼ੀ ਸਾਹਿਬ ਤੁਹਾਡੀ ਗੱਲ ਜਿਹੜੀ ਆ ਉਹਨੂੰ ਥੋੜੀ ਜਿਹੀ ਕੱਟਣਾ ਚਾਹਾਂਗਾ। ਇਹ ਤੁਹਾਡੇ ਆਪਣੇ ਪਰਸਨਲ ਵਿਊ ਹੋ ਸਕਦੇ ਆ, ਜਿਹੜਾ ਤੁਸੀਂ ਏਡੀ ਵੱਡੀ ਆਬਾਦੀ ਦੇ ਬਾਰੇ ਜਿਹੜੇ ਇਸ ਤਰ੍ਹਾਂ ਦੇ ਵਿਊ ਰੱਖ ਰਹੇ ਹੋ, ਇਹ ਤੁਹਾਡੇ ਪਰਸਨਲ ਵਿਊ ਜ਼ਰੂਰ ਹੋ ਸਕਦੇ ਨੇ। ਨਗਾਰਾ ਟੀਵੀ ਇਸ ਤਰ੍ਹਾਂ ਦੀ ਕਿਸੇ ਗੱਲ ਦੀ ਸਪੋਰਟ ਨਹੀਂ ਕਰਦਾ। ਮੈਂ ਦੂਜੀ ਗੱਲ ਤੁਹਾਡੇ ਤੋਂ ਇਹ ਪੁੱਛਣੀ ਚਾਹੁੰਦਾ ਹਾਂ ਜੋਸ਼ੀ ਸਾਹਿਬ, ਹੁਣ ਤੁਸੀਂ USA ਵਿੱਚ ਰਹਿ ਰਹੇ ਹੋ, ਕੀ ਲੱਗਦਾ ਤੁਹਾਨੂੰ ਕਿ USA ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਹੋ ਰਹੇ ਨੇ? ਹਾਲਾਤ ਉੱਥੇ ਹੋਰ ਵਿਗੜ ਸਕਦੇ ਜੇ ਪੂਰਨ ਲਾਕਡਾਊਨ ਨਾ ਕੀਤਾ ਗਿਆ। ਇਵਨ ਟਰਾਂਸਪੋਰਟੇਸ਼ਨ ਵੀ ਬੰਦ ਕਰਨੀ ਪੈਣੀ ਅਮਰੀਕਾ ਨੂੰ, ਯਾਦ ਰੱਖੋ ਤੁਸੀਂ। ਤੇ ਗਲਤੀ ਕਿਹਦੀ ਇਹਦੇ ਵਿੱਚ ਜੀ? ਫਿਰ ਗਲਤੀ ਦੇਖੋ, ਅਮਰੀਕਾ ਸੱਚ ਕੀ ਆ ਜੀ, ਅਮਰੀਕਾ ਦੀ ਇਕਨੋਮੀ ਸੁਪਰ ਪਾਵਰ ਹੈ ਅਮਰੀਕਾ, ਇਸ ਕਰਕੇ ਉਹਨੂੰ ਲੱਗਦਾ ਪਿਆ ਕਿ ਮੈਂ ਇੱਕਦਮ ਡਾਊਨ ਕਰੂੰਗਾ ਤੇ ਬਹੁਤ ਕੁਝ ਡਾਊਨ ਹੋ ਜਾਣਾ ਜੀ। ਤੇ ਜੇ ਲੋਕ ਹੀ ਨਾ ਜੋਸ਼ੀ ਸਾਹਿਬ, ਜੇ ਲੋਕ ਹੀ ਨਾ ਰਹੇ ਤੇ ਇਕਨੋਮੀ ਨੂੰ ਕੀ ਕਰਨਾ? ਮੈਨੂੰ ਇੱਕ ਗੱਲ ਦੱਸਿਓ। ਇਹੋ ਮੈਂ ਤੁਹਾਨੂੰ ਇਹੋ ਦੱਸਣਾ ਚਾਹੁੰਦਾ ਨਾ, ਇਹ ਤੁਸੀਂ ਇਹ ਨਾ ਸੋਚੋ ਕਿ ਪੂਰੀ ਦੁਨੀਆ ਦੀ ਜਿਹੜੀ ਕੰਟਰੀਆਂ ਵਾ ਨਾ, ਸਾਰੀਆਂ ਆਪਸ ਵਿੱਚ ਤਾਲਮੇਲ ਨਾਲ ਸਾਰੀ ਗੱਲ ਕਰਕੇ ਫਿਰ ਕੰਮ ਕਰਦੀਆਂ ਪਈਆਂ। ਇਹ ਗੱਲ ਯਾਦ ਰੱਖਣਾ ਤੁਸੀਂ, ਚਾਹੇ ਅਮਰੀਕਾ, ਚਾਹੇ ਇੰਡੀਆ, ਚਾਹੇ ਬ੍ਰਾਜ਼ੀਲ ਜਾਂ ਚਾਹੇ ਕੋਈ ਵੀ ਆ ਜੀ। ਤੇ ਜੋਸ਼ੀ ਸਾਹਿਬ ਆਪਸ ਵਿੱਚ ਤਾਲਮੇਲ ਕਰਕੇ ਪਿਆ, ਲੇਕਿਨ ਅਮਰੀਕਾ ਨੂੰ ਪੂਰਨ ਲਾਕਡਾਊਨ ਕਰਨਾ ਪੈਣਾ ਵਾ ਔਰ ਇੰਡੀਆ ਨੂੰ ਇਹਦੇ ਤੋਂ ਵੀ ਜ਼ਿਆਦਾ ਸਖਤਾਈ ਕਰਨੀ ਪੈਣੀ ਆਪਣੇ ਮੁਲਕ 'ਚ, ਕਿਉਂਕਿ ਇੰਡੀਆ ਦੇ ਵਿੱਚ 150 ਕਰੋੜ ਆਬਾਦੀ ਆ, ਨਾ ਕਿ 10 ਕਰੋੜ ਆਬਾਦੀ, 150 ਕਰੋੜ ਆਬਾਦੀ। ਔਰ ਮੈਂ ਇਹ ਕਹਿਣਾ ਚਾਹੁੰਦਾ, ਮੈਨੂੰ ਇਹ ਸ਼ਰਮ ਆਉਂਦਾ, ਮੂਰਖਾਂ ਦੀ ਆਬਾਦੀ ਹੈ ਉੱਥੇ। ਚਲੋ ਜੋਸ਼ੀ ਸਾਹਿਬ, ਇਹ ਜੋਸ਼ੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਕਰ ਲਈ। ਇਹ ਤੁਹਾਡੇ ਆਪਣੇ ਜੋਸ਼ੀ ਸਾਹਿਬ ਦੇ ਆਪਣੇ ਵਿਚਾਰ ਹੋ ਸਕਦੇ ਨੇ। ਨਗਾਰਾ ਟੀਵੀ ਕਿਸੇ ਵੀ ਇਸ ਤਰ੍ਹਾਂ ਦੇ ਵਿਚਾਰ ਦੇ ਨਾਲ ਬਿਲਕੁਲ ਜਿਹੜਾ ਵਾ ਉਹਦਾ ਸਮਰਥਨ ਨਹੀਂ ਕਰਦਾ, ਜਾਂ ਇਸ ਤਰ੍ਹਾਂ ਦਾ ਕੋਈ ਵੀ ਵਿਚਾਰ ਜਿਹੜਾ ਉਹ ਨਹੀਂ ਰੱਖਦਾ। ਮੈਂ ਜੋਸ਼ੀ ਲਾਸਟ ਨੇਮ ਸੁਣ ਕੇ ਆਪਾਂ ਨੂੰ ਐਂ ਲੱਗਦਾ ਕਿ ਇਹ ਵੀ ਸ਼ਾਇਦ ਇੰਡੀਅਨ origin ਨਹੀਂ, ਬਿਲਕੁਲ ਪੰਜਾਬੀ ਬੋਲ ਰਹੇ ਨੇ ਤੇ ਇਟ ਮੀਨ ਕਿ ਉਹ ਪੰਜਾਬ ਨੂੰ ਬਿਲੋਂਗ ਰੱਖਦੇ ਨੇ। ਦਰਦ ਵੀ ਹੁੰਦਾ ਕਈ ਵਾਰੀ ਅਮਤੋਜ ਜੀ, ਜਦੋਂ ਬੰਦਾ ਕਈ ਵਾਰੀ ਕਹਿੰਦੇ ਨੇ ਕਿ ਦਰਦ ਦੀ ਜਦੋਂ ਇੰਤਹਾ ਵੱਧ ਜਾਂਦੀ ਹੈ ਤੇ ਉਹ ਜਿਹੜੀ ਪੀੜ ਆ ਉਹ ਬੁੱਲਾਂ ਤੇ ਆ ਕੇ ਕਈ ਵਾਰੀ ਬੜੇ ਗਲਤ ਲਫ਼ਜ਼ ਜਿਹੜੇ ਆ ਉਹ ਮੂੰਹ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਪਰੰਤੂ ਕਿਤੇ ਨਾ ਕਿਤੇ ਪੀੜ ਵਾ ਪੰਜਾਬੀਆਂ ਦੀ ਜਾਂ ਹਿੰਦੁਸਤਾਨੀਆਂ ਦੀ ਜਿਹੜੀ ਉਹਨਾਂ ਦੇ ਅੰਦਰੋਂ ਛਲਕ ਰਹੀ ਸੀ। ਧੰਨਵਾਦ ਜੋਸ਼ੀ ਸਾਹਿਬ ਤੁਹਾਡਾ ਫੋਨ ਕਰਨ ਵਾਸਤੇ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਦਰਸ਼ਕਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਜਿਹੜਾ ਉਹ ਜ਼ਰੂਰ ਕਰਾਈਏ। ਅਮਤੋਜ ਜੀ, ਇੱਕ ਖਬਰ ਜਿਹੜੀ ਅੱਜ ਇੱਕ ਹੋਰ ਸੁਰਖੀਆਂ ਬੜੀਆਂ ਰਹੀਆਂ ਨੇ, ਮਿਆਂਮਾਰ ਦੇ ਵਿੱਚ ਚਮਗਿੱਦੜਾਂ ਦੀਆਂ, ਜਿਹਨਾਂ ਨੂੰ ਚਮਗਾਦੜ ਕਹਿੰਦੇ ਨੇ, ਉਹਨਾਂ ਦੇ ਵਿੱਚ 6 ਤਰ੍ਹਾਂ ਦੇ ਕਰੋਨਾ ਜਿਹੜੇ ਆ ਉਹ ਅੱਜ ਹੋਰ ਲੱਭ ਲਏ ਗਏ ਨੇ। ਜੀ ਕਹੋਗੇ ਇਸ ਬਾਰੇ ਤੁਸੀਂ? ਕਰ ਸਕਦੇ ਇਹਦੇ ਬਾਰੇ ਹੁਣ ਕਰ ਤੇ ਕੀ ਸਕਦੇ ਆ ਵੀ ਆਪਾਂ, ਜਿਹੜਾ ਕਿ ਕਰੋਨਾ ਅਲਟੀਮੇਟਲੀ ਜਿਹੜਾ ਵਾਇਰਸ ਹੈਗਾ, ਇਹ ਐਕਚੁਅਲੀ ਇੱਕ ਵਾਇਰਸ ਨਹੀਂ, ਇਹ ਕੰਬੀਨੇਸ਼ਨ ਹੈਗਾ ਬਹੁਤ ਸਾਰੇ ਵਾਇਰਸ। ਠੀਕ ਹੈ, ਆਲਰੇਡੀ ਇਹ ਗਰੁੱਪ ਆਫ ਵਾਇਰਸਸ ਹੈ
ਇਸੇ ਕਰਕੇ ਜੇ ਸਿੰਗਲ ਹੁੰਦਾ ਤੇ ਸ਼ਾਇਦ ਇਹਦੇ ਨਾਲ ਲੜਨਾ ਸੌਖਾ ਹੁੰਦਾ, ਇਹਦੇ ਤੇ ਰਿਸਰਚ ਬਹੁਤ ਛੇਤੀ ਕੰਪਲੀਟ ਹੋ ਜਾਂਦੀ, ਐਂਟੀਡੋਟ ਬਹੁਤ ਛੇਤੀ ਬਣ ਜਾਂਦਾ। ਪਰ ਕਰੋਨਾ ਕੀ ਇੱਕ ਫੈਮਿਲੀ ਆਫ ਵਾਇਰਸਿਸ ਕਹਿੰਦੇ ਜਿੱਦਾਂ ਇੰਗਲਿਸ਼ 'ਚ, ਜੀ ਇੱਕ ਫੈਮਿਲੀ ਆਫ ਵਾਇਰਸਿਸ ਹੈਗਾ ਜਿਹਦੇ 'ਚ ਕਈ ਵਾਇਰਸ ਮਿਕਸ ਹੋਏ ਨੇ। ਜੀ ਇਸੇ ਕਰਕੇ ਜਿਹੜੀ ਇਹਦੇ ਤੇ ਰਿਸਰਚ ਨੂੰ ਟਾਈਮ ਲੱਗ ਰਿਹਾ ਹੈਗਾ ਤੇ ਇਹਦੇ ਐਂਟੀਡੋਟ ਲਈ ਵੀ ਟਾਈਮ ਲੱਗ ਰਿਹਾ ਹੈਗਾ। ਜੀ ਤੇ ਜਿੱਥੇ ਤੱਕ ਹੁਣ ਇਹ ਨਿਊਜ਼ ਹੈ 6 ਹੋਰ ਹੈ, ਤੇ ਹੋ ਸਕਦਾ ਕਿ ਇਸ ਤੇ ਕੰਮ ਪਹਿਲਾਂ ਸ਼ੁਰੂ ਹੋ ਜੇ 6 ਹੋਰ ਵਾਇਰਸਿਸ ਤੇ ਸ਼ਾਇਦ ਵੀ ਐਂਟੀਡੋਟ ਇਹਨਾਂ ਦਾ ਪਹਿਲਾਂ ਹੀ ਬਣ ਜੇ ਇਸ ਤੋਂ ਪਹਿਲਾਂ। ਉਹਦਾ ਮੈਂ ਇਸ ਕਰਕੇ ਤੁਹਾਡੀ ਜਾਣਕਾਰੀ ਦੇ ਵਿੱਚ ਇਹ ਖਬਰ ਲਿਆਂਦੀ ਸੀ ਕਿ ਚੀਨ ਦੇ ਵਿੱਚ ਕਰੋਨਾ ਵਾਇਰਸ ਦਾ ਅਟੈਕ ਜਿਹੜਾ ਫਿਰ ਹੋ ਚੁੱਕਾ। ਜੀ ਇਹ ਕੋਈ ਛੁਪੀ ਗੱਲ ਨਹੀਂ, ਕਿਉਂਕਿ ਚੀਨ ਹੀ ਜਨਮਦਾਤਾ ਹੈ ਇਸ ਏਡੀ ਵੱਡੀ ਭਿਆਨਕ ਬਿਮਾਰੀ ਦਾ। ਜਨਮਦਾਤਾ ਚੀਨ ਹੈ। ਚੀਨ ਨੇ ਪੂਰੀ ਦੁਨੀਆ ਨੂੰ ਖਤਰੇ ਦੇ ਵਿੱਚ ਪਾਇਆ। ਜੀ ਸੁਪਰ ਪਾਵਰ ਬਣਨ ਦੀ ਹੋੜ ਦੇ ਵਿੱਚ ਇਸ ਨਾ ਸਮਝ ਮੁਲਕ ਨੇ, ਨਾ ਸਮਝ ਤੇ ਨਹੀਂ ਕਹਿ ਸਕਦੇ, ਸੋਚੀ ਸਮਝੀ ਇੱਕ ਸਾਜ਼ਿਸ਼ ਆ। ਇਹਨੇ ਪੂਰੀ ਦੁਨੀਆ ਦੇ ਉੱਤੇ ਜਿਹਨੂੰ ਰਸਾਇਣਕ ਹਮਲਾ ਅਸੀਂ ਕਹਿ ਸਕਦੇ ਹਾਂ ਉਹ ਕੀਤਾ। ਇਸ ਦਾ ਇਵਜ ਜਾਂ ਇਸ ਦਾ ਭੁਗਤਾਨ ਇਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਪਵੇਗਾ। ਚੀਨ ਬਚੇਗਾ ਨਹੀਂ ਇਸ ਤੋਂ, ਇਹ ਮੈਂ ਤੁਹਾਨੂੰ ਦੱਸਦਾ। ਕਿੰਨੀ ਤਾਦਾਦ ਦੇ ਵਿੱਚ ਉੱਥੇ ਵੀ ਮੌਤਾਂ ਹੋ ਚੁੱਕੀਆਂ, ਜਿਸ ਦਾ ਆંકੜਾ ਜਿਹੜਾ ਵਾ ਉਹ ਲੋਕਾਂ ਕੋਲੋਂ ਛੁਪਾਇਆ ਜਾ ਰਿਹਾ। ਜੀ ਚੀਨ ਹੀ ਮੇਨ ਵਿਲਨ ਆ ਕਰੋਨਾ ਵਾਇਰਸ ਦਾ। ਕੀ ਕਹੋਗੇ ਇਸ ਬਾਰੇ ਜੀ? ਕਾਲੋ ਸਾਹਿਬ, ਇਹ ਤੇ ਹੁਣ ਆਪਾਂ ਪੁਸ਼ਟੀ ਨਹੀਂ ਕਰ ਸਕਦੇ, ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਜਦੋਂ ਦੇਖ ਕੋਈ ਵੀ ਕਨਸਪੀਰੇਸੀ ਹੁੰਦੀ ਹੈ ਉਹਦੇ ਬਾਰੇ ਬੜੇ ਸਾਰੇ ਵਿਊ ਪੁਆਇੰਟ ਆਉਂਦੇ ਨੇ ਹਰੇਕ ਕੰਟਰੀ ਦੇ। ਜਿੱਦਾਂ ਯੂਐਸ ਨੇ ਆਲਰੇਡੀ 3 ਟ੍ਰਿਲੀਅਨ ਦਾ ਲਾਅਸੂਟ ਜਿਹੜਾ ਹੈਗਾ ਜੀ ਉਹ ਫਾਈਲ ਕਰ ਦਿੱਤਾ ਚਾਈਨਾ ਦੇ ਅਗੇਂਸਟ ਕਿ ਚਾਈਨਾ ਨੇ ਇਹ ਸਪਰੈਡ ਕੀਤਾ ਹੈ। ਜੀ ਤੇ ਹੋ ਸਕਦਾ ਜਦੋਂ ਕੋਰਟ ਵਿੱਚ ਕੇਸ ਜਾਏਗਾ ਜਾਂ ਕੋਈ ਵੀ ਐਵੀਡੈਂਸਸ ਸਾਹਮਣੇ ਆਉਂਦੇ ਨੇ, ਕਿੱਦਾਂ ਬਣਿਆ, ਕਿੱਥੋਂ ਬਣਿਆ ਤੇ ਕਿੱਥੋਂ ਐਗਜ਼ੀਕਿਊਟ ਕੀਤਾ ਗਿਆ ਇਹ ਪਲਾਨ, ਜਦੋਂ ਉਹ ਸਾਹਮਣੇ ਆਏਗਾ ਫਿਰ ਹੀ ਆਪਾਂ ਇਸ ਚੀਜ਼ ਦੀ ਪੁਸ਼ਟੀ ਕਰ ਪਾਵਾਂਗੇ। ਪਰ ਕਿਤੇ ਨਾ ਕਿਤੇ ਚਾਈਨਾ ਦਿਨ ਬ ਦਿਨ ਇਹ ਇਲਜ਼ਾਮ ਲਾਉਂਦਾ ਕਿ ਅਮਰੀਕਨ ਆਰਮੀ ਨੇ ਜਿਹੜਾ ਵਾ ਉਹ ਚਾਈਨਾ ਦੇ ਵਿੱਚ ਆ ਕੇ ਇਸ ਵਾਇਰਸ ਨੂੰ ਜਿਹੜਾ ਵਾ ਉਹ ਫੈਲਾਇਆ। ਤੁਹਾਨੂੰ ਲੱਗਦਾ ਇਹਦੇ ਵਿੱਚ ਕੁਝ ਸੱਚਾਈ ਹੋਏਗੀ? ਕਾਲਾ ਸਾਹਿਬ ਦੇਖੋ, ਇਹ ਜਿਹੜੀ ਗਵਰਨਮੈਂਟਾਂ ਨੇ ਇਹ ਆਪਣੀ ਸੋਚ ਤੋਂ ਬਹੁਤ ਅੱਗੇ ਸ਼ੁਰੂ ਹੁੰਦੀਆਂ ਨੇ, ਜੇ ਆਪਣੀ ਸੋਚ ਖਤਮ ਹੁੰਦੀ ਹੋਵੇ ਤੇ ਸ਼ਾਇਦ ਸ਼ੁਰੂ ਹੁੰਦੀਆਂ ਨੇ। ਕੁਝ ਵੀ ਹੋ ਸਕਦਾ, ਪਰ ਜੇ ਇਹ ਚਾਈਨਾ ਵਾਲੇ ਕਹਿਣ ਵੀ ਕੋਈ ਹੋਰ ਕੰਟਰੀ ਆ ਕੇ ਚਾਈਨਾ 'ਚ ਪਲਾਂਟ ਕਰ ਗਈ ਇਹ ਚੀਜ਼, ਤੇ ਥੋੜਾ ਜਿਹਾ ਮੁਸ਼ਕਿਲ ਹੈ ਮੰਨਣਾ। ਹਾਂ, ਜੇ ਤੁਸੀਂ ਮੈਨੂੰ ਕਹੋ ਕਿ ਚਾਈਨਾ ਦੇ ਵਿੱਚੋਂ ਹੀ ਓਰੀਜਿਨੇਟ ਹੋਇਆ, ਕਿਸੇ ਨੇ ਕੀਤਾ, ਸ਼ਾਇਦ ਕੋਈ ਹੋਰ ਕੰਟਰੀ ਨੇ ਚਾਈਨਾ ਦੇ ਵਿੱਚੋਂ ਹੀ ਬਣਾ ਕੇ ਤੇ ਐਗਜ਼ੀਕਿਊਟ ਕੀਤਾ, ਫਿਰ ਵੀ ਮੈਂ ਮੰਨ ਸਕਦਾ। ਪਰ ਇਹ ਨਹੀਂ ਕਹਿ ਸਕਦੇ ਵੀ ਯੂਐਸ ਤੋਂ ਲਿਆ ਕੇ ਤੇ ਚਾਈਨਾ ਵਿੱਚ ਪਲਾਂਟ ਕਰ ਦਿੱਤਾ ਗਿਆ ਤੇ ਯੂਐਸ ਨੇ ਆਪਦੇ ਇੰਨੀ ਜਿਹੜੀ ਜਾਨ ਗਵਾਈ ਹੈ, ਇਕਨੋਮੀ ਉਹਨਾਂ ਦੀ ਕਾਫੀ ਥੱਲੇ ਚਲੇ ਗਈ ਹੈ। ਸ਼ਾਇਦ ਮੈਨੂੰ ਲੱਗਦਾ ਇਹ ਨਹੀਂ ਚਾਹਿਆ ਹੋਏਗਾ ਕਿਸੇ ਤਰ੍ਹਾਂ। ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਜਿਹੜੀ ਲੋਕਾਂ ਨੇ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰਕੇ ਰੱਖਿਆ, ਜਾਂ ਲੋਕੀ ਇਸ ਪ੍ਰਤੀ ਜਾਗਰੂਕ ਹੋ ਗਏ ਨੇ ਜੀ ਵੀ ਕਰੋਨਾ ਵਾਇਰਸ ਜਿਹੜਾ ਵਾ ਇਹ ਇੱਕ ਛੂਤ ਦੀ ਬਿਮਾਰੀ ਆ। ਇਹ ਛੂਤ ਦੇ ਨਾਲ ਫੈਲਦਾ ਹੈ ਹਮੇਸ਼ਾ, ਹਵਾ ਦੇ ਵਿੱਚੋਂ, ਜੀ ਇੱਕ ਦੂਜੇ ਨੂੰ ਟੱਚ ਕਰਨ ਦੇ ਵਿੱਚੋਂ, ਜਾਂ ਕਿਸੇ ਦੀ ਕੋਈ ਟੱਚ ਕੀਤੀ ਹੋਈ ਚੀਜ਼ ਜਿਹੜੀ ਉਹਨੂੰ ਅਸੀਂ ਛੂਹਦੇ ਹਾਂ ਤੇ ਇਸ ਕਰਕੇ ਇਹ ਫੈਲਦਾ। ਜੀ ਲੋਕਾਂ ਨੇ ਇਹਦੇ ਬਾਰੇ ਇhtiyਾਤ ਰੱਖਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ। ਇਸ ਦੇ ਕੋਈ ਸਾਰਥਕ ਨਤੀਜੇ ਵੀ ਜਿਹੜੇ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਜੀ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਕਿਤੇ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਆਪਣੇ ਲੋਕਾਂ ਵਿੱਚ ਫੈਲਾਉਣ 'ਚ ਅਜੇ ਤੱਕ ਨਾਕਾਮ ਹੈ, ਜਾਂ ਐਡੀ ਵੱਡੀ ਪਾਪੂਲੇਸ਼ਨ ਜਿਹੜੀ ਆ ਉਹੀ ਸਭ ਤੋਂ ਵੱਡਾ ਜਿਹੜਾ ਅੜਿੱਕਾ ਬਣੀ ਹੋਈ ਹੈ? ਕਾਲਾ ਸਾਹਿਬ, ਇੱਥੇ ਦੋਵੇਂ ਧਿਰਾਂ ਨੇ ਕਿ ਇੱਕ ਗਵਰਨਮੈਂਟ ਕਿੰਨੀ ਇਹ ਚੀਜ਼ ਨੂੰ ਮੈਸੇਜ ਨੂੰ ਫੈਲਾ ਰਹੀ ਹੈ, ਕਿੱਥੇ ਕਿੱਥੇ ਫੈਲਾ ਰਹੀ ਹੈ, ਤੇ ਦੂਜਾ ਧਿਰ ਹੈਗੀ ਹੈ ਕਿ ਜਿਹੜੇ ਲੋਕ ਨੇ ਉਹ ਆਪਣੀ ਕਿੰਨੀ ਕੁ ਰਿਸਪੌਂਸਿਬਿਲਿਟੀ ਸਮਝਦੇ ਨੇ। ਬਿਲਕੁਲ। ਮੈਂ ਤੁਹਾਨੂੰ ਇੱਕ ਛੋਟਾ ਐਗਜ਼ਾਮਪਲ ਦਿੰਦਾ। ਮੈਂ ਹਮੇਸ਼ਾ ਆਪਣੇ ਨੇੜੇ ਪਾਣੀ ਰੱਖਦਾ ਹਾਂ ਜੀ, ਠੀਕ ਹੈ ਜੀ। ਤੇ ਜਦੋਂ ਤੁਸੀਂ ਦੇਖ ਰਹੇ ਹੋ ਸ਼ੋਅ ਦੇ ਵਿੱਚ ਮੈਂ ਘੱਟੋ ਘੱਟ ਨਹੀਂ ਤੇ 1 ਲੀਟਰ ਦੇ ਨੇੜੇ ਤੇੜੇ ਪਾਣੀ ਪੀ ਜਾਣਾ ਵਾ ਜੀ। ਮਕਸਦ ਸਿਰਫ ਆਹੀ ਹੈ ਕਿ ਜਿਹੜੀ ਕਿ ਬਚਿਆ ਜਾਵੇ ਕਰੋਨਾ ਤੋਂ। ਜੇ ਕਰੇਗਾ, ਸਭ ਤੋਂ ਪਹਿਲਾਂ ਤੁਹਾਡੇ ਗਲੇ ਨੂੰ ਇਫੈਕਟ ਕਰੇਗਾ। ਮੈਂ ਘਰੋਂ ਆਉਣ ਤੋਂ ਪਹਿਲਾਂ ਹੱਥ ਧੋਣਾ ਵਾ, ਸਟੂਡੀਓ ਐਂਟਰ ਕਰਨ ਤੇ ਫਿਰ ਹੱਥ ਧੋਈਦਾ, ਸੈਨੀਟਾਈਜ਼ ਕਰਕੇ ਫਿਰ ਸ਼ੋਅ ਕਰੀਦਾ। ਇਸ ਤੋਂ ਬਾਅਦ ਜਦੋਂ ਮੈਂ ਘਰ ਜਾਊਂਗਾ ਤੇ ਦੁਬਾਰਾ ਮੈਂ ਹੱਥ ਧੋਊਂਗਾ ਜੀ, ਠੀਕ ਹੈ ਜੀ। ਇਹ ਹੁਣ ਮੇਰੀ ਬੇਵਕੂਫੀ ਹੋਊਗੀ ਜੇ ਮੈਂ ਹੱਥ ਬਾਰ-ਬਾਰ ਨਹੀਂ ਧੋ ਰਿਹਾ। ਪਾਣੀ ਮੈਨੂੰ ਪਤਾ ਹੈ ਜੇ ਮੈਂ ਪਾਣੀ ਪੀਂਦਾ ਰਹੂੰਗਾ ਤੇ ਮੈਂ ਥੋੜਾ ਜਿਹਾ ਸੇਫ ਹੈ, ਮੈਂ ਪਾਣੀ ਨਹੀਂ ਪੀ ਰਿਹਾ ਜਾਂ ਕੁਝ ਵੀ ਇਹੋ ਜਿਹਾ ਨਹੀਂ ਕਰ ਰਿਹਾ, ਫੋਲੋ ਨਹੀਂ ਕਰ ਰਿਹਾ, ਤੇ ਮੇਰੀ ਗਲਤੀ ਹੋਗੀ। ਤਾਂ ਕਿਤੇ ਨਾ ਕਿਤੇ ਮੋਰਲ ਰਿਸਪੌਂਸਿਬਿਲਿਟੀ ਜਿਹੜੀ ਹੁੰਦੀ ਹੈ ਜੀ, ਉਹ ਵੀ ਕਿਤੇ ਨਾ ਕਿਤੇ ਜਿਹੜੇ ਸਿਟੀਜ਼ਨ ਹੈਗਾ ਕਿਸੇ ਵੀ ਕੰਟਰੀ ਦਾ, ਉਹਨੂੰ ਨਿਭਾਣੀ ਹੀ ਪਏਗੀ। ਮੈਂ ਦਰਸ਼ਕਾਂ ਨੂੰ ਫਿਰ ਦੁਬਾਰਾ ਦੱਸ ਦੇਣਾ ਚਾਹੁੰਦਾ ਕਿ ਸਾਡਾ WhatsApp ਨੰਬਰ ਜਿਹੜਾ ਉਹ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ। ਦੁਨੀਆ ਦੇ ਕਿਸੇ ਕੋਨੇ ਤੋਂ ਵੀ ਤੁਸੀਂ ਸਾਡੇ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਅਸੀਂ ਸਵਾਗਤ ਕਰਾਂਗੇ ਤੁਹਾਡਾ ਨਗਾਰਾ ਟੀਵੀ ਤੇ ਸਾਡੇ ਇਸ ਪ੍ਰੋਗਰਾਮ ਤੋਂ ਕੁਝ ਚਿਰ ਬਾਅਦ ਪ੍ਰੋਗਰਾਮ ਆਏਗਾ ਜ਼ਰਾ ਹਟ ਕੇ, ਕਿਉਂਕਿ ਪ੍ਰੋਗਰਾਮ ਵੀ ਜ਼ਰਾ ਹਟ ਕੇ ਹੀ ਆ। ਉਹਦੇ ਵਿੱਚ ਅਮਰਜੀਤ ਚੀਮਾ ਜੀ ਅੱਜ MP ਸੁਖ ਧਾਰੀਵਾਲ ਉਹਨਾਂ ਦੇ ਨਾਲ ਫੋਨ ਦੇ ਉੱਤੇ ਸੰਪਰਕ ਜਿਹੜਾ ਉਹ ਕਰਨਗੇ। ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ
ਕੈਨੇਡਾ ਦੀਆਂ ਨਵੀਆਂ ਕਹਿ ਸਕਦੇ ਆ ਅਨਾਉਂਸਮੈਂਟਸ ਨੇ ਜਾਂ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਕਿੱਦਾਂ ਇੰਪਲੀਮੈਂਟ ਕੀਤਾ ਜਾ ਰਿਹਾ, ਬਿਲਕੁਲ ਲੋਕਾਂ ਤੱਕ ਉਹ ਸੁੱਖ ਸੁਵਿਧਾਵਾਂ ਜਿਹੜੀਆਂ ਉਹ ਕਿੱਦਾਂ ਪਹੁੰਚਾਈਆਂ ਜਾ ਰਹੀਆਂ, ਜਾਂ ਆਉਣ ਵਾਲੇ ਦਿਨਾਂ 'ਚ ਕੀ ਪ੍ਰੋਗਰਾਮ ਨੇ ਨਵੇਂ ਕੈਨੇਡੀਅਨ ਗਵਰਨਮੈਂਟ ਦੇ, ਉਹਨਾਂ ਦੇ ਨਾਲ ਤੁਹਾਨੂੰ ਜਿਹੜਾ ਉਹ ਰੂਬਰੂ ਕਰਾਇਆ ਜਾਏਗਾ। ਸਾਡੇ ਨਾਲ ਸੰਧੂ ਸਾਹਿਬ ਜੁੜ ਗਏ ਨੇ ਜੀ। ਪੰਕਜ ਜੀ ਕਹਿ ਰਹੇ ਨੇ ਕਿ ਚਾਈਨਾ ਨੂੰ UNO ਦੇ ਵਿੱਚੋਂ ਹੁਣ ਬਾਹਰ ਕਰ ਦੇਣਾ ਚਾਹੀਦਾ ਹੋਵੇਗਾ। ਚਲੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ 'ਚ ਕੀ ਬਣਦਾ। ਤੇ ਕਹਿੰਦੇ ਨੇ ਕਿ ਇੰਡੀਆ ਨੂੰ ਆਰਮੀ ਦੇ ਹਵਾਲੇ ਕਰਨਾ ਪੈਣਾ ਤਾਂ ਹੀ ਲੋਕਾਂ ਨੂੰ ਸਮਝ ਆਉਣੀ ਹੈ। ਬਿਲਕੁਲ ਜੀ, ਚਲੋ ਉੱਥੋਂ ਦੀਆਂ ਸਰਕਾਰਾਂ ਸਾਡੇ ਨਾਲੋਂ ਵੱਧ ਜਾਣਦੀਆਂ ਨੇ, ਕਿਉਂਕਿ ਅਸੀਂ ਵੀ ਇਸ ਵੇਲੇ ਸਰੀ ਦੇ ਵਿੱਚ ਬੈਠੇ ਹੋਏ ਹਾਂ। ਜਿਹੜੇ ਉੱਥੇ ਲੋਕ ਮੌਜੂਦ ਨੇ ਜਾਂ ਸਾਡੇ ਪੱਤਰ ਪ੍ਰੇਰਕ ਸਾਨੂੰ ਦੱਸਦੇ ਨੇ, ਕੁਝ ਥਾਵਾਂ ਦੇ ਉੱਤੇ ਪ੍ਰਬੰਧ ਜਿਹੜੇ ਉਹ ਬਹੁਤ ਵਧੀਆ ਨੇ, ਕੁਝ ਥਾਵਾਂ ਤੋਂ ਸ਼ਿਕਾਇਤਾਂ ਵੀ ਆ ਰਹੀਆਂ ਨੇ ਕਿ ਬਹੁਤ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਉਪਲਬਧ ਨਹੀਂ ਹੋ ਰਹੀਆਂ। ਮਨਜੀਤ ਸਿੰਘ ਜੀ ਸਾਡੇ ਨਾਲ ਜੁੜ ਗਏ, ਉਹਨਾਂ ਨੂੰ ਵੀ ਅਸੀਂ ਵੈਲਕਮ ਕਹਿੰਦੇ ਹਾਂ। ਅੱਜ ਸੁਪਰੀਮ ਕੋਰਟ ਨੇ, ਇੰਡੀਅਨ ਸੁਪਰੀਮ ਕੋਰਟ ਨੇ ਇੱਕ ਬੜਾ ਵੱਡਾ ਫੈਸਲਾ ਲਿਆ ਅੰਤੋਜ ਜੀ, ਜਿਹੜਾ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਜਿਹੜਾ ਕਰੋਨਾ ਵਾਇਰਸ ਦਾ COVID-19 ਦਾ ਜਿਹੜਾ ਟੈਸਟ ਹੈ ਉਹ ਸਿਰਫ ਗਰੀਬ ਲੋਕਾਂ ਦਾ ਹੀ ਮੁਫਤ ਹੋਵੇਗਾ ਜੀ, ਬਾਕੀ ਸਾਰੇ ਜਿਹੜੇ ਆ ਉਹਨਾਂ ਦੇ ਪੈਸੇ ਲੱਗਣਗੇ। ਹੁਣ ਵੇਖਣ ਵਾਲੀ ਗੱਲ ਹੈ ਕਿ ਕਿਹੜਾ ਬੰਦਾ ਗਰੀਬ ਹੈ, ਉਸ ਦਾ ਮਿਆਰ ਤੈਅ ਕਰਨ ਵਾਲਾ ਕੌਣ ਹੋਵੇਗਾ ਜੀ? ਕਾਲੂ ਸਾਹਿਬ, ਇਹ ਤੇ ਪਹਿਲੇ ਵੀ ਜਿਹੜਾ ਮਿਆਰ ਤੈਅ ਕਰਨ ਵਾਲੀ ਗੱਲ ਹੈ, ਤੇ ਜਿਹੜਾ BPL ਹੈਗਾ, ਬਿਲੋ ਪਾਵਰਟੀ ਲਾਈਨ ਹੈਗੀ ਹੈ ਜੀ, ਆਈ ਥਿੰਕ ਕਿਤੇ ਨਾ ਕਿਤੇ ਉਹਦਾ ਯੂਜ਼ ਦੁਬਾਰਾ ਕੀਤਾ ਜਾਊਗਾ। ਜਿੱਦਾਂ ਕਿ ਆਪਾਂ ਕਹਿੰਦੇ ਰਾਸ਼ਨ ਲੈਣ ਲਈ BPL ਜਿਹੜਾ ਯੂਜ਼ ਹੁੰਦਾ, ਕਾਰਡ ਯੂਜ਼ ਹੁੰਦਾ ਹੈ ਜੀ, ਕਿਤੇ ਨਾ ਕਿਤੇ ਸ਼ਾਇਦ BPL ਕਾਰਡ ਹੀ ਦੁਬਾਰਾ ਆਧਾਰ ਬਣੇਗਾ। ਜੇ ਤੁਸੀਂ ਟੈਸਟ ਕਰਾਉਣਾ ਹੈ ਤੇ ਟੈਸਟ ਫ੍ਰੀ ਵਿੱਚ ਹੋਣਾ ਚਾਹੀਦਾ ਹੈ। ਪਰ ਮੇਰੇ ਹਿਸਾਬ ਨਾਲ ਕਿ ਸੁਪਰੀਮ ਕੋਰਟ ਨੂੰ ਆਹ ਕਹਿਣਾ ਚਾਹੀਦਾ ਸੀ ਹਰੇਕ ਬੰਦੇ ਲਈ ਫ੍ਰੀ ਹੋਣਾ ਚਾਹੀਦਾ। ਬਿਲਕੁਲ, ਜੋ ਬਹੁਤ ਬੇਸਿਕ ਜੀ ਨੈਸੈਸਿਟੀ ਹੈਗੀ ਹੈ। ਜਿਸ ਹਿਸਾਬ ਨਾਲ ਲੋਕਾਂ ਨੇ ਜੀ ਦਾਨ ਕੀਤਾ ਜਾਂ ਸਰਕਾਰ ਨੂੰ ਜਿੰਨੀ ਫੰਡਿੰਗ ਕੀਤੀ ਆ, ਤੇ ਸਰਕਾਰ ਨੂੰ ਤੇ ਇਸ ਵੇਲੇ ਪੂਰੇ ਲੋਕਾਂ ਦਾ ਟੈਸਟ ਜਿਹੜਾ ਉਹ ਧੜਾ ਧੜ ਫ੍ਰੀ ਕਰਨਾ ਚਾਹੀਦਾ, ਤਾਂ ਜੋ ਕੋਈ ਇਸ ਤਰ੍ਹਾਂ ਦੀ ਬਿਮਾਰੀ ਜਿਹੜੀ ਆ ਕੋਈ ਵੀ ਕਿਸੇ ਵਿੱਚ ਲੱਛਣ ਪਾਏ ਜਾਂਦੇ ਆ। ਕਿਉਂਕਿ ਹੁਣ ਇੱਕ ਨਵੀਂ ਰਿਪੋਰਟ ਆਈ ਹੈ ਕਿ ਉਹ ਤੇ ਆਪਾਂ ਕਰ ਦਾਂਗੇ, ਪਰ ਫਿਰ ਦੇਖੋ ਇੱਕ ਹੋਰ ਜਿਹੜਾ ਦੂਜੀ ਸਾਈਡ ਵੀ ਆਪਾਂ ਦੇਖੀਏ ਜੀ, ਕਿ ਜਿਹੜੇ ਲੋਕ ਨੇ, ਹੁਣ ਕਿਸੇ ਬੰਦੇ ਨੂੰ ਖੰਘ ਵੀ ਆਈ, ਖੰਗੂਰਾ ਵੀ ਮਾਰਿਆ, ਤੇ ਉਹ ਡਾਕਟਰ ਕੋਲ ਪਹੁੰਚ ਜਾਏਗਾ, ਮੇਰਾ ਤਾਂ ਟੈਸਟ ਕਰ ਦਿਓ ਜੀ, ਠੀਕ ਹੈ। ਤੇ ਜਿਹੜਾ ਮਿਸਯੂਜ਼ ਹੁੰਦਾ ਹੈ, ਰਿਸੋਰਸਸ ਜਿਹੜੇ ਮਿਸਯੂਜ਼ ਹੁੰਦੇ ਉਹ ਵੀ ਇੰਡੀਆ 'ਚ ਬਹੁਤ ਜ਼ਿਆਦਾ ਹੁੰਦੇ ਨੇ। ਜਿਹੜੀ ਪਾਵਰ ਹੁੰਦੀ ਹੈ ਜਾਂ ਕੋਈ ਵੀ ਚੀਜ਼ ਹੈਗੀ ਹੈ, ਕੋਈ ਰਿਸੋਰਸ ਹੈ, ਇੰਡੀਆ 'ਚ ਮਿਸਯੂਜ਼ ਹੋਣ ਦੀ ਹਿਸਟਰੀ ਸਭ ਤੋਂ ਜ਼ਿਆਦਾ ਹੈਗੀ ਹੈ। ਡਾਕਟਰਾਂ ਦੇ ਆਪਦੇ ਫੇਵਰੇਟ ਨੇ, ਤੇ ਰਿਸ਼ਤੇਦਾਰਾਂ ਨੂੰ ਚਲੋ ਤੁਹਾਡਾ ਤੇ ਕਰ ਹੀ ਦਿੰਦੇ, ਮਾੜਾ ਜਿਹਾ ਖੰਘ ਆਈ ਜਵਾਕ ਨੂੰ ਹੈ ਤੇ ਨਹੀਂ, ਚਲੋ ਤੁਹਾਡਾ ਤੇ ਕਰ ਹੀ ਦਿੰਦੇ ਆ ਟੈਸਟ, ਹੈ ਨਾ। ਉਹ ਕਹਿ ਦਿੰਦੇ ਲੈ ਵੀ ਜੇ ਤੂੰ ਆ ਹੀ ਗਿਆ ਲੈ ਤੇਰੇ ਨਾਲ ਦੂਜਿਆਂ ਦਾ ਵੀ ਦੂੰ ਚਵਾਂ ਦਾ ਕਰ ਦਿੰਦੇ, ਹੈ ਤੇ ਫ੍ਰੀ ਹੈ ਤੇ ਫ੍ਰੀ ਹੈ। ਸੋ ਕਿਤੇ ਨਾ ਕਿਤੇ ਦੇਖੋ ਇਹ ਚੀਜ਼ਾਂ ਦੋਵੇਂ ਪਾਸੋਂ ਹੀ, ਮੈਨੂੰ ਫਿਰ ਵੀ ਮੈਂ ਇਹੀ ਕਹੂੰਗਾ ਕਿ ਫ੍ਰੀ ਹੋਣਾ ਚਾਹੀਦਾ ਜੀ। ਦੂਜੀ ਗੱਲ ਉਹਨਾਂ ਕਿਹਾ ਕਿ 15 ਮਿੰਟ ਦੇ ਵਿੱਚ ਜਿਹੜੀਆਂ ਨਵੀਆਂ ਟੈਸਟ ਕਿਟਸ ਉਹਨਾਂ ਦੇ ਕੋਲ ਆ ਗਈਆਂ ਨੇ, ਇੰਡੀਅਨ ਗਵਰਨਮੈਂਟ ਦੇ ਕੋਲ 15 ਮਿੰਟ ਦੇ ਵਿੱਚ ਜਿਹੜਾ ਵੀ ਕੋਈ ਕਰੋਨਾ ਦਾ ਮਰੀਜ਼ ਆ ਉਹਦੀ ਰਿਪੋਰਟ ਜਿਹੜੀ ਆ ਉਹ ਦਿੱਤੀ ਜਾਏਗੀ। ਹੁਣ ਇੱਥੇ ਮੈਂ ਕੱਲ ਇੱਕ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਇੱਕ ਮਰੀਜ਼ ਦਾ 2 ਵਾਰੀ ਟੈਸਟ ਹੋਇਆ ਉਹ ਨੈਗੇਟਿਵ, ਤੀਜੀ ਵਾਰੀ ਟੈਸਟ ਹੋਇਆ ਉਹ ਪੋਜ਼ਿਟਿਵ, ਚੌਥੀ ਵਾਰੀ ਟੈਸਟ ਹੋਇਆ ਉਹ ਫੇਰ ਨੈਗੇਟਿਵ, ਪੰਜਵਾਂ ਸੈਂਪਲ ਉਹਦਾ ਫੇਰ ਲੈ ਲਿਆ ਗਿਆ ਜੀ। ਕਾਲੂ ਸਾਹਿਬ, ਇਹ ਇੱਕ ਜਿਹੜੇ ਦਰਸ਼ਕਾਂ ਨੂੰ ਗੱਲ ਦੱਸਦੀ ਹੈ ਕਿ ਹਾਲੇ ਤੱਕ ਜਿਹੜਾ ਕਿ ਸ਼ੋਰ ਸ਼ਾਰਟ ਸਿਸਟਮ ਹੈਗਾ COVID-19 ਨੂੰ ਟੈਸਟ ਕਰਨ ਦਾ, ਉਹ ਹਾਲੇ ਤੱਕ ਨਹੀਂ ਬਣਿਆ ਹੈਗਾ ਜਿਹੜਾ ਕਿ ਤੁਹਾਨੂੰ 100% ਦੱਸ ਦੇਵੇ ਸ਼ੋਰ ਕਰ ਜਿਹੜੇ ਕਿ ਇਹਦੇ ਸਿੰਪਟਮਸ ਨੇ। ਬੇਸਿਕਲੀ ਦੇਖੋ, ਬੁਖਾਰ ਹੈ, ਖਾਂਸੀ ਹੈ, ਤੁਹਾਡੇ ਇੰਟੈਸਟਾਈਨ 'ਚ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਬਰੀਥਿੰਗ ਪ੍ਰੋਬਲਮ ਆ ਰਹੀ ਹੈ, ਬੇਸਿਕ ਸਿੰਪਟਮਸ ਨੇ ਜਿਹਦੇ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ COVID-19 ਹੈ ਜਾਂ ਨਹੀਂ ਹੈ। ਤੇ ਇਹੋ ਜਿਹਾ ਕੋਈ ਸ਼ੋਰਟ ਹਾਲੇ ਤੱਕ ਨਾ ਕੋਈ ਟਿਊਬ ਆਈ ਹੈ, ਨਾ ਕੋਈ ਇੰਜੈਕਸ਼ਨ ਆਇਆ ਜਿਹਦੇ ਨਾਲ ਕਿ ਸੈਂਪਲ ਲੈਂਦੇ ਤੁਹਾਨੂੰ ਪਤਾ ਲੱਗ ਜਾਏ COVID-19 ਹੈਗਾ ਜੀ। ਤੇ ਸਰਕਾਰ ਨੇ ਕਿਤੇ ਨਾ ਕਿਤੇ ਬਹੁਤ ਵਧੀਆ ਬਲਫ ਕਰਦੇ ਨੇ, ਬੜਾ ਵਧੀਆ ਖੇਡਦੇ ਨੇ, ਜਿਹਨੂੰ ਖੇਡਣਾ ਬਹੁਤ ਵਧੀਆ ਆਉਂਦਾ ਇੰਡੀਆ ਦੀ ਸਰਕਾਰ ਨੂੰ, ਪਰ ਇਹ ਵਧੀਆ ਨਹੀਂ ਖੇਡ ਸਕੇ ਇੱਥੇ। ਜੀ ਮਨਜੀਤ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਮਨਜੀਤ ਜੀ, ਵੈਲਕਮ ਆ ਤੁਹਾਡਾ ਵੀ ਜੀ। ਅਗਲੀ ਗੱਲ ਜਿਹੜੀ ਆ ਉਹ ਕਰਨ ਤੋਂ ਪਹਿਲਾਂ ਮੈਂ ਅੰਤੋਜ ਜੀ ਥੋੜਾ ਜਿਹਾ ਮੈਨੂੰ ਦੁੱਖ ਵੀ ਲੱਗਦਾ ਕਿ ਜਿਹੜਾ ਪਟਿਆਲਾ ਦੇ ਵਿੱਚ ਕਾਂਡ ਹੋਇਆ ਸੀ ਜੀ, ਉਸ ਦਾ ਸ਼ਿਕਾਰ ਜਿਹੜੀ ਪੂਰੀ ਨਿਹੰਗ ਕੌਮ ਆ, ਜਿਹਨੂੰ ਆਪਾਂ ਗੁਰੂ ਕੀ ਫੌਜ ਵੀ ਕਹਿੰਦੇ ਆ, ਸਤਿਕਾਰਯੋਗ ਆ, ਹਰ ਇੱਕ ਵਾਸਤੇ ਸਤਿਕਾਰਯੋਗ ਆ। ਤੁਸੀਂ ਬਹੁਤ ਸਾਰੇ ਅਜੇ ਵੀ ਸੋਸ਼ਲ ਹੈਲੋ ਵੈਲਕਮ ਜੀ ਨਗਾਰਾ ਟੀਵੀ ਤੇ। ਹੈਲੋ ਸਤਿ ਸ਼੍ਰੀ ਅਕਾਲ ਜੀ ਕਾਲੂ ਸਾਹਿਬ, ਸੰਤੋਸ਼ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਰਮਿੰਦਰ ਧਾਰੀਵਾਲ ਜੀ ਸਾਡੇ ਨਾਲ ਜੁੜ ਚੁੱਕੇ ਨੇ, ਵੈਲਕਮ ਆ ਜੀ ਨਗਾਰਾ ਟੀਵੀ ਤੇ, ਸਵਾਗਤ ਕਰਦੇ ਹਾਂ ਜੀ ਧਾਰੀਵਾਲ ਸਾਹਿਬ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਭਾਜੀ, ਸਾਰੇ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜੀ ਧਾਰੀਵਾਲ ਸਾਹਿਬ ਆਪਣੇ ਵਿਚਾਰ ਰੱਖੋ ਜੀ। ਭਾਜੀ ਇੱਕ ਚੀਜ਼ ਇੰਡੀਆ ਨੂੰ ਪਤਾ ਲੱਗੀ ਹੈ, ਮੈਨੂੰ ਉਹਨਾਂ ਗੱਲਾਂ ਤੋਂ ਚੱਲਦੀ ਸੀ, ਉਹ ਕਹਿੰਦੇ ਵੀ ਲੋਕ ਡਰ ਦੇ ਟੈਸਟ ਨਹੀਂ ਕਰਾ ਰਹੇ ਜੀ,
ਤੇ ਜਾਂਦੇ ਤੇ ਸਾਡਾ ਜੇ ਹਸਪਤਾਲ ਜਾਂਦੇ ਤਾਂ ਪ੍ਰੋਪਰ ਟ੍ਰੀਟਮੈਂਟ ਹੋਣੇ, ਸਾਨੂੰ ਉਹ ਨਹੀਂ ਵੱਖਰੇ ਕਰ ਦੇਣਾ ਤੇ ਸਾਨੂੰ ਪੁੱਛਣਾ ਕਿਸੇ ਨੇ, ਜਾਂ ਉੱਥੇ ਕਹਿੰਦੇ ਜੀ ਇਹਦੀ ਨਰਸਾਂ ਲਾਗੇ ਨਹੀਂ ਜਾਂਦੇ, ਡਾਕਟਰ ਲਾਗੇ ਨਹੀਂ ਜਾਂਦੇ ਜੀ। ਤੇ ਮਤਲਬ ਇਸ ਤਰ੍ਹਾਂ ਲੋਕ ਡਰਦੇ ਵੀ ਆਪਣਾ ਜਿਹੜਾ ਟੈਸਟ ਵਗੈਰਾ ਨਹੀਂ ਕਰਾ ਰਹੇ। ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਇਦਾਂ ਦੀ ਗੱਲ ਨਹੀਂ, ਤੁਸੀਂ ਜੇ ਕੋਈ ਟ੍ਰੇਨਿੰਗ ਹੈਗੀ ਮਰਜ਼ੀ ਸ਼ੱਕ ਆਪਣੇ ਆਪ ਤੋਂ ਜ਼ਰੂਰ ਟੈਸਟ ਕਰਾਓ। ਬਿਲਕੁਲ ਪਰਮਿੰਦਰ ਜੀ, ਕੁਝ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨ ਜਾਂ ਨਿਊਜ਼ ਸਾਡੇ ਤੱਕ ਵੀ ਪਹੁੰਚੀਆਂ, ਪਰ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਸੋਸ਼ਲ ਮੀਡੀਆ ਦੇ ਥਰੂ ਸਾਡੇ ਤੱਕ ਉਹ ਜਿਹੜੀਆਂ ਨਿਊਜ਼ ਨੇ ਉਹ ਆਈਆਂ ਨੇ। ਪਰੰਤੂ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇ ਡਾਕਟਰਸ ਜਾਂ ਨਰਸਸ ਜਿਹੜੀਆਂ ਨੇ ਉਹ ਲੋਕਾਂ ਦਾ ਇਲਾਜ ਨਹੀਂ ਕਰ ਰਹੀਆਂ, ਤੇ ਮੇਰੇ ਖਿਆਲ ਜਿਹੜੇ ਡਾਕਟਰ ਤੇ ਨਰਸਸ ਅਫੈਕਟਡ ਹੋ ਰਹੇ ਨੇ ਘਰੇ ਬੈਠੇ ਤੇ ਉਹ ਹੋ ਨਹੀਂ ਸਕਦੇ ਜੀ। ਕੀ ਖਿਆਲ ਹੈ ਤੁਹਾਡਾ ਅੰਦਰ ਜੀ? ਜੀ ਬਿਲਕੁਲ, ਇਹ ਕੱਲ ਪਰਮਿੰਦਰ ਜੀ ਇਹ ਹੋ ਸਕਦਾ ਹੈ ਕਿਤੇ ਕਿਸੇ ਜਗ੍ਹਾ ਤੇ ਇਹੋ ਜਿਹਾ ਸਿਸਟਮ ਹੋਵੇ, ਪਰ ਇਹ ਲੋਕਾਂ ਦੇ ਅੰਦਰੂਨੀ ਡਰ ਹੈ। ਦੇਖੋ ਜੀ, ਇਹਦਾ ਹੁਣ ਅਸਰ ਕੀ ਹੋਏਗਾ ਜੇ ਤੁਸੀਂ ਟੈਸਟ ਕਰਾਉਣ ਨਹੀਂ ਜਾਓਗੇ ਤੇ ਕਿਸੇ ਹੋਰ ਦਾ ਨਹੀਂ, ਤੁਸੀਂ ਆਪਣਾ ਨੁਕਸਾਨ ਕਰੋਗੇ। ਠੀਕ ਹੈ ਜੀ, ਮੈਂ ਉਹੀ ਗੱਲ ਕਰਦਾ, ਉਹਦੇ ਨਾਲ ਆਪਣਾ ਹੀ ਹੋਰ ਆਲੇ ਬਹੁਤ ਨੁਕਸਾਨ ਹੁੰਦਾ ਨਾ ਜੀ। ਆਲੇ ਦੁਆਲੇ ਬਿਲਕੁਲ ਆਲੇ ਦੁਆਲੇ ਵਾਲਿਆਂ ਦਾ ਨੁਕਸਾਨ ਹੋ ਸਕਦਾ। ਉਹਦੇ ਚ ਭਾਵੇਂ ਲੋਕਾਂ ਦੇ ਦਿਮਾਗ 'ਚ ਪ੍ਰਭਾਵ ਪੈਂਦਾ, ਜਿੱਦਾਂ ਹੁਣ ਆਪਣੇ ਨਿਰਮਲ ਸਿੰਘ ਜੀ ਸੀਗੇ, ਉਹਨਾਂ ਦਾ ਹੋਇਆ, ਉਹਨਾਂ ਦੀ ਜਿਹੜੀ ਆਪਣੀ ਆਡੀਓ ਵਾਇਰਲ ਹੋਈ ਆ ਜੀ, ਉਹਦੇ 'ਚ ਇਹ ਸ਼ੋਅ ਹੁੰਦਾ ਜੀ, ਉੱਥੇ ਪੁੱਛਿਆ ਨਹੀਂ ਕਿਸੇ ਨੇ, ਬੈਠ ਤੇ ਜਾ ਕੇ ਪਾਤਾ ਜੀ, ਕਿਸੇ ਨੇ ਲਾਗੇ ਨਹੀਂ ਆਇਆ ਕੋਈ। ਉਹ ਲੋਕਾਂ ਨੂੰ ਇਹ ਚੀਜ਼ਾਂ ਜਿਹੜੀਆਂ ਬੈਡ ਫਾਈਟ ਕਰਦੀਆਂ ਜੀ। ਮੈਂ ਚਾਹੁੰਦਾ ਵੀ ਲੋਕਾਂ ਦੇ ਜਿਹਦਾ ਜਿਹੜਾ ਗਲਤ ਪ੍ਰਭਾਵ ਨਹੀਂ ਪੈਣਾ ਚਾਹੀਦਾ, ਉਹਨਾਂ ਨੂੰ ਚਾਹੀਦਾ ਕਿ ਮੈਨੂੰ ਇੱਕ ਹੋਰ ਵੀ ਪਤਾ ਲੱਗੀ ਗੱਲ, ਜਿਹੜੇ ਪ੍ਰਾਈਵੇਟ ਹਸਪਤਾਲ ਹੈ ਨਾ ਜੀ, ਉਹਨਾਂ ਦੇ ਵਿੱਚ ਉਹਨੇ 100 ਬੈੱਡ ਹਰ ਇੱਕ ਹਸਪਤਾਲ ਦੇ ਵਿੱਚ ਉਹਨੇ ਪਹਿਲੇ ਮਤਲਬ ਜਿਹੜਾ ਸੇਵ ਕਰਕੇ ਰੱਖ ਲਿਆ, ਖਾਲੀ ਕਰਾ ਕੇ ਰੱਖ ਲਿਆ ਆਲਰੇਡੀ ਜੀ। ਤੇ ਜੇ ਤੁਹਾਨੂੰ ਜ਼ਰੂਰਤ ਨਹੀਂ ਯੂਜ਼ ਕਰਨੇ, ਖਾਲੀ ਕਰਾ ਲਓ ਜੀ। ਮੈਨੂੰ ਮੇਰੀ ਗੱਲ ਹੋਈ ਸੀ ਮੈਕਸ ਹਸਪਤਾਲ ਦੇ ਵਿੱਚ ਮੋਹਾਲੀ ਦੇ ਵਿੱਚ ਜੀ, ਉਹ ਕਹਿੰਦੇ ਸਾਡਾ 100 ਬੈੱਡ ਨੇ ਖਾਲੀ ਕਰਵਾ ਲਿਆ ਗਵਰਨਮੈਂਟ ਨੇ, ਸਾਨੂੰ ਇੱਥੇ ਤੁਸੀਂ ਕੋਈ ਪੇਸ਼ੈਂਟ ਐਡਮਿਟ ਨਹੀਂ ਕਰਨਾ। ਗੱਲ ਸੋਚਣ ਵਾਲੀ ਪਰਮਿੰਦਰ ਜੀ ਹੈ, ਜੇ ਇੱਕ ਬੰਨੇ ਗਵਰਨਮੈਂਟ ਪ੍ਰਾਈਵੇਟ ਹਸਪੀਟਲਾਂ ਨੂੰ ਖਾਲੀ ਕਰਵਾ ਰਹੀ ਆ, ਉਹਨਾਂ ਦੀਆਂ ਜਿਹੜੀਆਂ ਯੂਟਿਲਿਟੀਜ਼ ਨੇ ਉਹਨਾਂ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਚਾਹੇ ਉਹਨਾਂ ਕੋਲ ਵੈਂਟੀਲੇਟਰ ਨੇ, ਵੈਂਟੀਲੇਟਰ ਤੇ ਪ੍ਰਾਈਵੇਟ ਹਸਪੀਟਲਾਂ ਚਲੋ ਬਹੁਤ ਇੱਕ ਸੀਮਤ ਹੱਦ ਤੱਕ ਨੇ, ਜਾਂ ਉਹਨਾਂ ਦੇ ਬੈੱਡਸ ਜਿਹੜੇ ਨੇ ਉਹ ਯੂਜ਼ ਕਰ ਰਹੇ ਨੇ। ਇਟ ਮੀਨ ਕਿ ਕਿਤੇ ਨਾ ਕਿਤੇ ਗਵਰਨਮੈਂਟ ਜਿਹੜੀ ਆ ਉਹ ਆਪਣਾ ਪੂਰਾ ਜ਼ੋਰ ਲਾ ਰਹੀ ਹੈ ਕਿ ਜੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਤੇ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਯੂਜ਼ ਕਰ ਸਕਦੇ ਜੀ। ਬਿਲਕੁਲ, ਗਵਰਨਮੈਂਟ ਪੂਰਾ ਜ਼ੋਰ ਲਾ ਰਹੀ ਹੈ। ਉਹਨਾਂ ਨੇ ਇਹ ਵੀ ਤੁਹਾਨੂੰ ਪਤਾ ਕੈਪੇਸ਼ਨ ਦਿੱਤੀ ਸੀ ਕਿ ਜਿਹੜਾ ਬੰਦਾ ਆਪਣਾ ਪ੍ਰਾਈਵੇਟ ਹਸਪਤਾਲ ਵਿੱਚ ਐਡਮਿਟ ਕਰਨ ਤੋਂ ਨਾ ਕਰੂਗਾ ਤਾਂ ਆਪਣਾ ਲਾਇਸੈਂਸ ਕੈਂਸਲ ਕਰ ਦੇਣਾ। ਇਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਜੀ। ਪਰ ਚਲੋ ਗਵਰਨਮੈਂਟ ਆਪਣਾ ਜ਼ੋਰ ਲਾ ਰਹੀ ਹੈ ਤੇ ਆਪਾਂ ਇਹ ਵੀ ਗੱਲ ਸਾਬਤ ਹੁੰਦੀ ਵੀ ਗਵਰਨਮੈਂਟ ਜਿਹੜੇ ਆਪਣੇ ਹਸਪਤਾਲ ਦੇ ਪ੍ਰਬੰਧ ਉਹ ਬਹੁਤੇ ਚੰਗੇ ਨਹੀਂ, ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਦਾ ਸਹਾਰਾ ਲੈਣਾ ਪੈ ਰਿਹਾ ਜੀ, ਕਿਉਂਕਿ ਉਹਨਾਂ ਕੋਲ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ। ਇਹ ਉਸ ਵੱਲੋਂ ਆਪਾਂ ਨੂੰ ਪਤਾ ਹੀ ਸਾਰਾ ਦੇ ਵੱਲੋਂ ਆਪਣੇ ਹੈਲਥ ਸਿਸਟਮ ਨੂੰ ਪੰਜਾਬ ਗਵਰਨਮੈਂਟ ਜਾਂ ਇੰਡੀਆ ਦੀ ਸਾਰੀ ਗਵਰਨਮੈਂਟ ਲਗਭਗ ਬਹੁਤ ਪਿੱਛੇ ਆ ਜੀ। ਸੋ ਪਰ ਇਹ ਫਿਰ ਚਲੋ ਐਫਰਟ ਕਰ ਰਹੇ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ, ਆਪਣੇ ਪ੍ਰਬੰਧ ਉਹਨਾਂ ਨੇ ਸ਼ੁਰੂ ਕੀਤੇ ਆ ਵੀ ਉੱਥੇ ਬੈੱਡ ਖਾਲੀ ਕਰਾ ਲਏ, ਆਪਣੇ ਲੋੜ ਦੇ ਮੁਤਾਬਕ ਜੇ ਯੂਜ਼ ਕਰਨੇ ਪਏ ਤਾਂ ਜੀ। ਸੋ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਮੇਰੇ ਹਿਸਾਬ ਨਾਲ। ਜੇ ਕਿਸੇ ਨੂੰ ਲੱਗਦਾ ਕੋਈ ਸ਼ੱਕ ਆਪਣੇ ਮਾੜਾ ਮੋਟਾ ਹੈਗਾ, ਡਰੇ ਨਾ, ਜਾ ਕੇ ਮੈਂ ਟੈਸਟ ਕਰਾਵੇ, ਬਕਾਇਦਾ ਇਲਾਜ ਉਹਦਾ ਪ੍ਰੋਪਰ ਹੋਊਗਾ, ਕੋਈ ਤਾਂ ਡਰਨ ਦੀ ਗੱਲ। ਪਰਮਿੰਦਰ ਜੀ ਬਹੁਤ ਵਧੀਆ ਤੁਹਾਡੀ ਗੱਲ ਹੈ, ਸਾਨੂੰ ਵੀ ਬਹੁਤ ਚੰਗੀ ਲੱਗੀ ਹੈ। ਰੀਜ਼ਨ ਇਹੀ ਹੈ ਕਿ ਜਿਹੜੇ ਤੁਹਾਡੇ ਵਰਗੇ ਸਾਰਥਕ ਸੋਚ ਰੱਖਣ ਵਾਲੇ ਲੋਕ ਨੇ, ਲੋਕਾਂ ਸਾਹਮਣੇ ਇਹਨਾਂ ਨੂੰ ਬਾਹਰ ਆ ਕੇ ਜਿਹੜੇ ਆਪਣੇ ਵਿਚਾਰ ਨੇ ਉਹ ਸੋਸ਼ਲ ਪਲੇਟਫਾਰਮ ਦੇ ਉੱਪਰ ਸਾਂਝੇ ਕਰਨੇ ਚਾਹੀਦੇ ਨੇ, ਤਾਂ ਜੋ ਹੁਣ ਸਾਡੇ ਇੱਥੇ ਕਹੀਏ ਆਪਾਂ ਸਰੀ ਦੇ ਵਿੱਚ ਜੇ ਗੱਲ ਕਰੀਏ, ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਤੇ ਉਹ ਫਟਾਫਟ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਚੈੱਕਅਪ ਕਰਾਉਂਦੇ ਨੇ ਕਿ ਕਿਤੇ ਉਹ ਕਰੋਨਾ ਪੀੜਤ ਨਹੀਂ। ਇਸ ਤਰ੍ਹਾਂ ਦੀ ਸੋਚ ਜਿਹੜੀ ਹੈ ਮੇਰੇ ਖਿਆਲ ਇੰਡੀਆ ਦੇ ਵਿੱਚ ਵੀ ਡਿਵੈਲਪ ਹੋਣੀ ਚਾਹੀਦੀ ਹੈ ਜੀ। ਕਾਰਨ ਇੱਥੇ ਲੋਕਾਂ ਨੂੰ ਹੈਲਥ ਸਿਸਟਮ ਤੇ ਟਰਸਟ ਹੈ, ਉੱਥੇ ਲੋਕੀ ਹੈਲਥ ਸਿਸਟਮ ਤੇ ਟਰਸਟ ਨਹੀਂ ਕਰਦੇ ਜੀ। ਬਿਲਕੁਲ, ਇਹ ਕੱਲ ਪਰਮਿੰਦਰ ਜੀ ਇਹ ਅਸੀਂ ਗੱਲ ਪਹਿਲੇ ਵੀ ਕਰਦੇ ਸੀ ਕਿ ਲੋਕਾਂ ਦਾ ਜਿਹੜਾ ਟਰਸਟ ਹੈ ਸਰਕਾਰ ਦੇ ਪ੍ਰਤੀ, ਕਿਉਂਕਿ ਉਹੀ ਹੁੰਦਾ ਹੀ ਜਿਹੜੇ ਸਰਕਾਰਾਂ ਨੇ ਵੀ ਚਲੋ ਇਹੋ ਜਿਹੇ ਘੱਲੂਘਾਰੇ ਕੀਤੇ ਕਿ ਵਿਸ਼ਵਾਸ ਬਣਨ ਨੂੰ ਟਾਈਮ ਲੱਗਦਾ ਹੈ, ਤੇ ਹਸਪੀਟਲਸ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ ਪ੍ਰਾਈਵੇਟ ਹਸਪੀਟਲਸ ਵਿੱਚ ਅੱਗੇ ਕੀ ਹੁੰਦਾ ਰਿਹਾ, ਪਰ ਕਿਤੇ ਨਾ ਕਿਤੇ ਹੁਣ ਸਿਚੁਏਸ਼ਨ ਇਹੋ ਜਿਹੀ ਹੈ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਲੋਕਾਂ ਨੂੰ ਸਮਝਣਾ ਪਏਗਾ ਇਸ ਵੇਲੇ ਇਹ ਚੀਜ਼ ਨੂੰ। ਬਿਲਕੁਲ, ਦੇਖੋ ਜਿਹੜੇ ਸਰਕਾਰੀ ਹਸਪਤਾਲ ਹੈ ਨਾ ਉਹਨਾਂ ਦੇ ਵਿੱਚ ਪ੍ਰਬੰਧ ਤੁਹਾਨੂੰ ਪਤਾ ਜਿੱਦਾਂ ਦੇ ਹੈਗੇ, ਆਪਾਂ ਨੂੰ ਵੀ ਪਤਾ ਜੀ। ਪਰ ਉਹ ਤੇ ਲੋਕਾਂ ਨੂੰ ਇਹ ਆ ਕਿ ਉਹਨਾਂ ਨੂੰ ਲੋਕਾਂ ਨੂੰ ਇਹ ਤਾਂ ਸੋਚਣਾ ਚਾਹੀਦਾ ਕਿ ਉਹਨਾਂ ਨੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਪ੍ਰਬੰਧ ਕੀਤੇ ਹੋਏ ਆ, ਕੋਈ ਐਸੀ ਗੱਲ ਨਹੀਂ। ਜੇ ਕਿਸੇ ਨੂੰ ਲੱਗਦਾ ਕਿ ਉਹਨੂੰ ਮਾੜਾ ਮੋਟਾ ਸ਼ੱਕ ਹੈ ਆਪਣੇ ਆਪ ਤੋਂ, ਜ਼ਰੂਰ ਜਾ ਕੇ ਟੈਸਟ ਕਰਾਓ, ਆਪਣਾ ਡਰਨ ਦੀ ਲੋੜ ਨਹੀਂ। ਧਾਲੀਵਾਲ ਜੀ ਬਹੁਤ ਤੁਹਾਡਾ ਧੰਨਵਾਦ ਹੈ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਸਾਨੂੰ ਫੋਨ ਕੀਤਾ। ਨਗਾਰਾ ਟੀਵੀ ਦੀ ਪੂਰੀ ਟੀਮ ਵੱਲੋਂ ਅਸੀਂ ਤਹਿ ਦਿਲੋਂ ਤੁਹਾਡੇ ਧੰਨਵਾਦੀ ਹਾਂ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਸਮਾਂ ਬਹੁਤ ਥੋੜਾ ਰਹਿ ਗਿਆ ਹੈ, ਤਕਰੀਬਨ 5 ਮਿੰਟ ਦਾ ਸਮਾਂ ਸਾਡੇ ਕੋਲ ਹੋਰ ਹੈ, ਤੇ ਮੈਂ ਤੁਹਾਡੀ ਜਾਣਕਾਰੀ ਲਈ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਕਿ ਸਾਡੇ ਪ੍ਰੋਗਰਾਮ ਤੋਂ ਤੁਰੰਤ ਬਾਅਦ ਇੱਕ ਬ੍ਰੇਕ ਲੈ ਕੇ ਪ੍ਰੋਗਰਾਮ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜ਼ਰਾ ਹਟ ਕੇ, ਜਿਹਨੂੰ ਹੋਸਟ ਕਰਦੇ ਨੇ ਅਮਰਜੀਤ ਚੀਮਾ। ਕੱਲ ਵੀ ਤੁਸੀਂ ਉਹਨਾਂ ਦਾ ਪਹਿਲਾ ਪ੍ਰੋਗਰਾਮ ਦੇਖਿਆ ਸੀ, ਨਗਾਰਾ ਟੀਵੀ ਦੀ ਟੀਮ ਦੇ ਵਿੱਚ ਨੇ ਉਹ ਜੀ,
ਤੇ ਬਹੁਤ ਵਧੀਆ ਇੱਕ ਪ੍ਰੋਗਰਾਮ ਜਿਹੜਾ ਡੇ ਬਾਈ ਡੇ ਤੁਸੀਂ ਦੇਖੋਗੇ, ਜਿਸ ਤਰ੍ਹਾਂ ਦੀ ਉਹਨਾਂ ਦੀ ਪੇਸ਼ਕਾਰੀ ਆ, ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਉਹ ਸਾਂਝ ਪਾਉਣਗੇ। ਤੇ ਅੱਜ MP ਸੁਖ ਧਾਲੀਵਾਲ ਜੀ ਨੂੰ ਫੋਨ ਦੇ ਉੱਪਰ ਸੰਪਰਕ ਕਰਕੇ ਉਹਨਾਂ ਕੋਲੋਂ ਜਿਹੜੀ ਲੇਟੈਸਟ ਜਾਣਕਾਰੀ ਆ, ਜਾਂ ਜੋ ਵੀ ਕੈਨੇਡੀਅਨ ਗਵਰਨਮੈਂਟ ਕੈਨੇਡਾ ਵਿੱਚ ਰਹਿ ਰਹੇ ਜਾਂ ਸਰੀ ਵਿੱਚ ਖਾਸ ਕਰਕੇ ਰਹਿ ਰਹੇ ਲੋਕਾਂ ਵਾਸਤੇ ਕੋਈ ਨਵੀਆਂ ਜਿਹੜੀਆਂ ਅਨਾਉਂਸਮੈਂਟਸ ਨੇ, ਜਾਂ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਤਰੀਕੇ ਜਿਹੜੇ ਨੇ ਜੀ ਉਹ ਧਾਲੀਵਾਲ ਸਾਹਿਬ ਸਾਂਝੇ ਕਰਨਗੇ। ਟਾਈਮ ਥੋੜਾ ਰਹਿ ਗਿਆ ਜੀ, ਇੱਕ ਕਾਲ ਹੋਰ ਆਈ ਹੈ ਜੀ, ਮੈਂ ਸਾਡੇ ਕੋਲ ਸਿਰਫ ਥੋੜਾ ਟਾਈਮ ਹੈ ਜੀ। ਹਾਂਜੀ, ਕੌਣ ਬੋਲ ਰਿਹਾ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਹਾਂਜੀ, ਕਿੱਥੋਂ ਕੌਣ ਬੋਲ ਰਹੇ ਜੀ? ਮੈਨੂੰ ਲੱਗਦਾ ਹੈ ਕਿ ਨੈਟਵਰਕ ਦੀ ਪ੍ਰੋਬਲਮ ਦੇ ਕਰਕੇ ਸਾਡੀ ਜਿਹੜੀ ਗੱਲਬਾਤ ਆ ਉਹ ਉਹਨਾਂ ਤੱਕ ਆਵਾਜ਼ ਜਿਹੜੀ ਹੈ ਸਾਡੀ ਵੀ ਤੇ ਉਹਨਾਂ ਦੀ ਵੀ ਸਾਡੇ ਤੱਕ ਪ੍ਰੋਪਰ ਪਹੁੰਚ ਨਹੀਂ ਰਹੀ ਜੀ। ਸੋ ਦੋਸਤੋ, ਥੋੜਾ ਟਾਈਮ ਰਹਿ ਗਿਆ, 2 ਮਿੰਟ ਦਾ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰੇ ਕਾਲਰ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਕੁਝ ਸਾਡੇ ਕੋਲ ਪੁੱਛੀਆਂ, ਕੁਝ ਆਪਣੀਆਂ ਦੱਸੀਆਂ, ਅਜੇ ਅਸੀਂ ਤਿੱਖੀਆਂ ਕਰਨ ਤੋਂ ਗੁਰੇਜ਼ ਕਰਦੇ ਹਾਂ ਕਿ ਪੂਰੀ ਦੁਨੀਆ ਇਸ ਵੇਲੇ ਜਿਹੜੀ ਆ ਉਹ ਸਹਿਮੀ ਹੋਈ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹ ਤੁਹਾਡੇ ਸਾਹਮਣੇ ਲੈ ਕੇ ਆਈਏ, ਜਿਸ ਦੇ ਨਾਲ ਤੁਸੀਂ ਘਰ ਬੈਠੇ ਥੋੜਾ ਜਿਹਾ ਸਕੂਨ ਮਹਿਸੂਸ ਕਰ ਸਕੋ, ਤੁਹਾਨੂੰ ਰਾਹਤ ਮਹਿਸੂਸ ਹੋਏ, ਕਿਉਂਕਿ ਕਰੋਨਾ ਦੀਆਂ ਖਬਰਾਂ ਸੁਣ ਕੇ ਅੱਕ ਗਏ ਆ ਯਾਰ। ਹੁਣ ਤੇ ਟੀਵੀ ਲਾਉਣ ਨੂੰ ਦਿਲ ਨਹੀਂ ਕਰਦਾ ਜੀ, ਸੱਚੀ ਗੱਲ ਪੁੱਛੋ ਤੇ ਹਰ ਇੱਕ ਚੈਨਲ ਤੇ ਬੇਸ਼ੱਕ ਅਸੀਂ ਵੀ ਟੀਵੀ ਦੇ ਉੱਪਰ ਹੀ ਇਸ ਵੇਲੇ ਬੋਲਨੇ, ਪਰ ਹਰ ਚੈਨਲ ਦੇ ਉੱਪਰ ਕਰੋਨਾ ਕਰੋਨਾ ਕਰੋਨਾ। ਜਲਦੀ ਮੁੱਕੇਗਾ, ਆਸ ਨਾ ਛੱਡਿਓ, ਆਪਣੇ ਆਪ ਨੂੰ ਮਜ਼ਬੂਤ ਚਟਾਨ ਵਾਂਗੂ ਰੱਖੋ, ਜੋ ਸਰਕਾਰਾਂ ਦੀਆਂ ਹਦਾਇਤਾਂ ਨੇ ਉਹਦੀ ਪਾਲਣਾ ਕਰੋ। ਕੋਈ ਬਹੁਤੀ ਵੱਡੀ ਗੱਲ ਨਹੀਂ, ਅਸੀਂ ਹਰਾਵਾਂਗੇ ਇਸ ਨੂੰ। ਸਾਰੇ ਜਾਣੇ ਤਨਦੇਹੀ ਦੇ ਨਾਲ ਲੱਗੇ ਹੋਏ ਨੇ, ਆਪਾਂ ਇਸ ਨਾਮਰਾਦ ਬਿਮਾਰੀ ਨੂੰ ਜੜੋਂ ਖਤਮ ਕਰਨਾ, ਬਾਕੀ ਉਸ ਪ੍ਰਮਾਤਮਾ ਦੇ ਹੱਥ ਵੱਸ ਆ। ਇੰਨਾ ਹੀ ਕਹਿੰਦੇ ਹੋਏ ਮੈਂ ਤੇ ਅਮਤੋਜਦੀਪ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਵੇਲੇ ਜਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਹੋ। ਤੇ ਮਾਫੀ ਚਾਹਾਂਗੇ, ਹੁਣ ਅਸੀਂ ਕਾਲ ਵੀ ਕਿਸੇ ਵੀ ਦਰਸ਼ਕ ਦੀ ਜਿਹੜੀ ਆ ਉਹ ਲੈ ਨਹੀਂ ਸਕਦੇ, ਕਿਉਂਕਿ ਸਾਡਾ ਅਗਲਾ ਪ੍ਰੋਗਰਾਮ ਜਿਹੜਾ ਵਾ ਜ਼ਰਾ ਹਟ ਕੇ ਆਉਣ ਵਾਲਾ। ਦੇਖਿਓ ਜ਼ਰੂਰ, ਇਦਾਂ ਹੀ ਕਨੈਕਟਡ ਰਹੋ। ਬਸ 5 ਮਿੰਟ ਦੀ ਬ੍ਰੇਕ ਦੇ ਬਾਅਦ ਜਿਹੜਾ ਪ੍ਰੋਗਰਾਮ ਆ ਤੁਹਾਡੇ ਰੂਬਰੂ ਹੋਵੇਗਾ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ।